ਸਾਰੇ ਆਪਣੇ ਬੁਲਾ ਰਹੇ ਅੱਜ ਆਪਣੇ ਘਰ ਦੇ ਹੀ ਬੁਲਾ ਰਹੇ ਆ ਸਾਰੇ। ਸੋ ਐਵਰੀਬਾਡੀ ਆਪਾਂ ਟਾਈਮ ਨੂੰ ਮੱਦੇਨਜ਼ਰ ਰੱਖਦੇ ਹੋਏ 2 ਮਿੰਟ ਲੈ ਕੇ ਆਪਾਂ ਪ੍ਰੋਗਰਾਮ ਨੂੰ ਆਪਾਂ ਗਾਹਾਂ ਵਧਾਈਏ। ਸਭ ਤੋਂ ਪਹਿਲਾਂ ਬਲਜੀਤ ਕੁਮਾਰ ਭਾਜੀ ਹੋਰਾਂ ਨੂੰ ਮੈਂ ਸੱਦੂਗਾ ਸਟੇਜ ਦੇ ਉੱਤੇ। ਬਲਜੀਤ ਭਾਜੀ ਡਜ਼ ਸੋ ਮਚ ਵਰਕ ਵਿਦ ਦ ਸਿੱਖ ਆਟਿਜ਼ਮ ਅਵੇਅਰਨੈਸ ਅਤੇ ਸਿੱਖ ਨੇਸ਼ਨ ਜੋ ਬਲੱਡ ਡਰਾਈਵ ਦੀ ਗੱਲਬਾਤ ਸਾਰੀ ਦੁਨੀਆ ਦੇ ਵਿੱਚ ਫੈਲੀ ਹੋਈ ਹੈ। ਦੇ ਬੀਨ ਵਰਕਿੰਗ ਸੋ ਹਾਰਡ, ਖਾਸ ਕਰਕੇ ਮੇਰਾ ਹੈਲਥ ਕੇਅਰ ਦੇ ਨਾਲ ਬੈਕਗਰਾਊਂਡ ਹੋਣ ਕਰਕੇ ਜੋ ਇਹ ਕੰਮ ਸਿੱਖ ਆਟਿਜ਼ਮ ਅਵੇਅਰਨੈਸ ਦੇ ਵਿੱਚ ਕਰਦੇ ਨੇ ਆਈ ਥਿੰਕ ਇਜ਼ ਵੈਰੀ ਵਾਈਟਲ, ਅ ਬਿਗ gap, a big void that they're working really hard to fill for families. So ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਲਜੀਤ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਦਾ ਵੈਲਕਮ ਕਰਦਾ ਕਿ ਤੁਸੀਂ ਅੱਜ ਇੱਥੇ ਪਹੁੰਚੇ ਹੋ। ਬੜਾ ਖਾਸ ਪ੍ਰੋਗਰਾਮ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲ ਰੱਖਾਂ, ਬੱਚਿਆਂ ਦੀ ਪਰਫਾਰਮੈਂਸ ਵਾਸ ਅਮੇਜ਼ਿੰਗ, ਬੜੀ ਇੰਪਰੈਸਿਵ। ਮੈਂ ਪਹਿਲੀ ਵਾਰੀ ਇਹਨਾਂ ਨੂੰ ਸੁਣਿਆ ਔਰ ਖਾਸ ਕਰ ਇਹਨਾਂ ਦੇ ਪੇਰੈਂਟਸ ਜਿਨ੍ਹਾਂ ਨੇ ਇਹ ਟ੍ਰੇਨਿੰਗ ਦਵਾਈ ਆ ਉਹਨਾਂ ਨੂੰ ਵੀ ਮੈਂ ਵਧਾਈ ਦਿੰਦਾ ਕਿ ਆਈ ਵਾਸ ਸੋ ਇੰਪਰੈਸਡ ਕਿ ਸਾਡੀ ਨੈਕਸਟ ਜਨਰੇਸ਼ਨ ਜਿਹੜੀ ਹੈ ਉਹ ਇੰਨਾ ਵਧੀਆ ਕੰਮ ਜਿਹੜਾ ਉਹ ਕਰ ਰਹੀ ਹੈ। ਸੋ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਮੇਰਾ ਆਪਣਾ ਸਫ਼ਰ ਬੋਲਣ ਦਾ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਤੋਂ ਸ਼ੁਰੂ ਹੋਇਆ ਸੀ ਬਹੁਤ ਸਾਲ ਪਹਿਲੋਂ। ਔਰ ਸੁਖਦੇਵ ਸਿੰਘ ਹੁਣਾਂ ਦੇ ਨਾਲ ਮੈਂ ਫਰਾਈਡੇ ਦਾ ਜਿਹੜਾ ਪ੍ਰੋਗਰਾਮ ਆਪਣੇ ਕੰਮ ਤੋਂ ਬਾਅਦ, ਸਕੂਲ ਤੋਂ ਬਾਅਦ ਮੈਂ ਉੱਥੇ ਜਾ ਕੇ ਕਰਨਾ। ਔਰ ਪਹਿਲੀ ਵਾਰ ਸੁਖਦੇਵ ਸਿੰਘ ਹੁਣਾਂ ਨੇ ਮੈਨੂੰ ਨਵੰਬਰ 1984 ਦਾ ਕੈਂਡਲ ਵਿਜਲ ਹੋ ਰਿਹਾ ਸੀਗਾ ਬਰੈਂਪਟਨ ਦੇ ਵਿੱਚ, ਅਤੇ ਉੱਥੇ ਮੇਰੇ ਕੋਲ ਪਹੁੰਚੇ, ਕਹਿੰਦੇ ਵੀ ਬਲਜੀਤ ਸਿੰਘ ਤੂੰ ਇੱਥੇ ਪੜ੍ਹਦਾ ਅਤੇ ਜਿਹੜੀਆਂ ਕੈਨੇਡੀਅਨ ਨਿਊਜ਼ ਹੁੰਦੀਆਂ ਉਹਨਾਂ ਦੇ ਉੱਤੇ ਗੱਲਬਾਤ ਕਰਿਆ ਕਰ। ਮੈਂ ਆਪਣੀ ਜ਼ਿੰਦਗੀ 'ਚ ਕਦੀ ਬੋਲਿਆ ਨਹੀਂ ਸੀ ਪਹਿਲੋਂ ਕਿਤੇ ਵੀ, ਸੋ ਪਹਿਲੀ ਵਾਰੀ ਮਾਈਕ ਮਿਲੀ ਔਰ ਉੱਥੋਂ ਬੋਲਣਾ ਸਿੱਖਿਆ। ਸੋ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਦੇ ਨਾਲ ਜਿਹੜਾ ਮੇਰਾ ਨਾਤਾ ਹੈ ਬੜਾ ਪੁਰਾਣਾ ਹੈ ਔਰ ਬੜਾ ਗੂੜਾ ਹੈ, ਔਰ ਮੈਂ ਇਹਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਇਹਨੂੰ ਸਮਝਦਾ ਹੈ। ਔਰ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਵੀ ਜਿੱਥੇ ਵੀ ਕੋਈ ਮੈਂ ਕੁਛ ਕੰਟਰੀਬਿਊਟ ਕਰ ਸਕਾਂ, ਗੱਲ ਕਰ ਸਕਾਂ, ਇਸ ਮੀਡੀਅਮ ਦੀ ਮੈਂ ਕਰ ਸਕਾਂ। ਸੋ ਆਪਾਂ ਗੱਲ ਕਰੀਏ ਕਿਉਂਕਿ ਹੋਰ ਵੀ ਬੁਲਾ ਰਹੇ ਨੇ, ਸਮਾਂ ਉਨਾ ਕੀ ਲਿਮਿਟਡ ਹੁੰਦਾ, ਸੋ ਮੈਂ ਗੱਲ ਸ਼ਾਰਟ ਰੱਖਾਂਗਾ ਆਪਣੀ ਕਿ ਅੱਜ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਹੈ December 10। ਔਰ ਖਾਸੀਅਤ ਇਹਦੀ ਇਹ ਹੈ ਕਿ ਇਹ 74th ਈਅਰ ਜਿਹੜਾ ਹੈ ਇਸ ਡੈਕਲੇਰੇਸ਼ਨ ਦਾ ਯੂਨਾਈਟਿਡ ਨੇਸ਼ਨਸ ਵੱਲੋਂ ਉਹਦੀ ਸ਼ੁਰੂਆਤ ਹੈ ਅੱਜ। ਸੋ ਅੱਜ ਤੋਂ ਲੈ ਕੇ December 10, 2023 ਤੱਕ ਵਰਲਡ ਦੇ ਵਿੱਚ, ਅਰਾਊਂਡ ਦਾ ਵਰਲਡ 75th ਐਨੀਵਰਸਰੀ ਅਗਲੇ ਸਾਲ ਤੱਕ ਜਿਹੜੀ ਉਹਨਾਂ ਨੇ ਇਹਦੀ ਮਨਾਉਣੀ ਹੈ, ਉਹਦੇ ਲਈ ਪ੍ਰੋਗਰਾਮ ਲਿਖੇ ਗਏ ਹੈ। ਔਰ ਮੈਂ ਸਮਝਦਾ ਕਿ ਸਿੱਖ ਕਮਿਊਨਿਟੀ ਦੇ ਵਿੱਚ, ਟੋਰਾਂਟੋ ontario ਦੀ ਕਮਿਊਨਿਟੀ ਦੇ ਵਿੱਚ ਇਹ ਇੱਕ ਜਿਹੜੀ ਮੁਹਿੰਮ ਹੈ ਸਾਲ ਦੀ ਅਸੀਂ ਅੱਜ ਸ਼ੁਰੂ ਕਰ ਰਹੇ ਹਾਂ। ਔਰ ਉਮੀਦ ਰੱਖਦੇ ਹਾਂ ਕਿ ਜਿਹੜੇ ਹੋਰ ਇਵੈਂਟਸ ਵੀ ਹੋਣੇ ਆ ਸਾਰੇ ਸਾਲ, ਉਹ ਅਸੀਂ ਇੰਟਰਨੈਸ਼ਨਲ ਹਿਊਮਨ ਰਾਈਟਸ ਦੀ ਜਿਹੜੀ 75th ਐਨੀਵਰਸਰੀ ਹੈ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਕਰੀਏ। ਸੋ ਜਦੋਂ ਅਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ, ਇਹ ਬੜਾ ਇੱਕ ਲੂਜ਼ ਜਿਹਾ ਵਰਡ ਬਣ ਚੁੱਕਾ ਹੈ। ਕਈ ਵਾਰੀ ਇਹ ਵੀ ਮਹਿਸੂਸ ਹੁੰਦਾ ਹੈ ਕਿ ਬਹੁਤ ਲੂਜ਼ਲੀ ਅਸੀਂ ਇਹਨੂੰ ਇਸਤੇਮਾਲ ਕਰ ਲੈਂਦੇ ਹਾਂ, ਪਰ ਜਦੋਂ ਅਸੀਂ ਹਿਊਮਨ ਰਾਈਟਸ ਵਾਇਓਲੇਸ਼ਨ ਦੀ ਗੱਲ ਕਰਦੇ ਹਾਂ, 75 ਸਾਲ ਹੋ ਜਾਣੇ ਅਗਲੇ ਸਾਲ ਇਸ ਯੂਨਾਈਟਿਡ ਨੇਸ਼ਨ ਦੀ ਜਿਹੜੀ ਹਿਊਮਨ ਰਾਈਟਸ ਦੀ ਜਿਹੜੀ ਡੈਕਲੇਰੇਸ਼ਨ ਹੋਈ ਹੈ, ਪਰ ਤੁਸੀਂ ਵੇਖਦੇ ਹੋ ਕਿ 75 ਸਾਲਾਂ ਦੇ ਵਿੱਚ ਹਿਊਮਨ ਰਾਈਟਸ ਵਾਇਓਲੇਸ਼ਨ ਦਾ ਕੰਮ ਵਿਗੜਿਆ ਹੀ ਹੈ, ਠੀਕ ਨਹੀਂ ਹੋਇਆ। ਸੋ ਕਿਤੇ ਨਾ ਕਿਤੇ ਵਰਲਡ ਲੈਵਲ 'ਤੇ, ਇੰਟਰਨੈਸ਼ਨਲ ਲੈਵਲ 'ਤੇ ਔਰ ਐਜ਼ ਅ ਕਮਿਊਨਿਟੀ ਲੈਵਲ 'ਤੇ ਇੰਪਰੂਵਮੈਂਟ ਔਰ ਜਿਹੜਾ ਬਿਹਤਰ ਕੰਮ, ਸਟ੍ਰੈਟਜੀਜ਼ ਉਹ ਸਾਨੂੰ ਬਣਾਉਣੀਆਂ ਪੈਣੀਆਂ ਨੇ। ਸੋ ਉਹਦੇ ਵਿੱਚ ਜਦੋਂ ਤੁਸੀਂ ਇੰਟਰਨੈਸ਼ਨਲ ਹਿਊਮਨ ਰਾਈਟਸ ਦੀ ਗੱਲ ਕਰਦੇ ਹੋ, ਅਤੇ ਇੱਕ ਜਿੱਦਾਂ ਆਪਾਂ ਕਹਿੰਦੇ ਕਿ ਜਿਹੜਾ ਮੀਡੀਆ ਹੈ ਡੈਮੋਕ੍ਰੇਸੀ ਦਾ ਜਿਹੜਾ ਚੌਥਾ ਥੰਮ ਹੈ, ਪਰ ਹਿਊਮਨ ਰਾਈਟਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮੀਡੀਆ ਇੱਕੋ ਇੱਕ ਥੰਮ ਹੈ ਜਿਹੜਾ ਹਿਊਮਨ ਰਾਈਟਸ ਨੂੰ ਕੈਰੀ ਕਰਦਾ ਹੈ। ਕਿਉਂਕਿ ਜਦੋਂ ਵੀ ਕਿਤੇ ਵਾਇਓਲੇਸ਼ਨ ਹੁੰਦੀ ਹੈ ਅਤੇ ਇੱਕ ਮੀਡੀਆ ਹੀ ਹੈ ਜਿਹਨੇ ਗੱਲ ਆਮ ਆਵਾਮ ਤੱਕ, ਮੈਸੇਜ ਤੱਕ ਪਹੁੰਚਾਉਣੀ ਹੁੰਦੀ ਹੈ। ਅਤੇ ਜੇ ਸਾਡਾ ਮੀਡੀਆ ਇਮਾਨਦਾਰ ਨਾ ਹੋਵੇ ਅਤੇ ਫਿਰ ਹਿਊਮਨ ਰਾਈਟਸ ਵਾਇਓਲੇਸ਼ਨ ਦੀ ਗੱਲ ਜਿਹੜੀ ਹੈ ਉਹ ਦੁਨੀਆ ਭਰ 'ਚ ਨਹੀਂ ਪਹੁੰਚਦੀ। ਸੋ ਇੱਥੇ ਮੈਂ ਸਮਝਦਾ ਕਿ ਵਧਾਈ ਦੇ ਪਾਤਰ ਨੇ ਸੁਖਦੇਵ ਸਿੰਘ ਹੁਣੀ ਔਰ ਉਹਨਾਂ ਦੀ ਸਾਰੀ ਟੀਮ, ਉਹਨਾਂ ਦਾ ਪਰਿਵਾਰ ਜਿਹੜਾ ਇੰਨੇ ਸਾਲਾਂ ਤੋਂ 26 ਸਾਲ ਹੋ ਗਏ ਨੇ ਕਿ ਇਸ ਸਿੱਖ ਮੀਡੀਆ ਨੂੰ ਪੂਰੀ ਇਮਾਨਦਾਰੀ ਨਾਲ, ਪੂਰੇ ਜੋਸ਼ ਦੇ ਨਾਲ, ਜਿਵੇਂ ਮੈਂ ਇਹਨਾਂ ਨੂੰ ਪਹਿਲੀ ਵਾਰ ਮਿਲਿਆ ਸੀ ਉਹੀ ਜੋਸ਼ ਇਹਨਾਂ 'ਚ ਅੱਜ ਹੈ। ਉਹੀ ਜੋਸ਼, ਉਹੀ ਫਿਤਰਤ ਸਟੂਡੀਓ ਦੇ ਵਿੱਚ ਜਦੋਂ ਮੈਂ ਇਹਨਾਂ ਨੂੰ ਮਿਲਣਾ, ਉਹੀ ਅੱਜ ਹੈ ਇਹਨਾਂ ਦੇ ਵਿੱਚ।
ਉਹ ਆਪਣੀ ਗੱਲ ਤੋਂ ਕਦੀ ਥੜਕੇ ਨਹੀਂ। ਸੋ ਮੈਂ ਵਧਾਈ ਦੇਣਾ ਚਾਹੁੰਦਾ ਸੁਖਦੇਵ ਸਿੰਘ ਹੁਣਾਂ ਨੂੰ, ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਦੀ ਸਾਰੀ ਟੀਮ ਨੂੰ, ਔਰ ਖਾਸ ਕਰ ਉਹ ਸਾਰੇ ਮਹਿਮਾਨ ਜਿਹੜੇ ਇੱਥੇ ਪਹੁੰਚੇ ਨੇ ਔਰ ਜਿਹੜੇ ਨਹੀਂ ਵੀ ਪਹੁੰਚ ਸਕੇ ਔਰ ਜਿਨ੍ਹਾਂ ਨੇ ਸਪੋਰਟ ਕੀਤੀ ਹੈ ਇਸ ਪ੍ਰੋਗਰਾਮ ਨੂੰ ਆਪਣੇ ਅਖਲਾਕੀ ਤੌਰ 'ਤੇ, ਇੱਕ ਸਿੱਖ ਕਮਿਊਨਿਟੀ ਤੌਰ 'ਤੇ, ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ। ਸੋ ਆਪਾਂ ਥੋੜ੍ਹੀ ਜਿਹੀ ਜਿੱਥੇ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਦੀ ਗੱਲ ਕੀਤੀ ਹੈ, ਹਿਊਮਨ ਰਾਈਟਸ ਦੀ ਗੱਲ ਕੀਤੀ ਹੈ, ਥੋੜ੍ਹੀ ਜਿਹੀ ਜਿਹੜੇ ਸਿੱਖ ਸਿਚੁਏਸ਼ਨ ਹੈ ਸਾਡੀ, ਉਹਦੇ ਬਾਰੇ ਵੀ ਮੈਂ ਜਿਹੜੀ ਅਖੀਰਲੀ ਗੱਲ ਕਰਨਾ ਚਾਹੁੰਦਾ ਕਿ ਸਿੱਖ ਹਿਊਮਨ ਰਾਈਟਸ ਜਿਹੜੇ ਨੇ ਉਹਨਾਂ 'ਤੇ ਆਪਾਂ ਫੋਕਸ ਕਰਨਾ ਹੈ ਅੱਜ, ਕਿ ਸਿੱਖ ਹਿਊਮਨ ਰਾਈਟਸ ਦੀ ਜਿਹੜੀ ਵਾਇਓਲੇਸ਼ਨ ਹੈ ਉਹ ਆਪਾਂ ਜਿਹੜੀ ਪ੍ਰੈਜ਼ੈਂਟ ਆਪਾਂ ਜਿਹੜੀ ਲੇਟੈਸਟ ਗੱਲ ਕਰ ਲਈਏ ਵੀ 1947 ਤੋਂ ਲੈ ਕੇ ਤੇ ਹੁਣ ਤੱਕ ਗੱਲ ਕਰ ਲਈਏ ਤਾਂ ਬੜੀ ਲੰਬੀ ਕਹਾਣੀ ਹੈ। ਸੋ ਆਪਾਂ ਬਿਲਕੁਲ ਡਿਟੇਲ 'ਚ ਨਾ ਜਾਂਦੇ ਹੋਏ ਕਿ ਜਿਹੜੀਆਂ ਸਿਚੁਏਸ਼ਨਸ ਦੇ ਵਿੱਚੋਂ ਪਿਛਲੇ 40 ਸਾਲਾਂ ਦੇ ਵਿੱਚ ਆਪਾਂ ਜੇ 70s 80s ਔਰ 90s ਦੀ ਵੀ ਗੱਲ ਕਰ ਲਈਏ, 2000 ਦੀ ਪ੍ਰੈਜ਼ੈਂਟ ਦੀ ਵੀ ਗੱਲ ਕਰ ਲਈਏ, ਵੀ ਜਿਹੜੀਆਂ ਵੱਖਰੀਆਂ ਸਿਚੁਏਸ਼ਨਸ ਦੇ ਵਿੱਚੋਂ ਅਸੀਂ ਗਏ ਹਾਂ। ਜੂਨ 1984, ਨਵੰਬਰ 1984 ਦਾ ਜੈਨੋਸਾਈਡ, ਸਿੱਖ ਜੈਨੋਸਾਈਡ, ਜਿਹੜੀ ਨਸਲਕੁਸ਼ੀ ਸਿੱਖਾਂ ਦੀ, ਉਸ ਤੋਂ ਬਾਅਦ 20 ਸਾਲ ਸਿੱਖ ਨੌਜਵਾਨੀ ਦਾ, ਸਿੱਖ ਬੁਢਾਪੇ ਦਾ ਜਿਹੜਾ ਘਾਣ ਕੀਤਾ ਗਿਆ ਪੰਜਾਬ ਦੇ ਵਿੱਚ, ਜੇ ਅਸੀਂ ਉਹਦੇ 'ਤੇ ਇੱਕ ਨਜ਼ਰ ਮਾਰਦੇ ਹਾਂ ਅਤੇ ਜਿੱਥੇ ਅਸੀਂ ਅੱਜ ਖੜ੍ਹੇ ਹਾਂ ਔਰ ਜੋ ਪੰਜਾਬ ਦੀ ਸਿਆਸਤ ਦਾ, ਸੋਸ਼ਲ ਔਰ ਜਿਹੜਾ ਇਕਨੋਮਿਕਲ ਬੜਾ ਜ਼ਰੂਰੀ ਹੈ, ਕਿਉਂਕਿ ਹਿਊਮਨ ਰਾਈਟਸ ਦੀ ਜਦੋਂ ਗੱਲ ਕਰਦੇ ਹਾਂ ਇਕਨੋਮਿਕਲ ਫੈਕਟਰ ਬਹੁਤ ਵੱਡਾ ਫੈਕਟਰ ਮੰਨਿਆ ਜਾਂਦਾ ਹੈ, ਪਰ ਆਮ ਲੋਕ ਇਹਦੇ ਬਾਰੇ ਗੱਲ ਨਹੀਂ ਕਰਦੇ। ਸੋ ਕਿਸੇ ਕੌਮ ਨੂੰ ਖ਼ਤਮ ਕਰਨਾ ਬੜੇ ਸਿਸਟਮੈਟਿਕ ਬਹੁਤ ਤਰੀਕੇ ਦੇ ਨਾਲ, ਉਸ ਦਾ ਕਲਚਰ ਖੋਹ ਲੈਣਾ, ਉਸ ਦੀ ਆਇਡੈਂਟੀਟੀ ਖੋਹਣੀ, ਪਰ ਉਹਦਾ ਇਕਨੋਮਿਕਲੀ ਉਹਨੂੰ ਫਿਰ ਡਿਸਟਰੋਏ ਕਰਨਾ, ਇਹ ਵੀ ਇੰਡੀਵਿਜੂਅਲ ਔਰ ਕਮਿਊਨਿਟੀਜ਼ ਦੀ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਹੈ। ਸੋ ਕਈ ਵਾਰ ਆਪਾਂ ਨੂੰ ਕੀ ਲੱਗਦਾ ਹੈ ਕਿ ਸ਼ਾਇਦ ਸਾਰਾ ਕੁਝ ਖਰਾਬ ਹੈ, ਕਿ ਕੁਝ ਠੀਕ ਨਹੀਂ ਹੋ ਰਿਹਾ, ਪਰ ਹਮੇਸ਼ਾ ਮੈਂ ਇਹੀ ਗੱਲ ਕਰਦਾ ਹਾਂ ਕਿ ਸਿੱਖੀਜ਼ਮ ਦੇ ਵਿੱਚ ਰੈਜ਼ੀਲੀਅੰਸ ਹੈ। ਸਿੱਖ ਜਦੋਂ ਇੱਕ ਸਿੱਖ ਨੂੰ ਜਾਂ ਸਿੱਖ ਐਜ਼ ਅ ਕਮਿਊਨਿਟੀ ਨੂੰ ਜਦੋਂ ਸੱਟ ਵੱਜਦੀ ਹੈ ਤਾਂ ਉਹ ਵਾਪਸ ਦੁਬਾਰਾ ਇੱਕਦਮ ਖੜ੍ਹਾ ਹੋ ਜਾਂਦਾ ਹੈ, ਉਹ ਬਹੁਤੀ ਦੇਰ ਢਹਿੰਦੀ ਕਲਾ 'ਚ ਨਹੀਂ ਜਾਂਦਾ, ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ। ਸੋ ਮੈਂ ਸਮਝਦਾ ਹਾਂ ਕਿ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਵਰਗੇ ਛੋਟੇ ਛੋਟੇ ਸਿੱਖ ਦਸਤੇ, ਜੇ ਅਸੀਂ ਕਹਿ ਲਈਏ, ਦੁਨੀਆ ਭਰ ਦੇ ਵਿੱਚ ਵਿਚਰ ਰਹੇ ਨੇ, ਆਪਣੇ ਆਪਣੇ ਲੈਵਲ 'ਤੇ ਉਹ ਕੰਮ ਕਰ ਰਹੇ ਨੇ, ਔਰ ਮੈਂ ਸਮਝਦਾ ਕਿ ਉਹ ਸਾਡਾ ਇੱਕ ਬਹੁਤ ਹੀ ਪੋਜ਼ੀਟਿਵ ਇਫੈਕਟ ਹੈ। ਅੰਗਰੇਜ਼ੀ 'ਚ ਕਿਹਾ ਜਾਂਦਾ ਕਿ ਡੋਂਟ ਪੁੱਟ ਆਲ ਯੋਰ ਐਗਸ ਇਨ ਦ ਸੇਮ ਬਾਸਕਟ, ਕਿ ਆਪਣਾ ਸਾਰਾ ਕੁਛ ਇੱਕੋ ਜਗ੍ਹਾ 'ਤੇ ਹੀ ਨਾ ਰੱਖ ਦਿਓ ਕਿ ਜੇ ਅੱਗ ਲੱਗੇ ਤਾਂ ਸਭ ਕੁਝ ਖਤਮ ਹੋ ਜਾਵੇ। ਔਰ ਮੈਂ ਇਸ ਚੀਜ਼ ਦਾ ਬਹੁਤ ਵੱਡਾ ਸਪੋਰਟਰ ਹਾਂ ਕਿ ਦਸਤੇ ਵੱਖਰੇ ਵੱਖਰੇ ਹੋਣੇ ਚਾਹੀਦੇ ਨੇ, ਕਿੰਨੇ ਹੋਣੇ ਚਾਹੀਦੇ ਨੇ, ਸਟ੍ਰੈਟਜੀਜ਼, ਟੈਕਟਿਕਸ ਵੱਖਰੇ ਵੱਖਰੇ ਹੋਣੇ ਚਾਹੀਦੇ ਨੇ, ਤਾਂ ਕਿ ਤੁਸੀਂ ਆਪਣੇ ਟੀਚੇ ਤੱਕ ਵੱਖਰੇ ਵੱਖਰੇ ਰਾਹਾਂ ਤੋਂ ਤੁਸੀਂ ਪਹੁੰਚ ਸਕੋ। ਅਤੇ ਜਦੋਂ ਮੈਂ ਐਗਜ਼ਾਮਪਲ ਦੇਣਾ ਚਾਹਾਂਗਾ ਕਿ ਫੌਜ ਦੇ ਵਿੱਚ ਜਿਹੜੀ ਇਨਫੈਂਟਰੀ ਹੈ ਨਾ, ਉਹਨੂੰ ਫਲੈਂਕਿੰਗ ਕਰਦੇ ਨੇ। ਫਲੈਂਕਿੰਗ ਦਾ ਮਤਲਬ ਕਿ ਉਹ ਆਪਣੇ ਟੈਕਟੀਕਲ ਯੂਨਿਟਸ ਵੱਖਰੇ ਵੱਖਰੇ ਬਣਾ ਕੇ ਅਟੈਕ ਕਰਦੇ ਨੇ। ਅਤੇ ਉਹਦੇ ਵਿੱਚ ਇੱਕ ਅਟੈਕ ਹੁੰਦਾ ਪਿੰਸਰ ਮਨੂਵਰ ਕਹਿੰਦੇ ਨੇ ਉਹਨੂੰ। ਪਿੰਸਰ ਮਨੂਵਰ ਦੇ ਵਿੱਚ ਫੌਜ ਸਿੱਧਾ ਨਹੀਂ ਅਟੈਕ ਕਰਦੀ, ਉਹ ਸਾਈਡ ਤੋਂ ਜਾ ਕੇ 2 ਬੰਨਿਆਂ ਤੋਂ ਅਟੈਕ ਕਰਕੇ 3 ਸਾਈਡ ਤੋਂ ਤੁਹਾਨੂੰ ਘੇਰ ਲੈਂਦੀ ਹੈ। ਅਤੇ ਜਦੋਂ ਪਿੰਸਰ ਮਨੂਵਰ ਪ੍ਰੋਪਰਲੀ ਕੀਤਾ ਜਾਂਦਾ ਅਤੇ ਵੱਡੀਆਂ ਵੱਡੀਆਂ ਫੌਜਾਂ ਜਿਹੜੀਆਂ ਨੇ ਉਹ ਹੱਥ ਖੜ੍ਹੇ ਕਰ ਜਾਂਦੀਆਂ ਨੇ, ਉਹ ਸਰੈਂਡਰ ਕਰ ਜਾਂਦੀਆਂ ਨੇ। ਪਰ ਸਿੱਖ ਕੌਮ ਦੇ ਉੱਤੇ 4 ਬੰਨਿਓਂ ਅਟੈਕ ਹੋ ਰਿਹਾ ਹੈ, ਅਤੇ ਸਿੱਖ ਕੌਮ ਅੱਜ ਵੀ, ਸਿੱਖ ਜਿਹੜੇ ਨੇ ਅੱਜ ਵੀ ਯੁੱਧ ਲੜ ਰਹੇ ਨੇ, ਉਹਨਾਂ ਨੇ ਹਥਿਆਰ ਨਹੀਂ ਸਿੱਟੇ, ਸਰੈਂਡਰ ਨਹੀਂ ਕੀਤਾ। ਸੋ ਇਹ ਸਪਿਰਿਟ ਸਿੱਖੀਜ਼ਮ ਦੀ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ ਕਿ ਅਸੀਂ ਸਰੈਂਡਰ ਨਹੀਂ ਕਰਦੇ, ਅਸੀਂ ਅਖੀਰ ਤੱਕ ਲੜਦੇ ਹਾਂ। ਔਰ ਮੈਂ ਸਿਰਫ ਇਹੀ ਕਹਿਣਾ ਚਾਹਾਂਗਾ ਕਿ ਲੜਾਈ ਦੇ ਵਿੱਚ ਸਟ੍ਰੈਟਜੀ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ, ਔਰ ਕਈ ਵਾਰ ਅਸੀਂ ਉਹਦੇ ਵਿੱਚ ਜ਼ਰੂਰ ਥੋੜ੍ਹਾ ਜਿਹਾ ਪਿੱਛੇ ਰਹਿ ਜਾਂਦੇ ਹਾਂ। ਉਹ ਸਾਡੀ ਇੰਪਰੂਵਮੈਂਟ ਦੀ ਜਿਹੜੀ ਜ਼ਰੂਰਤ ਹੈ ਉਹ ਬਹੁਤ ਜ਼ਰੂਰੀ ਹੈ। ਸੋ ਗੱਲ ਵਾਪਸ ਇੰਟਰਨੈਸ਼ਨਲ ਹਿਊਮਨ ਰਾਈਟਸ ਦੀ ਔਰ ਅੱਜ ਦੀ ਆਵਾਜ਼ ਦੀ, ਕਿ ਜਿਹੜਾ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਇੱਕ ਉਹ ਦਸਤਾ ਹੈ ਜਿਹਨੂੰ ਆਪਾਂ ਲੀਨ ਐਂਡ ਮੀਨ ਅੰਗਰੇਜ਼ੀ ਦੇ ਵਿੱਚ ਕਿਹਾ ਜਾਂਦਾ ਹੈ, ਕਿ ਇੱਕ ਜਿਹੜੀ ਚੀਜ਼ ਛੋਟੀ ਹੋਵੇ ਨਾ, ਸਿੰਗਲ ਹੋਵੇ, ਉਹ ਤੇਜ਼ ਬਹੁਤ ਜਾਂਦੀ ਹੈ ਕਿਉਂਕਿ ਉਹਦਾ ਭਾਰ ਨਹੀਂ ਹੁੰਦਾ, ਅਤੇ ਜਿੰਨੀ ਚੀਜ਼ ਤੁਸੀਂ ਵੱਡੀ ਕਰ ਲੈਂਦੇ ਹੋ ਤਾਂ ਉਨਾ ਭਾਰ ਵੱਧ ਜਾਂਦਾ ਹੈ, ਉਨੀ ਉਹ ਸਲੋ ਹੋ ਜਾਂਦੀ ਹੈ। ਸੋ ਜਿਹੜੀਆਂ ਫੌਜਾਂ ਨੇ ਜਦੋਂ ਲੜਾਈ ਲਈ ਜਾਂਦੀਆਂ ਨੇ ਤਾਂ ਉਹਨਾਂ 'ਤੇ ਜਿਹੜੇ ਇਹ ਸਟਰਾਈਕ ਟੀਮਾਂ ਹੁੰਦੀਆਂ ਨੇ, ਜਿਹੜੀਆਂ ਲੜਾਈ ਦੇ ਵਿੱਚ ਸਭ ਤੋਂ ਪਹਿਲਾਂ ਅੱਗੇ ਜਾਂਦੀਆਂ ਨੇ, ਬਹੁਤ ਛੋਟੀਆਂ ਛੋਟੀਆਂ ਹੁੰਦੀਆਂ ਨੇ, 4-4 5-5 ਬੰਦਿਆਂ ਦੀਆਂ, ਜਿਹੜੇ ਦੁਸ਼ਮਣ ਦੇ ਇਲਾਕਿਆਂ 'ਚ ਜਾ ਕੇ ਅਤੇ ਉੱਥੇ
ਇੱਕਦਮ ਹਾਹਾਕਾਰ ਮਚਾ ਦਿੰਦੀਆਂ। ਅਤੇ ਮੈਂ ਸਮਝਦਾ ਕਿ ਜਿਹੜਾ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਹੈ ਉਹ ਵਨ ਆਫ ਦਾ ਜਿਹੜੀ ਸਟਰਾਈਕ ਫੋਰਸ ਹੈ ਸਾਡੀ, ਔਰ ਉਮੀਦ ਕਰਦੇ ਹਾਂ ਕਿ ਇਹ ਇਸੇ ਤਰ੍ਹਾਂ ਕਈ ਹੋਰ ਸਾਲ ਇਸੇ ਤਰ੍ਹਾਂ ਆਪਣੀ ਜਿਹੜੀ ਸੇਵਾ ਪੰਥ ਨੂੰ ਦਿੰਦੇ ਰਹਿਣਗੇ। ਔਰ ਮੈਂ ਅਖੀਰ ਦੇ ਵਿੱਚ ਸੁਖਦੇਵ ਸਿੰਘ ਹੁਣਾਂ ਦਾ, ਉਹਨਾਂ ਦੇ ਪਰਿਵਾਰ ਦਾ, ਤੁਹਾਡੇ ਸਾਰਿਆਂ ਦਾ ਫਿਰ ਇੱਕ ਵਾਰ ਧੰਨਵਾਦ ਕਰਦਾ ਕਿ ਤੁਸੀਂ ਅੱਜ ਇਸ ਖਾਸ ਪ੍ਰੋਗਰਾਮ 'ਤੇ ਸਮਾਂ ਕੱਢ ਕੇ ਤੁਸੀਂ ਇੱਥੇ ਪਹੁੰਚੇ ਹੋ। ਤੁਹਾਡਾ ਸਾਰਿਆਂ ਦਾ ਧੰਨਵਾਦ, ਔਰ ਮੈਂ ਇੱਕ ਵਾਰ ਫਿਰ ਵਧਾਈ ਦਿੰਦਾ। ਔਰ ਆਪਾਂ ਜਿੰਨੇ ਵੀ ਹਾਂ, ਇਹ ਵਧੀਆ ਚੀਜ਼ ਹੈ, ਆਪਾਂ ਚੜ੍ਹਦੀ ਕਲਾ 'ਚ ਰਹਿਣਾ, ਔਰ ਆਪਣੇ ਜਿਹੜੇ ਸਾਡੇ ਗੋਲਸ ਨੇ ਉਹਨਾਂ ਦੇ ਉੱਤੇ ਇੰਡੀਵਿਜੂਅਲੀ ਐਜ਼ ਅ ਕਮਿਊਨਿਟੀ ਕੰਮ ਕਰਦੇ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਮਲ ਸਾਹਿਬ ਬਹੁਤ ਬਹੁਤ ਧੰਨਵਾਦ। ਨੈਕਸਟ ਮੈਂ ਚਾਹੂੰਗਾ ਕਿ ਪ੍ਰਿਤਪਾਲ ਸਿੰਘ ਚੱਠਾ ਜੋ ਕਿ ਗੁਰੂ ਨਾਨਕ ਮਿਸ਼ਨ ਅਤੇ ਮੋਟਰਸਾਈਕਲ ਕਲੱਬ ਆਫ ਕੈਨੇਡਾ ਦੇ ਨੁਮਾਇੰਦੇ ਨੇ, ਅੱਜ ਉਹ ਸਾਡੇ ਨਾਲ 2 ਮਿੰਟ ਆਪਦੀ ਜਿਹੜਾ ਮੈਸੇਜ ਆ ਉਹ ਸਾਂਝਾ ਕਰਨ। ਚੱਠਾ ਸਾਹਿਬ। ਸਾਰਿਆਂ ਨੂੰ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਥੋੜ੍ਹਾ ਜਿਹਾ ਮੈਨੂੰ ਆਫ ਗਾਰਡ ਫੜ ਲਿਆ ਵੀ ਭਰਾ ਮਾਣ ਬਖਸ਼ਦੇ ਵੀ 2 ਸ਼ਬਦ ਸੱਜੇ ਨੂੰ ਕਿਹਾ, ਪਰ ਮੈਂ ਇੰਨਾ ਕਹਿਣਾ ਚਾਹੁੰਦਾ ਵੀ ਘੁੰਮਣ ਸਾਹਿਬ ਟੂ ਐਡ ਔਨ ਟੂ ਯੋਰ ਜਿਹੜੇ ਆਪਾਂ ਸੁਖਦੇਵ ਸਿੰਘ ਨੂੰ ਜੇ ਸਮ ਅਪ ਕਰਨਾ ਇੰਗਲਿਸ਼ ਦੇ ਵਿੱਚ ਤਾਂ ਯੂ ਹੈਵ ਦਿਸ ਫਰੇਜ਼ ਕਾਲਡ ਲੀਨ ਮੀਨ ਫਾਈਟਿੰਗ ਮਸ਼ੀਨ। ਇਹ ਸਾਡੇ ਸੁਖਦੇਵ ਭਾਈ ਆ, ਪਰ ਇਹਨਾਂ ਦੇ ਮੈਂ ਇੰਨਾ ਕੁ ਕਹਿਣਾ ਚਾਹੁੰਦਾ, ਅੱਜ ਦੀ ਆਵਾਜ਼ ਇੱਕ ਜੋ ਅਣਖੀਲਾ ਪ੍ਰੋਗਰਾਮ ਆਪਣਾ ਰੇਡੀਓ ਪ੍ਰੋਗਰਾਮ ਤੋਂ ਸ਼ੁਰੂ ਹੋ ਕੇ ਅੱਜ ਦੀ ਆਵਾਜ਼ ਦਾ ਇੱਕ ਬੜਾ ਲੰਮਾ ਸਫ਼ਰ ਆ। ਅਤੇ ਇਹੀ ਮੈਂ ਦੇਖੇ ਸੀ 2 ਪ੍ਰੋਗਰਾਮ, ਇੱਕ ਆਪਣੇ ਵਿੱਚ ਅੱਜ ਸੁਖਮਿੰਦਰ ਸਿੰਘ ਹੰਸਰਾ ਹੋਣੀ ਨਹੀਂ ਹੈਗੇ, ਉਹਨਾਂ ਦੀ ਇੱਕ ਗੜਕਵੀਂ ਆਵਾਜ਼, ਅਤੇ ਇੱਕ ਸੁਖਦੇਵ ਸਿੰਘ ਹੋਣਾ ਦੀ ਜੋ ਰੈਜ਼ੀਲੀਅੰਸ ਹੈ ਵੀ ਮਸਤ ਹਾਥੀ ਦੀ ਚਾਲ ਵਾਂਗੂ ਹੌਲੀ ਹੌਲੀ ਤੁਰੇ ਆਉਂਦੇ ਆ, ਅੱਕਦੇ ਨਹੀਂ, ਥੱਕਦੇ ਨਹੀਂ। ਸੋ ਇਹ ਇਹਨਾਂ ਦੇ ਵਿੱਚ ਬਹੁਤ ਵੱਡਾ ਗੁਣ ਆ ਵੀ ਕਦੇ ਇੱਥੇ ਆਪਣੇ ਟੋਰਾਂਟੋ ਦੀ ਧਰਤੀ ਦੇ ਉੱਤੇ ਕੋਈ ਇਸ਼ੂ ਆ ਜੇ, ਇਹ ਸਾਰਿਆਂ ਨਾਲੋਂ ਜ਼ਿਆਦਾ ਫਿਕਰਮੰਦ ਹੁੰਦੇ ਆ ਵੀ ਕੌਮ ਦੇ ਵਿੱਚ ਏਕਤਾ ਬਣੀ ਰਹੇ। ਕਦੇ ਕੋਈ ਮਿਸ਼ਨਰੀ ਵਾਲਾ ਇਸ਼ੂ ਆ ਗਿਆ, ਕਦੇ ਕੁਛ ਆ ਗਿਆ, ਇਹਨਾਂ ਨੂੰ ਹੁੰਦਾ ਵੀ ਆਪਾਂ ਸਾਰੇ ਸਿਰ ਜੋੜ ਕੇ ਬੈਠੀਏ ਅਤੇ ਪੰਥ ਦਾ ਭਲਾ ਹੋ ਸਕੇ। ਸੋ ਇਹਨਾਂ ਦੀ ਇਹ ਤਾਂ ਬਹੁਤ ਵੱਡਾ ਗੁਣ ਹੈ, ਮਤਲਬ ਇਹਨਾਂ ਨੇ ਕਦੇ ਵੀ ਇੱਕ ਧੜਾ ਨਹੀਂ ਚੁਣਿਆ, ਹਮੇਸ਼ਾ ਇਹੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਹੀ ਗੱਲ ਕੀਤੀ ਹੈ। ਅਤੇ ਆਪਣੇ ਵਿੱਚ ਇੱਥੇ ਜਦੋਂ ਦਾ ਮੈਂ ਕੈਨੇਡਾ ਦੀ ਧਰਤੀ 'ਤੇ ਆਇਆ, ਮੈਨੂੰ ਇਹ ਇੱਕੋ ਹੀ ਚੀਜ਼ ਦੇਖੀ ਆ ਵੀ ਇਹ ਜਿਵੇਂ ਟਰਾਊਟ ਮੱਛੀ ਹੁੰਦੀ ਆ ਵੀ ਇੱਕ ਦਰਿਆ ਦੇ ਵਹਿਣ ਤੋਂ ਦੂਏ ਪਾਸੇ ਨੂੰ ਰਿਵਰ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ, ਵੀ ਉੱਧਰੋਂ ਫਲੋ ਇੰਨਾ ਜ਼ਿਆਦਾ ਆ ਵੀ ਆਪਣੇ ਹਰੇਕ ਕੋਈ ਇਸ ਵੇਲੇ ਸੋਸ਼ਲ ਮੀਡੀਆ ਦਾ ਹੋ ਗਿਆ, ਹਰੇਕ ਕੋਈ ਮੀਡੀਆਕਾਰ ਬਣਿਆ ਹੋਇਆ, ਇੰਨੀ ਜ਼ਿਆਦਾ ਮਿਸ ਇਨਫੋਰਮੇਸ਼ਨ ਫੈਲਾਈ ਜਾਂਦੀ ਆ 2 ਮਿੰਟ ਦੇ ਵਿੱਚ ਕਿ ਉਹਨੂੰ ਟੈਕਲ ਕਰਨਾ ਇੱਕ ਬਹੁਤ ਜ਼ਿਆਦਾ ਜਿਗਰੇ ਵਾਲੀ ਗੱਲ ਆ। ਅਤੇ ਇੱਕ ਮੇਰਾ ਖਿਆਲ ਮੈਂ ਬਾਇਸ ਹੋਣ ਤੋਂ ਬਿਨਾਂ ਇਹ ਕਹਿ ਸਕਦਾ ਕਿ ਅੱਜ ਦੀ ਆਵਾਜ਼ ਇੱਕੋ ਹੀ ਇੱਕ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਹੈ ਜਿਹੜਾ ਇੱਥੇ ਟੋਰਾਂਟੋ ਦੀ ਧਰਤੀ 'ਤੇ ਚੱਲਦਾ ਹੈ, ਜੋ ਸਿੱਖ ਕੌਮ ਦੀ ਸੁਹਿਰਦਤਾ ਦੇ ਨਾਲ ਸੇਵਾ ਕਰ ਰਿਹਾ, ਇੱਕ ਆਜ਼ਾਦੀ ਦੀ ਤਾਂਘ ਰੱਖ ਕੇ। ਕਿਉਂਕਿ ਇੱਕ ਮੈਂ ਛੋਟੀ ਜਿਹੀ ਬਾਹਲਾ ਟਾਈਮ ਨਹੀਂ ਲੈਣਾ, ਕਿਉਂਕਿ ਮੈਨੂੰ ਪਤਾ ਬੁਲਾਰੇ ਜ਼ਿਆਦੇ ਆ ਅਤੇ ਜਜ਼ਬਾਤ ਬਾਹਲੇ ਜ਼ਿਆਦਾ ਹੋ ਜਾਂਦੇ ਆ ਜੋ ਖੜ੍ਹ ਜੋ ਸਟੇਜ 'ਤੇ। ਇੱਕ ਨਾ ਖਾੜਕੂ ਸਿੰਘ ਲਹਿਰ ਦੇ ਵੇਲੇ ਦੀ ਮੈਂ ਤੁਹਾਨੂੰ ਨਿੱਕੀ ਜਿਹੀ ਕਹਾਣੀ ਸੁਣਾਉਣ ਲੱਗਾ ਵੀ ਉਹ ਆਰਟੀਕਲ ਲਿਖਿਆ ਸੀ ਸਿੰਘ ਨੇ ਆ ਕੇ ਜੇਲ੍ਹ 'ਚੋਂ, ਉਹ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ ਅਤੇ ਉਹਨੂੰ ਪੈਰੋਲ ਮਿਲੀ, ਉਹ ਘਰੇ ਆਇਆ ਅਤੇ ਉਹਨੇ ਦੇਖਿਆ ਵੀ ਘਰਦਿਆਂ ਨੇ ਇੱਕ ਪਿੰਜਰੇ ਦੇ ਵਿੱਚ ਤੋਤਾ ਰੱਖਿਆ ਹੋਇਆ। ਉਹ ਕਹਿੰਦਾ ਵੀ ਘਰਦਿਆਂ ਨੂੰ ਵੀ ਅਸੀਂ ਤਾਂ ਆਜ਼ਾਦੀ ਦੀ ਲੜਾਈ ਲੜ ਰਹੇ ਹਾਂ, ਤੁਸੀਂ ਇੱਕ ਪਰਿੰਦੇ ਨੂੰ ਕੈਦ ਕਰਕੇ ਰੱਖਿਆ ਹੋਇਆ ਪਿੰਜਰੇ ਦੇ ਵਿੱਚ। ਕਹਿੰਦਾ ਮੈਂ ਪਿੰਜਰੇ ਦਾ ਡੋਰ ਖੋਲ੍ਹਤਾ ਅਤੇ ਕਹਿੰਦਾ ਅਸੀਂ ਉਹਨੂੰ ਉਡਾਈਏ ਅਤੇ ਉਹ ਉੱਡੇ ਨਾ, ਕਹਿੰਦਾ ਇਹ ਡੱਕੇ ਡੁੱਕੇ ਮਾਰ ਕੇ ਉਹ ਤੋਤੇ ਨੂੰ ਉਡਾ ਦਿੱਤਾ। ਅਤੇ ਉਹ ਜਾ ਕੇ ਬਨੇਰੇ ਦੀ ਕੰਧ 'ਤੇ ਬਹਿ ਗਿਆ, ਅਤੇ ਜਦੋਂ ਮਾੜਾ ਜਿਹਾ ਕਿਤੇ ਖੜਕਾ ਜਿਹਾ ਹੋਵੇ ਤਾਂ ਉਹ ਉੱਡ ਕੇ ਆ ਕੇ ਪਿੰਜਰੇ 'ਚ ਵੜ ਜਾ ਕਰੇ। ਉਹ ਇੰਨਾ ਚਿਰ ਪਿੰਜਰੇ ਦੇ ਵਿੱਚ ਰਹਿ ਕੇ ਉਹਨੇ ਚੂਰੀ ਖਾ ਲਈ ਕਿ ਉਹਨੂੰ ਆਜ਼ਾਦੀ ਕੀ ਹੁੰਦੀ ਆ, ਹਵਾਵਾਂ 'ਚ ਉੱਡਣਾ, ਸਾਰਾ ਕੁਝ ਭੁੱਲ ਗਿਆ। ਕਿਉਂਕਿ ਅਸੀਂ ਇਹ ਚੀਜ਼ ਸਮਝਦੇ ਹਾਂ ਵੀ ਜੇ ਦਿੱਲੀ ਏਅਰਪੋਰਟ 'ਤੇ ਸਾਡਾ ਸਮਾਨ ਲੰਘ ਲੈਣ ਦਿੱਤਾ, ਅਸੀਂ ਇਸੇ ਚੀਜ਼ ਨੂੰ ਆਜ਼ਾਦੀ ਸਮਝਦੇ ਵੀ ਸਾਨੂੰ ਬਾਹਲਾ ਕੋਈ ਪੁੱਛਿਆ ਨਹੀਂ। ਪਰ ਜੋ ਬੰਦੀ ਸਿੰਘਾਂ ਦੇ ਇਸ਼ੂ ਆ 26 30 ਸਾਲ ਹੋ ਗਏ ਜੇਲ੍ਹਾਂ 'ਚ ਬੈਠੇ, ਉਹ ਕੌਣ ਕਰੂਗਾ ਉਹਨਾਂ ਦੀ ਗੱਲ। ਕੌਮ ਦੇ ਵਿੱਚ ਜਜ਼ਬਾਤਾਂ ਦੀ ਕਮੀ ਨਹੀਂ, ਲੜਾਈ ਕਰਨ ਦੇ ਵਿੱਚ ਬਹੁਤ ਜ਼ਿਆਦਾ ਜਿਗਰਾ ਹੈਗਾ ਸਿੱਖ ਕੌਮ ਦਾ, ਪਰ ਗੱਲ ਇਹ ਵੀ ਆਪਾਂ ਆਪਣੇ ਯੋਧਿਆਂ ਨੂੰ ਸਾਂਭ ਨਹੀਂ ਸਕੇ। ਅਤੇ ਇਹੋ ਜਿਹੇ ਰੇਡੀਓ ਪ੍ਰੋਗਰਾਮ ਅੱਜ ਦੀ ਆਵਾਜ਼ ਵਰਗੇ ਵੀ ਆਪਾਂ ਨੂੰ ਵੱਧ ਚੜ੍ਹ ਕੇ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਆ, ਕਿਉਂਕਿ ਇਕੱਲਾ ਸੁਖਦੇਵ ਸਿੰਘ ਦਾ ਪ੍ਰੋਗਰਾਮ ਨਹੀਂ, ਆਪਾਂ ਜਿੰਨੇ ਇੱਥੇ ਪੰਥ ਦਰਦੀ ਬੈਠੇ ਆ ਇਹ ਆਪਣਾ ਸਾਰਿਆਂ ਦਾ ਸਾਂਝਾ ਕੰਮ ਆ। ਸੋ ਮੈਂ ਇੰਨੀ ਕੁ ਬੇਨਤੀ ਕਰੂੰਗਾ ਵੀ ਆਪਾਂ ਵੱਧ ਚੜ੍ਹ ਕੇ ਇਹਨਾਂ ਦੀ ਫਾਈਨੈਂਸ਼ੀਅਲ ਸਪੋਰਟ ਵੀ ਕਰੀਏ। ਬਾਕੀ ਤੁਹਾਡੇ ਆਉਣਾ ਵੀ ਇੱਕ ਬਹੁਤ ਵੱਡਾ ਹੱਲਾਸ਼ੇਰੀ ਵਾਲਾ ਕੰਮ ਹੁੰਦਾ, ਇੱਕ ਹੌਸਲਾ ਮਿਲਦਾ ਰੇਡੀਓ ਹੋਸਟ ਨੂੰ ਵੀ। ਸੋ ਪਲੀਜ਼ ਆਪਾਂ ਮੀਡੀਆ ਨੂੰ ਕਿੱਦਾਂ ਜਿਹੜਾ ਅੱਜ ਕੱਲ੍ਹ ਇੰਨੀ ਮਿਸ ਇਨਫੋਰਮੇਸ਼ਨ ਉਹਨੂੰ ਇੱਕੋ ਤਰ੍ਹਾਂ ਕਾਊਂਟਰ ਕਰ ਸਕਦੇ ਕਿ ਆਪਣਾ ਆਪ ਦਾ ਸਟਰੋਂਗ ਮੀਡੀਆ ਹੋਵੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਅੱਜ ਦੀ ਆਵਾਜ਼
ਦੀ ਅਸੀਂ ਹਮੇਸ਼ਾ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਹਾਂ। ਤੇ ਇੱਕੋ ਇੱਕ ਨਿਸ਼ਾਨਾ ਰੱਖੋ, ਕੌਮ ਦਾ ਖਾਲਿਸਤਾਨ ਜ਼ਿੰਦਾਬਾਦ, ਇਹੀ ਆਪਣਾ ਮੇਨ ਟੀਚਾ ਹੋਣਾ ਚਾਹੀਦਾ ਹੈ। ਤੇ ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਦਾ ਜਾ ਸਕਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਅਗਲਾ ਬੁਲਾਰਾ ਸਾਡਾ ਅੰਟੇਰੀਓ ਖਾਲਸਾ ਦਰਬਾਰ ਦੇ ਮੁੱਖ ਸੇਵਾਦਾਰ ਹਰਪਾਲ ਸਿੰਘ, 2 ਮਿੰਟ ਦੇ ਪਲੀਜ਼। ਅਸੀਂ ਸਾਰੇ ਹੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮਾਈਕ ਸਪੋਰਟ ਕੀਤੀ, ਸਪਾਂਸਰਸ਼ਿਪ ਦਿੱਤੀ, ਐਡਾਂ ਦਿੰਦੇ ਨੇ ਅੱਜ ਦੀ ਆਵਾਜ਼ ਲਈ। ਸੋ ਸਾਰਿਆਂ ਦਾ ਧੰਨਵਾਦ। ਤੁਹਾਡੀ ਮਦਦ, ਯੂਰ ਸਪੋਰਟ ਇਜ਼ ਵੈਰੀ ਇੰਪੋਰਟੈਂਟ। ਹਰਪਾਲ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਆਪਾਂ ਅੱਜ ਦੀ ਆਵਾਜ਼ ਪ੍ਰੋਗਰਾਮ 26 ਸਾਲ ਪੂਰੇ ਕਰ ਲਏ ਇਹਨਾਂ ਨੂੰ ਇੱਕ ਤਾਂ ਇਹ ਵਧਾਈ ਕਿ 26 ਸਾਲ ਪੂਰੇ ਕੀਤੇ। ਦੂਜਾ 26 ਸਾਲ ਪੂਰੇ ਕਰਨੇ ਕਿਤੇ ਆਮ ਨਹੀਂ ਹੈਗਾ। ਇੱਕ ਨਿਰੋਲ ਪੰਥਕ ਕਦੇ ਲੱਚਰ ਗੀਤ ਨਹੀਂ ਲੱਗੇ, ਕੋਈ ਬੋਲੀਆਂ ਨਹੀਂ ਪਈਆਂ, ਬਿਨਾਂ ਗੀਤਾਂ ਤੋਂ ਇਹਨਾਂ ਨੇ 26 ਸਾਲ ਪੂਰੇ ਕੀਤੇ। ਇਹ ਟੀਮ ਅੱਜ ਦੀ ਆਵਾਜ਼ ਸੁਖਦੇਵ ਸਿੰਘ ਜੀ ਬਹੁਤ ਬਹੁਤ ਵਧਾਈ ਦੇ ਪਾਤਰ ਆ। ਅਸੀਂ ਇਹਨਾਂ ਦੇ ਇੱਕ ਜੈਕਾਰਾ ਜ਼ਰੂਰ ਬੁਲਾਵਾਂਗੇ, ਬੋਲੇ ਸੋ ਨਿਹਾਲ। ਇੱਥੇ ਆਪਾਂ ਨੂੰ ਤਾਂ 26 ਦਿਨ ਨਹੀਂ ਜੀਣ ਦਿੰਦੇ, ਇਹਨਾਂ ਨੇ 26 ਸਾਲ ਕਿਸ ਤਰ੍ਹਾਂ ਕੱਢੇ ਆ ਬਿਨਾਂ ਗਾਣਿਆਂ ਤੋਂ। ਸਿਰਫ ਤੇ ਸਿਰਫ ਸਿੱਖ ਕੌਮ ਪੰਥ ਦੀ ਗੱਲ ਕੀਤੀ ਆ ਹਮੇਸ਼ਾ ਹੀ। ਮੈਨੂੰ ਉਹ ਦਿਨ ਵੀ ਯਾਦ ਆ, ਇੱਕ ਦਿਨ ਇਹ ਮੇਰੇ ਕੋਲ ਆਏ ਸੀਗੇ ਵਰਕਸ਼ਾਪ ਦੇ ਵਿੱਚ, ਤੇ ਮੈਨੂੰ ਕਹਿੰਦੇ ਵੀ ਹਰਪਾਲ ਸਿੰਘ ਜੀ ਇਸ ਵੇਲੇ ਤਾਂ ਉਹ ਕੰਮ ਹੋ ਗਿਆ ਕਿ ਜਿਹੜਾ ਸਿੱਖ ਕੌਮ ਦੀ ਗੱਲ ਕਰਦਾ ਉਹਦੇ ਫੋਨ ਜਾਂਦਾ ਵੀ ਇਹਨੂੰ ਤੁਸੀਂ ਡੋਨੇਸ਼ਨ ਨਾ ਦਿਓ। ਮੇਰੇ ਬ੍ਰਦਰ ਅੱਜ ਆਏ ਨਹੀਂ ਹੈਗੇ, ਉਹਨਾਂ ਨੇ ਮੈਨੂੰ ਇੱਕੋ ਹੀ ਗੱਲ ਕਹੀ, ਚਾਹੇ ਹੋਰ ਕਿਸੇ ਨੂੰ ਦਈਏ ਜਾਂ ਨਾ ਦਈਏ, ਅਸੀਂ ਇਹਨਾਂ ਦੀ ਜਿੰਨੀ ਦੇਰ ਬਿਜ਼ਨਸ ਰਿਹਾ ਅਸੀਂ ਇਹਨਾਂ ਦੀ ਪੂਰੀ ਸਪੋਰਟ ਕੀਤੀ ਆ। ਤੇ ਅਸੀਂ ਅਸੀਂ ਹਮੇਸ਼ਾ ਇਹੀ ਸੰਗਤ ਨੂੰ ਵੀ ਕਹਾਂਗੇ ਕਿ ਜੋ ਵੀ ਪ੍ਰੋਗਰਾਮ ਪੰਥਕ ਚੱਲਦੇ ਆ ਅਸੀਂ ਉਹਨਾਂ ਦੀ ਵੱਧ ਤੋਂ ਵੱਧ ਸਪੋਰਟ ਕਰੀਏ। ਪਰਸਨਲੀ ਕਰ ਸਕਦੇ ਹਾਂ, ਜੇ ਸਾਡੇ ਬਿਜ਼ਨਸ ਨਹੀਂ ਅਸੀਂ ਪਰਸਨਲੀ ਵੀ ਕਰ ਸਕਦੇ ਹਾਂ, ਕਿਉਂਕਿ ਇਹੋ ਜਿਹੇ ਪ੍ਰੋਗਰਾਮਾਂ ਦੀ ਸਾਨੂੰ ਲੋੜ ਆ। ਕਿਉਂਕਿ 26 ਸਾਲ ਬਿਨਾਂ ਲੱਚਰ ਪ੍ਰੋਗਰਾਮ ਨੂੰ ਚਲਾਉਣਾ ਬਹੁਤ, ਇਹਨਾਂ ਨੂੰ ਪਤਾ ਕਿ ਇਹਨਾਂ ਨੇ ਕਿੱਦਾਂ ਚਲਾਇਆ। ਤੇ ਇਸ ਕਰਕੇ ਇਹ ਵਧਾਈ ਦੇ ਪਾਤਰ ਆ। ਜਿੰਨੀਆਂ ਸੰਗਤਾਂ ਇੱਥੇ ਪਹੁੰਚੀਆਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਇਸ ਪ੍ਰੋਗਰਾਮ 'ਤੇ ਆਉਣ ਦੀਆਂ। ਕਿ ਆਪਾਂ ਇੰਨਾ ਕੁ ਤਾਂ ਦੱਸ ਸਕਦੇ ਕਿ ਆਪਾਂ ਇੱਕ ਜਿਹੜਾ ਪੰਥਕ ਪ੍ਰੋਗਰਾਮ ਚੱਲ ਰਿਹਾ ਕਿ ਅਸੀਂ ਉਹਦੇ ਨਾਲ ਖੜੇ ਹਾਂ ਔਰ ਹਮੇਸ਼ਾ ਖੜੇ ਰਹਾਂਗੇ। ਇਸ ਦੇ ਨਾਲ ਜੋ ਓਂਟਾਰੀਓ ਖਾਲਸਾ ਦਰਬਾਰ ਦੀ ਜਿੰਨੀ ਵੀ ਕਮੇਟੀ ਸਾਡੇ ਕੋਲ ਅਵੇਲੇਬਲ ਸੀਗੇ ਅੱਜ ਸਾਰੇ ਆਏ ਆ। ਤੇ ਅਸੀਂ ਇਹਨਾਂ ਨੂੰ ਵਾਅਦਾ ਕੀਤਾ ਸੀ ਵੱਧ ਆਵਾਂਗੇ, ਤਾਂ ਕਿਉਂਕਿ ਸਾਰੇ ਨੇ ਕੰਮਾਂ ਕਾਰਾਂ ਦੇ ਜਾਣ ਕਰਕੇ ਥੋੜ੍ਹੇ ਆਏ ਆ। ਤੇ ਅਸੀਂ ਫਿਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਅਸੀਂ ਮਹਾਰਾਜ ਅੱਗੇ ਇਹੀ ਅਰਦਾਸ ਕਰਾਂਗੇ ਕਿ ਹਮੇਸ਼ਾ ਜਿੱਥੇ ਇਹਨਾਂ ਨੇ 26 ਕੀਤੇ ਆ ਇਸੇ ਤਰ੍ਹਾਂ ਇਹ ਸਾਲਾਂ ਦੇ ਸਾਲ 100 ਸਾਲ ਪੂਰੇ ਕਰਨ। ਤੇ ਇਸ ਨਾਲ ਹੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਅੰਟੇਰੀਓ ਖਾਲਸਾ ਦਰਬਾਰ ਦੀ ਸਾਰੀ ਕਮੇਟੀ ਦਾ, ਜਿਹੜੇ ਅੱਜ ਇੱਥੇ ਸਮਾਂ ਕੱਢ ਕੇ ਪਹੁੰਚੇ ਨੇ। ਮੇਰਾ ਰਿਸ਼ਤਾ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਨਾਲ ਪਹਿਲੇ ਦਿਨ ਤੋਂ ਰਿਹਾ। ਪਰਿਵਾਰਿਕ ਨਾਤੇ ਹੋਣ ਕਰਕੇ ਅਤੇ ਖਾਸ ਕਰਕੇ ਪੰਥਕ ਪਰਿਵਾਰ ਦਾ ਮੈਂਬਰ ਹੋਣ ਕਰਕੇ ਮੇਰੀ 41 ਸਾਲ ਦੀ ਉਮਰ ਹੋ ਗਈ। 26 ਸਾਲ ਤਾਂ ਇਹਨਾਂ ਨੇ ਪੂਰੇ ਕਰ ਲਓ। ਸੋ ਦੇਖ ਲਓ ਵੀ ਮੇਰੀ ਉਮਰ ਕੀ ਸੀ ਜਦੋਂ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਸ਼ੁਰੂ ਹੋਇਆ। ਅਣਖੀਲਾ ਪੰਜਾਬ ਰੇਡੀਓ ਪ੍ਰੋਗਰਾਮ ਦੇ ਨਾਲ ਨਾਲ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਅਸੀਂ ਆਪਦੇ ਜ਼ਿਹਨ ਦੇ ਵਿੱਚ ਵਸਾਏ ਹੋਏ ਸੀ ਅਤੇ ਖਾਸ ਕਰਕੇ ਆਪਦੀ ਜ਼ਿੰਮੇਵਾਰੀ ਸਮਝ ਕੇ ਮੇਰਾ ਛੋਟਾ ਬ੍ਰਦਰ ਵੀ ਆਇਆ ਜੱਸੀ ਹੰਸਰਾ। ਇਹ ਤਾਂ 26 ਸਾਲ ਪਹਿਲਾਂ ਬਹੁਤ ਜ਼ਿਆਦਾ ਛੋਟਾ ਸੀਗਾ, 11 ਸਾਲ ਦਾ, ਜਦੋਂ 11-12 ਸਾਲ ਦਾ ਜਦੋਂ ਅੱਜ ਦੀ ਆਵਾਜ਼ ਸ਼ੁਰੂ ਹੋਈ ਆ। ਕਹਿ ਲਓ ਵੀ ਸਾਡੇ ਪਰਿਵਾਰ ਦੇ ਜਿਹੜੇ ਸਾਰੇ ਹੀ ਬੱਚੇ ਆ ਉਹਨਾਂ ਨੇ ਆਪਦੀ ਨੌਜਵਾਨੀ, ਆਪਦਾ ਬਚਪਨ ਅਣਖੀਲਾ ਪੰਜਾਬ ਰੇਡੀਓ ਪ੍ਰੋਗਰਾਮ ਜਾਂ ਫਿਰ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਦੇ ਨਾਲ ਨਾਲ ਹੀ ਬਤਾਇਆ। ਅਤੇ ਮੈਨੂੰ ਹੁਣ ਕਈ ਵਾਰੀ ਆਏ ਲੱਗਦਾ ਹੁੰਦਾ ਜਦੋਂ ਮੈਨੂੰ ਫੋਨ ਆਉਂਦਾ ਵੀ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ 'ਤੇ ਇੰਨੇ ਵਜੇ ਤੈਨੂੰ ਫੋਨ ਕਰਨਾ, ਇਹਨੂੰ ਗੱਲ ਕਰਨ ਦੇ ਲਈ।
ਘਰ ਦੇ ਵਿੱਚ ਜਦੋਂ ਅੱਜ ਦੀ ਆਵਾਜ਼ ਜਿਹੜੀ ਪ੍ਰੋਗਰਾਮ ਸ਼ੁਰੂ ਹੁੰਦਾ ਸੀ ਉਹ ਸਾਰਿਆਂ ਨੂੰ ਪਤਾ ਸੀ ਵੀ 1 ਘੰਟੇ ਲਈ ਹੁਣ ਸਾਰੇ ਚੁੱਪ ਹੋ ਜਾਓ, ਬਿਕਾਜ਼ ਡੈਡ ਨੇ ਆਪਦੀ ਕੰਟਰੀਬਿਊਸ਼ਨ ਵੀਡੀਓ ਦੇ ਉੱਤੇ 10 15 20 ਮਿੰਟ ਕਰਨੀ ਹੁੰਦੀ ਆ। ਤੇ ਹੁਣ ਜਦੋਂ ਉਹ ਰੋਲ ਮੈਨੂੰ ਮਿਲਦਾ ਵਾ, ਸੋ ਇਟਸ ਨਾਟ ਓਨਲੀ ਇਮੋਸ਼ਨਲ ਬਟ ਆਲਸੋ ਵੈਰੀ ਇੰਪੋਰਟੈਂਟ, ਬਿਕਾਜ਼ ਅਸੀਂ ਆਪਦੀ ਜ਼ਿੰਮੇਵਾਰੀ ਸਮਝ ਕੇ ਜੋ ਮੈਸੇਜ ਦੇ ਸਕਦੇ ਹਾਂ ਅਸੀਂ ਦੇਈਦਾ। ਕਈ ਵਾਰੀ ਕਈ ਲੋਕਾਂ ਦਾ ਫੋਨ ਆਉਂਦਾ ਵੀ ਤੁਸੀਂ ਥੋੜ੍ਹਾ ਜਿਹਾ ਕੈੜਾ ਬੋਲ ਜਾਂਦੇ ਹੋ। ਰਾਤੀ ਵੀ ਮੈਂ ਬੋਲਿਆ ਸੀਗਾ, ਮੈਨੂੰ ਇੱਕ ਬੰਦੇ ਦਾ ਫੋਨ ਆਇਆ, ਕਹਿੰਦੇ ਵੀ ਤੁਸੀਂ ਥੋੜ੍ਹਾ ਜਿਹਾ ਕੈੜਾ ਬੋਲ ਜਾਂਦੇ। ਮੈਂ ਉੱਥੇ ਬੋਲਿਆ ਸੀਗਾ, ਮੈਂ ਕਿਹਾ ਬਾਕੀ ਮੀਡੀਆ ਅਤੇ ਕਮਿਊਨਿਟੀ ਦੇ ਜਿਹੜੇ ਪਤਵੰਤੇ ਸੱਜਣ ਆ, ਮੈਂ ਕਿਹਾ ਵੀ ਉਹਨਾਂ ਨੇ ਤੁਹਾਨੂੰ 1-2 ਵਾਰੀ 2 ਸਮੋਸਿਆਂ ਪਿੱਛੇ ਨਾ ਭੱਜਿਆ ਕਰੋ, ਹਮੇਸ਼ਾ ਪੰਥ ਦੀ ਗੱਲ ਪਿੱਛੇ ਜਾਇਆ ਕਰੋ। ਉੱਥੇ ਡਾਊਨਟਾਊਨ ਜਾ ਕੇ ਕੋਈ ਤੁਹਾਨੂੰ ਵੱਧ ਚੀਜ਼ ਨਹੀਂ ਮਿਲ ਜਾਣੀ, ਪਰ ਮੈਂ ਇਹ ਜ਼ਰੂਰ ਕਹੂੰਗਾ ਜੇ ਤੁਸੀਂ ਪੰਥਕ ਕਾਜ਼ਾਂ ਦੇ ਵਿੱਚ ਇਨਵੋਲਵ ਹੋਵੋਗੇ, ਆਪਦੀ ਸ਼ਮੂਲੀਅਤ ਕਰੋਗੇ, ਤਾਂ ਜਿਹੜਾ ਉਹ ਰਸਤਾ ਕਈ ਵਾਰੀ ਔਖਾ ਲੱਗਦਾ ਪਰ ਲੌਂਗ ਟਰਮ ਦੇ ਵਿੱਚ ਇਹ ਸਹੀ ਰਸਤਾ ਵਾ। ਇਸ ਦੀ ਓਨਲੀ ਵੇ ਜਿਹੜੇ ਪੰਥਕ ਕਾਰਜ ਤੁਸੀਂ ਦੇਖ ਸਕਦੇ ਹੋ, ਰੈਫਰੈਂਡਮ ਦੀਆਂ ਵੋਟਾਂ ਪਈਆਂ, ਭਾਵੇਂ ਆਪਣੇ ਨਗਰ ਕੀਰਤਨ ਮਾਡਰਨ ਗੁਰੂ ਘਰ ਤੋਂ ਰੈਕਟਰ ਗੁਰੂ ਘਰ ਆਪਾਂ ਦੇਖਦੇ ਹਾਂ ਕਿ ਕਿੰਨਾ ਪੰਥਕ ਉਤਸ਼ਾਹ ਹੁੰਦਾ ਉੱਥੇ, ਜਾਂ ਫਿਰ ਨਗਰ ਕੀਰਤਨ ਗੁਰੂ ਨਾਨਕ ਮਿਸ਼ਨ ਤੋਂ ਲੈ ਕੇ ਜੋਤ ਪ੍ਰਕਾਸ਼ ਗੁਰਦੁਆਰਾ ਸਾਹਿਬ ਤੱਕ ਜਾਂਦਾ ਵਾ। ਹੋਰ ਵੀ ਨਗਰ ਕੀਰਤਨ ਹੁੰਦੇ ਨੇ, ਉਹਨਾਂ ਦੇ ਵਿੱਚ ਕਈ ਵਾਰੀ ਜਿਹੜੀ ਪੰਥਕ ਗੱਲ ਆ ਉਹਦੀ ਜਿਹੜੀ ਲਿਮਿਟੇਸ਼ਨ ਕ੍ਰੀਏਟ ਕੀਤੀ ਜਾਂਦੀ ਹੈ। ਅਤੇ ਮੈਂ ਆਲਵੇਜ਼ ਇਹੀ ਕਹਿਣਾ ਹੁੰਦਾ ਪ੍ਰਬੰਧਕ ਬੈਠੇ ਨੇ ਗੁਰੂ ਘਰਾਂ ਦੇ ਸਾਰੇ ਇੱਥੇ, ਵੀ ਜਿਹੜੀ ਲਿਮਿਟੇਸ਼ਨ ਆ ਸੰਗਤ ਦੇ ਉੱਤੇ ਉਹ ਨਾ ਲਾਇਆ ਕਰੋ। ਸੰਗਤ ਨੂੰ ਆਪਦੀ ਖੁੱਲ੍ਹ ਕੇ ਗੱਲ ਕਰਨ ਦੀ ਜਿਹੜੀ ਓਪਰਚੁਨਿਟੀ ਆ ਉਹ ਦਿਆ ਕਰੋ। ਰੈਫਰੈਂਡਮ ਹੋਇਆ, ਜੇ ਕਿਸੇ ਨੇ ਰੈਫਰੈਂਡਮ ਦੇ ਉਲਟ ਵੋਟ ਪਾਉਣੀ ਸੀਗੀ, ਉਹਨਾਂ ਨੂੰ ਵੀ ਜਿਹੜਾ ਮੌਕਾ ਉਹ ਉੱਥੇ ਦਿੱਤਾ ਗਿਆ। ਸਾਡੇ ਅਗਲੇ ਬੁਲਾਰੇ ਇੰਟੀਰੀਅਰ ਗੁਰਦੁਆਰਾ ਕਮੇਟੀਜ਼ ਦੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਮਾਨ ਸਾਹਿਬ, 2 ਮਿੰਟ ਲਈ ਪਲੀਜ਼। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਨੇ ਸਿਰ ਤਲੀ ਤੇ ਧਰੇ ਹੋਵਣ, ਜਿਨ੍ਹਾਂ ਨੇ ਸਿਰ ਤਲੀ ਤੇ ਧਰੇ ਹੋਵਣ, ਉਹ ਕਦੋਂ ਪਰਵਾਹ ਕਰਦੇ ਨੇ ਵਿਰੋਧੀ ਤਾਕਤਾਂ ਦੀ। ਉਹਨਾਂ ਨੂੰ ਤਾਂ ਬਸ ਨਜ਼ਰ ਆਉਂਦੀ ਏ ਬਾਬਾ ਦੀਪ ਸਿੰਘ ਦੀ ਖੰਡੇ ਨਾਲ ਖਿੱਚੀ ਹੋਈ ਲਕੀਰ, ਜਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਕਹੇ ਹੋਏ ਬੋਲ, ਜਦੋਂ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਭਾਰਤੀ ਫੌਜਾਂ ਨੇ ਪੈਰ ਪਾਇਆ ਤਾਂ ਖਾਲਿਸਤਾਨ ਦੀ ਨਹੀਂ ਰੱਖੀ ਜਾਊਗੀ। ਉਸ ਸੰਤਾਂ ਦੇ ਬਚਨਾਂ ਦੇ ਉੱਤੇ ਪਹਿਰਾ ਦੇਣ ਦੇ ਲਈ ਸਰਲੱਥ ਯੋਧਿਆਂ ਨੇ ਆਪਣਾ ਫਰਜ਼ ਨਿਭਾਇਆ, ਪਰ ਉਹਨਾਂ ਨੂੰ ਖਤਮ ਕਰਨ ਦੇ ਲਈ ਉਹਨਾਂ ਸਮਿਆਂ ਦੇ ਵਿੱਚ ਬੇਅੰਤਾ ਬੁੱਚੜ, KPS ਗਿੱਲ ਹੋਰਾਂ ਨੇ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਜਿਹੜੀ ਉਹਦੀ ਅੱਤ ਦਰਜੀ ਦੀ ਨਿਮਾਣ ਦੇ ਵਿੱਚ ਜਾ ਕੇ ਜੋ ਕੁਝ ਕੀਤਾ ਆਪਾਂ ਸਾਰਿਆਂ ਨੂੰ ਪਤਾ ਹੈਗਾ। ਤੇ 1995 ਦੇ ਵਿੱਚ ਤਕਰੀਬਨ ਉਹਨਾਂ ਨੇ ਇਹ ਬਾਂਹ ਖੜੀ ਕਰਕੇ ਉਹਨਾਂ ਦੇ ਜਿਹੜੇ ਨੁਮਾਇੰਦੇ ਸੀਗੇ ਉਹਨਾਂ ਵੱਲੋਂ ਆਖਿਆ ਗਿਆ ਕਿ ਅਸੀਂ ਪੰਜਾਬ ਦੇ ਵਿੱਚੋਂ ਅੱਤਵਾਦ ਅਤੇ ਅੱਤਵਾਦੀ ਖਤਮ ਕਰ ਦਿੱਤੇ। ਉਹਨਾਂ ਸਮਿਆਂ ਦੇ ਵਿੱਚ ਜਾਂ ਉਹਨਾਂ ਸਾਲਾਂ ਦੇ ਵਿੱਚ ਹੀ ਅੱਜ ਦੀ ਆਵਾਜ਼ ਜਿਹੜਾ ਰੇਡੀਓ ਇਹ ਸ਼ੁਰੂ ਹੋਇਆ ਸੀਗਾ। ਸੋ ਸਿੱਖ ਕੌਮ ਦੇ ਨਾਲ ਹੁੰਦੇ ਧੱਕਿਆਂ ਦੀ ਗੱਲ, ਹਿਊਮਨ ਰਾਈਟਸ ਦੀ ਵਾਇਓਲੇਸ਼ਨ ਦੀ ਗੱਲ, ਜਾਂ ਹੋਰ ਪੰਥ ਦੇ ਨਾਲ ਜਿਹੜੇ ਧੱਕੇ ਹੁੰਦੇ ਆ, ਸਿੱਖਾਂ ਦੇ ਨਾਲ ਜੋ ਕੁਝ ਵੀ ਹੋ ਰਿਹਾ, ਉਹਨਾਂ ਦੀ ਬਖੂਬੀ ਦੇ ਨਾਲ ਗੱਲ ਬੜੇ ਜਿੱਦਾਂ ਕਹਿੰਦੇ ਹੁੰਦੇ ਨਤੜਕ ਹੋ ਕੇ ਸੁਖਦੇਵ ਸਿੰਘ ਹੁਣੀ ਕਰਦੇ ਰਹੇ ਨੇ, ਵਧਾਈ ਦੇ ਪਾਤਰ ਨੇ। ਆਪਣੀ ਸਾਰੀ ਕੌਮ, ਇੱਥੇ ਦੇ ਅੰਟਾਰੀਓ ਦੇ ਰਹਿਣ ਵਾਲੇ ਆਪਾਂ ਸਾਰੇ ਹੀ ਜਿੱਦਾਂ ਕਹਿੰਦੇ ਹੋਏ ਇਹਨਾਂ ਦੇ ਧੰਨਵਾਦੀ ਹੈਗੇ ਆ, ਜਿਹੜਾ ਇਹਨਾਂ ਨੇ ਬੜੇ ਹੀ ਸੁਚੱਜੇ ਤਰੀਕੇ ਦੇ ਨਾਲ ਆਪਣੀ ਜਿਹੜੀ ਡਿਊਟੀ ਨਿਭਾਇਆ ਹੈਗਾ। ਕਹਿੰਦੇ ਇੱਕ ਅਰਬੀ ਸੀਗਾ, ਉਹ ਊਂਠ ਦੀ ਸਵਾਰੀ ਕਰਿਆ ਕਰਦਾ ਸੀਗਾ। ਉਸਨੇ ਹਰ ਰੋਜ਼ ਊਂਠ ਦੇ ਉੱਤੇ ਚੜ੍ਹ ਕੇ ਆਉਣਾ, ਆਪਣੇ ਘਰ ਦੇ ਅੱਗੇ ਉਹਨੇ ਕਿੱਲਾ ਕੱਢਿਆ ਹੁੰਦਾ ਸੀਗਾ, ਉਸ ਕਿੱਲੇ ਦੇ ਨਾਲ ਊਂਠ ਬੰਨ੍ਹਣਾ ਤੇ ਆਪਣੇ ਘਰ ਚਲੇ ਜਾਣਾ। ਲਗਾਤਾਰ ਕਰਦਾ ਰਿਹਾ। ਇੱਕ ਦਿਨ ਕਿਸੇ ਨੇ ਉਹ ਕਿੱਲਾ ਪੱਟ ਦਿੱਤਾ। ਜਦੋਂ ਉਹ ਆਇਆ ਉਹਨੇ ਵੇਖਿਆ ਉਹਦੇ ਕਿੱਲਾ ਤੇ ਹੈ ਹੀ ਨਹੀਂ ਹੈਗਾ। ਉਹਨੇ ਊਂਠ ਦੀ ਲਗਾਮ ਜਿਹੜੀ ਸੀਗੀ ਨਾ, ਉਸੇ ਤਰ੍ਹਾਂ ਜਿੱਦਾਂ ਉਹ ਕਿੱਲੇ ਦੇ ਉੱਤੇ
ਘੁਮਾ ਕੇ ਬੰਨਿਆ ਕਰਦਾ ਸੀ, ਉਸੇ ਤਰ੍ਹਾਂ ਘੁਮਾਇਆ ਤੇ ਚੁੱਪ ਕਰਕੇ ਅੰਦਰ ਚਲੇ ਗਿਆ। ਘਰਦਿਆਂ ਨੇ ਪੁੱਛਿਆ ਵੀ ਉੱਥੇ ਕਿੱਲਾ ਤਾਂ ਹੈ ਨਹੀਂ, ਤੂੰ ਐਵੇਂ ਹੀ ਰੱਸਾ ਘੁਮਾਈ ਗਿਆ, ਇਹਦਾ ਕੀ ਮਤਲਬ ਹੈਗਾ? ਉਹ ਕਹਿੰਦਾ ਇਹ ਊਂਠ ਜਿਹੜਾ ਹੈਗਾ ਨਾ, ਇਹਦੇ ਦਿਮਾਗ ਦੇ ਵਿੱਚ ਹੁਣ ਗੁਲਾਮੀ ਜਿਹੜੀ ਆ ਉਹ ਕਰ ਗਈ ਹੈਗੀ ਆ। ਕਿੱਲਾ ਨਾ ਵੀ ਹੋਵੇ ਨਾ, ਉੱਥੋਂ ਜਾਣਾ ਨਹੀਂ ਹੁਣ ਕਿਤੇ ਵੀ। ਸਾਡੇ ਦਿਲਾਂ ਦੇ ਵਿੱਚ ਵੀ ਉਹ ਗੁਲਾਮੀ ਜਿਹੜੀ ਆ ਉਹ ਕਰ ਗਈ ਸੀਗੀ। ਉਸ ਗੁਲਾਮੀ ਦੇ ਕੀੜੇ ਨੂੰ ਕੱਢਣ ਦੇ ਲਈ ਸੁਖਦੇਵ ਸਿੰਘ ਹੋਰਾਂ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ, ਕਿਉਂਕਿ ਸਾਡੇ ਦਿਲਾਂ ਦੇ ਵਿੱਚ ਭੈ ਸੀ, ਸਾਡੇ ਦਿਲਾਂ ਦੇ ਵਿੱਚ ਡਰ ਸੀ। ਅਸੀਂ ਵੀਜ਼ਿਆਂ ਦੀ ਖਾਤਰ ਜਿਹੜੇ ਆਪਣੇ ਜਿਹੜੇ ਫਰਜ਼ਾਂ ਤੋਂ ਮੁਨਕਰ ਹੋ ਗਏ ਸੀਗੇ, ਆਪਾਂ ਡਰਦੇ ਸੀਗੇ ਸਾਡਾ ਜੇ ਅਸੀਂ ਮਾੜੀ ਜਿਹੀ ਵੀ ਗੱਲ ਕੀਤੀ ਤਾਂ ਸਾਨੂੰ ਵੀਜ਼ਾ ਨਹੀਂ ਮਿਲਣਾ ਹੈਗਾ, ਇਹ ਨਹੀਂ ਹੋਣਾ, ਉਹ ਨਹੀਂ ਹੋਣਾ ਹੈਗਾ। ਸੋ ਇਹ ਡਰ ਨੂੰ ਸਾਡੇ ਹਿਰਦਿਆਂ ਦੇ ਵਿੱਚੋਂ ਕੱਢਣ ਦੇ ਲਈ ਵੀ ਇਹਨਾਂ ਨੇ ਬੜੇ ਗੱਜ ਵੱਜ ਕੇ ਆਪਣਾ ਫਰਜ਼ ਜਿਹੜਾ ਨਿਭਾਇਆ। ਖਾਲਿਸਤਾਨ ਦੀ ਗੱਲ ਕੀਤੀ ਆਪਣੇ ਤਰੀਕੇ ਦੇ ਨਾਲ। ਜਿਹੜੇ ਇੱਥੋਂ ਦੇ ਜੋ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਉਹਨਾਂ ਦੇ ਦਾਇਰੇ ਦੇ ਅੰਦਰ ਰਹਿ ਕੇ ਜਿੱਥੋਂ ਤੱਕ ਵੀ ਇਹ ਕਰ ਸਕਦੇ ਸੀ ਇਹਨਾਂ ਨੇ ਕੀਤੀ ਹੈਗੀ ਆ। ਸੋ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਹੈਗੇ ਆ। ਅੱਜ ਜੋ ਹਾਲਾਤ ਬਣਦੇ ਜਾ ਰਹੇ ਹੈਗੇ ਨੇ, ਖਾਸ ਤੌਰ 'ਤੇ ਸਿੱਖ ਪੰਥ ਦੇ ਵਿੱਚ ਜਿਹੜੇ ਪਹਿਲਾਂ ਤੇ ਲੋਕਾਂ ਦੇ ਵਿੱਚ ਡਰ ਸੀਗਾ, ਬਹੁਤ ਡਰ ਸੀਗਾ, ਪਰ ਹੁਣ ਹੌਲੀ ਹੌਲੀ ਜਾਗਰੂਕਤਾ ਜਿਹੜੀ ਆ ਰਹੀ ਹੈਗੀ ਆ। ਆਪਾਂ ਹਰ ਪੱਧਰ ਦੇ ਉੱਤੇ ਖੁੱਲ੍ਹ ਕੇ ਬੋਲਣ ਦੇ ਥੋੜ੍ਹਾ ਯੂਜ਼ ਟੂ ਹੋ ਗਏ ਹੈਗੇ ਆ। ਰੈਫਰੈਂਡਮ ਇੱਥੇ ਹੋਇਆ ਹੈਗਾ, ਪੰਜਾਬ ਦੇ ਵਿੱਚ ਸਿੰਘਾਂ ਦੇ ਬੋਲ ਵਾਲੇ ਹੋਣ ਲੱਗੇ ਹੈਗੇ ਆ। ਬੜੇ ਖੁੱਲ੍ਹ ਕੇ ਆਜ਼ਾਦੀ ਦੀ, ਖਾਲਿਸਤਾਨ ਦੀ ਗੱਲ ਕਰਨ ਲੱਗੇ ਹੈਗੇ ਆ। ਬੜਾ ਸੁਚੱਜਾ ਜਿਹੜਾ ਇੱਕ ਸਮਾਂ ਹੈਗਾ ਆਪਣੇ ਲਈ। ਆਪਾਂ ਸਾਰਿਆਂ ਨੂੰ ਵੀ ਇੱਥੇ ਹੰਭਲਾ ਮਾਰ ਕੇ ਅੱਗੇ ਵੱਧ ਕੇ ਜਿੰਨਾ ਵੀ ਵੱਧ ਤੋਂ ਵੱਧ ਆਪਣੇ ਤਰੀਕੇ ਦੇ ਨਾਲ ਕਰ ਸਕਦੇ ਹੈਗੇ ਆ, ਆਪਣੀ ਕੌਮ ਨੂੰ, ਆਪਣੀ ਆਜ਼ਾਦੀ ਨੂੰ ਪ੍ਰਾਪਤ ਕਰਨ ਦੇ ਲਈ, ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਆਪਾਂ ਜਿਹੜਾ ਆਪਣਾ ਬਣਦਾ ਸਰਦਾ ਯੋਗਦਾਨ ਜ਼ਰੂਰ ਪਾਈਏ। ਸੋ ਇਹ ਆਪਣੇ ਫਰਜ਼ ਹੈਗੇ ਆ। ਸਾਡਾ ਮੰਜ਼ਿਲ ਜਿਹੜੀ ਹੈਗੀ ਉਹ ਆਜ਼ਾਦੀ ਹੈਗੀ ਆ। ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈਗਾ। ਅਜੇ ਅਸੀਂ ਆਜ਼ਾਦ ਨਹੀਂ ਹੈਗੇ ਤਾਂ ਸਾਡੀ ਖੁਆਰੀ ਜਿਹੜੀ ਹੈਗੀ ਆ ਉਹ ਦਿਨੋਂ ਦਿਨ ਵੱਧਦੀ ਜਾਣੀ ਹੈਗੀ ਆ। ਜੋ ਸਾਡੇ ਨਾਲ 84 ਦੇ ਵਿੱਚ ਜੂਨ ਦੇ ਵਿੱਚ ਹੋਇਆ ਸੀ, ਜੋ ਨਵੰਬਰ ਦੇ ਵਿੱਚ ਹੋਇਆ ਸੀ, ਉਹ ਮੁੜ ਕੇ ਵੀ ਹੋ ਸਕਦਾ ਹੈਗਾ। ਅਗਰ ਅਸੀਂ ਆਪਣੇ ਖਿੱਤੇ ਦੇ ਵਿੱਚ ਸਟਰੋਂਗ ਨਹੀਂ ਹੈਗੇ, ਤਕੜੇ ਨਹੀਂ ਹੈਗੇ, ਤਾਂ ਸਾਨੂੰ ਥਾਂ ਥਾਂ ਦੇ ਉੱਤੇ ਖੁਆਰੀਆਂ ਹੋਣੀਆਂ ਹੈਗੀਆਂ। ਅਗਰ ਉਹਨਾਂ ਨੂੰ ਪਤਾ ਹੋਊਗਾ ਵੀ ਇਹਨਾਂ ਦਾ ਕਿੱਲਾ ਤਕੜਾ ਹੈਗਾ, ਆਪਣੇ ਘਰ ਦੇ ਵਿੱਚ ਇਹ ਮਜ਼ਬੂਤ ਹੈਗੇ ਆ, ਸੋ ਸਾਨੂੰ ਬਾਹਰਲੀਆਂ ਸਟੇਟਾਂ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਹੱਥ ਪਾਉਣ ਤੋਂ ਥੋੜ੍ਹਾ ਘਬਰਾਉਣਗੇ। ਸੋ ਇਹ ਨਾ ਆਪਾਂ ਕਹਿ ਕਰੀਏ ਕਿ ਜੇ ਆਪਾਂ ਆਹ ਕੀਤਾ ਤਾਂ ਬਾਹਰਲੇ ਸਿੱਖਾਂ ਦੇ ਨਾਲ ਆਹ ਹੋ ਜਾਊਗਾ, ਇਹ ਹਰਗਜ਼ ਨਹੀਂ ਹੈਗਾ। ਅਗਰ ਅਸੀਂ ਆਪਣੇ ਥਾਂ 'ਤੇ ਆਪਣੇ ਘਰ ਦੇ ਵਿੱਚ ਤਕੜੇ ਹੈਗੇ ਆ ਤਾਂ ਜਿੱਦਾਂ ਕਹਿੰਦੇ ਹੁੰਦੇ ਕੋਈ ਵਿਰੋਧੀ ਵੀ ਜਿਹੜਾ ਹੈਗਾ ਉਹ ਸੋਚ ਕੇ ਹੱਥ ਪਾਉਂਦਾ ਹੈਗਾ, ਸੋਚ ਕੇ ਸਾਨੂੰ ਜਿਹੜਾ ਸਾਡਾ ਕਿਸੇ ਨਿਰਾਦਰ ਕਰਨ ਦਾ ਅੱਜ ਜਿਹੜਾ ਹਰੇਕ ਵੱਖ-ਵੱਖ ਸਟੇਟਾਂ ਦੇ ਵਿੱਚ ਸਿੱਖ ਦੀ ਕੋਈ ਵੈਲਿਊ ਨਹੀਂ ਰਹੀ ਹੈਗੀ। ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਹੋਰ ਇੱਕ ਦੀਵਾਨੀ ਦਾ ਬੰਦਾ ਨਹੀਂ ਹੁੰਦਾ ਜਿਹੜਾ ਉੱਠ ਕੇ ਜਾ ਕੇ ਸਿੱਖ ਦੇ ਚਪੇੜ ਮਾਰ ਦਿੰਦਾ ਹੈਗਾ। ਇਹ ਇਸੇ ਕਰਕੇ ਹੈਗਾ ਕਿ ਅਸੀਂ ਗੁਲਾਮ ਹੈਗੇ ਆ, ਸਾਨੂੰ ਆਜ਼ਾਦੀ ਦੀ ਜ਼ਰੂਰਤ ਹੈਗੀ ਆ। ਅਗਰ ਸਾਡਾ ਕਿੱਲਾ ਤਕੜਾ ਹੋਊਗਾ, ਅਸੀਂ ਆਜ਼ਾਦ ਹੋਵਾਂਗੇ, ਸਾਡਾ ਆਪਣਾ ਘਰ ਹੋਊਗਾ, ਤਾਂ ਸਾਡੇ ਵੱਲ ਕੋਈ ਅੱਖ ਚੱਕ ਕੇ ਨਹੀਂ ਵੇਖ ਸਕੂਗਾ। ਇੰਨੀਆਂ ਕੁ ਬੇਨਤੀਆਂ ਅਖੀਰ ਵਿੱਚ ਆਪ ਜੀ ਦਾ ਬਹੁਤ 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 ਧੰਨਵਾਦ। ਆਪ ਅੱਗੇ ਚਰਨਾਂ 'ਚ ਬੇਨਤੀ ਵੀ ਹੈਗੀ ਆ ਕਿ ਆਪਾਂ ਵੱਧ ਚੜ੍ਹ ਕੇ ਅੱਜ ਦੀ ਆਵਾਜ਼ ਦੀ ਸੁਖਦੇਵ ਸਿੰਘ ਹੋਰਾਂ ਦੀ ਜਿੰਨਾ ਵੀ ਆਪਾਂ ਜਿਹੜੇ ਵੀ ਤਰੀਕੇ ਦੇ ਨਾਲ ਵੱਧ ਕਰ ਸਕਦੇ ਹੈਗੇ ਕਰੀਏ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਅਗਲੇ ਸਾਡੇ ਸਪੀਕਰ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਦੇ ਉੱਤੇ ਰੈਗੂਲਰ ਕੰਟਰੀਬਿਊਟਰ ਵੀ ਨੇ ਭੁਪਿੰਦਰ ਸਿੰਘ ਢਿੱਲੋਂ। ਪਲੀਜ਼ ਆ ਕੇ ਜਿਹੜੇ ਤੁਸੀਂ ਆਪਣੇ ਕਾਮੈਂਟਰੀ ਤੁਸੀਂ ਅੱਜ ਦੀ ਆਵਾਜ਼ ਦੇ ਉੱਤੇ ਵੀ ਦਿੰਦੇ ਹੋ ਵੱਖਰੇ ਵੱਖਰੇ ਟਾਪਿਕਾਂ ਦੇ ਉੱਤੇ, ਅੱਜ ਵੀ ਜ਼ਰੂਰ ਉਹੀ ਕਾਮੈਂਟਰੀ ਅੱਜ ਇੱਥੇ ਤੁਹਾਡੇ ਲਈ ਲਾਈਵ ਦਿਓ। ਭੁਪਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਤਾਂ ਤਕਰੀਬਨ ਰੋਜ਼ ਇੱਕ ਦੋ ਦਿਨਾਂ ਬਾਅਦ ਬੋਲਦੇ ਹੀ ਰਹੀਦਾ। ਸੋ ਮੈਂ ਚਾਹੁੰਦਾ ਸੀ ਅੱਜ ਜੇ ਹੋਰ ਬੁਲਾਰੇ ਵੀ ਹੋ ਜਾਂਦੇ ਤਾਂ ਚਲੋ ਵਧੀਆ ਆ, ਪਰ ਚਲੋ ਬੈਠੇ ਬੈਠੇ ਅਸੀਂ ਅੱਜ ਕੋਈ ਇਹੋ ਜਿਹੀ ਗੱਲ ਨਹੀਂ ਵੀ ਕੋਈ ਰੈਲੀ ਕਰਨੀ ਆ ਜਾਂ ਕੋਈ ਕਿਸੇ ਗੱਲ ਦੇ ਉੱਪਰ ਕੋਈ ਮੋਟੀਵੇਸ਼ਨਲ ਸਪੀਚ ਦੇਣੀ ਹੈ। ਇੱਕ ਸਵੈ ਪੜਚੋਲ ਦੀ ਗੱਲ ਮੈਂ ਕਰਨੀ ਚਾਹੁੰਦਾ। ਭਾਜੀ ਹਰਪਾਲ ਹੁਣੀ ਵੀ ਬੋਲ ਕੇ ਗਏ, ਮੈਨੂੰ ਉਹਨਾਂ ਦਾ ਪੁਆਇੰਟ ਵੀ ਵਧੀਆ ਲੱਗਾ ਜਿਹੜੀ ਉਹਨਾਂ ਨੇ ਗੱਲ ਕੀਤੀ ਵੀ 26 ਸਾਲਾਂ ਦੇ ਵਿੱਚ, ਮੈਂ ਕਹਿੰਦਾ ਪਿਛਲੇ 34 ਸਾਲਾਂ ਦੇ ਵਿੱਚ ਆਪਾਂ ਦੇਖੀਏ
ਆਪਾਂ ਇੱਥੇ ਟਰੱਕ ਚਲਾਉਣ ਲੱਗੇ, ਟੈਕਸੀਆਂ ਚਲਾਉਣ ਲੱਗੇ ਸੀਗੇ ਤੇ ਆਪਣੀ ਗਰੋਥ ਬੜੀ ਲਿਮਿਟਡ ਸੀ। ਇੱਕ ਮੀਡੀਆ ਚੱਲਦਾ ਸੀ ਅਣਖੀਲਾ ਪੰਜਾਬ, 8 ਘੰਟੇ ਦਾ ਮੀਡੀਆ ਸੀ ਉਹ। ਸੋ ਜੇ ਉਸ 200-250 ਦੇ ਹਿਸਾਬ ਨਾਲ ਵੀ, ਕਿਉਂਕਿ ਆਪਾਂ ਆਪਸ 'ਚ ਗੱਲ ਕਰ ਰਹੇ ਹਾਂ ਸਵੈ ਪੜਚੋਲ ਦੀ, ਉਹ ਮੀਡੀਆ 96 ਤੱਕ ਚੱਲਦਾ ਰਿਹਾ ਉਸੇ ਤਰੀਕੇ ਦੇ ਨਾਲ। ਆਪਾਂ ਵੱਧ ਗਏ, ਟੈਕਸੀਆਂ ਤੋਂ ਟੈਕਸੀਆਂ ਵਾਲੇ ਹੋ ਗਏ, ਟਰੱਕਾਂ ਤੋਂ ਟਰੱਕਾਂ ਵਾਲੇ ਹੋ ਗਏ, ਗਰੋਥ ਬਹੁਤ ਜ਼ਿਆਦਾ ਹੋਈ ਆ। ਇੱਕ ਪੜਚੋਲ ਜ਼ਰੂਰ ਕਰਿਓ, ਇਕੱਠ ਨੇ ਤੁਹਾਨੂੰ ਦੱਸਤਾ ਵੀ ਸਿੱਖਾਂ ਦੇ ਵਿੱਚ ਜਿਹੜੀ ਵੋਟਾਂ ਸੀ 2 ਲੱਖ ਤੋਂ ਵੱਧ ਸਿੱਖ ਵੋਟ ਪਾ ਕੇ ਗਏ 2-2 ਘੰਟੇ ਖੜ੍ਹ ਕੇ, ਪਰ ਪ੍ਰੋਗਰਾਮ 1 ਘੰਟੇ ਦਾ ਆਇਆ ਤੁਹਾਡੇ ਕੋਲ। ਸੋ ਇਹ ਇੱਕ ਕਈ ਵਾਰੀ ਤੁਸੀਂ ਸੋਚਦੇ ਆ ਕਿਸੇ ਗੱਲ ਨੂੰ, ਇਹ ਸੋਚਣਾ ਤੁਹਾਡੀ ਇਸ ਗੱਲ ਦੀ, ਪਰ ਜਦੋਂ ਅਸੀਂ ਆਪਸ ਵਿੱਚ ਬਹੁਤ ਬਹਿਸਾਂ ਕਰਦੇ ਹਾਂ ਇੱਕ ਦੂਸਰੇ ਦੇ ਨਾਲ, ਇਹ ਜ਼ਰੂਰ ਸੋਚਿਆ ਕਰੋ ਵੀ ਅਸੀਂ ਕਿੰਨੇ ਕੁ ਸੱਚੇ ਹਾਂ ਇਸ ਕੌਜ਼ ਦੇ ਨਾਲ, ਕਿਉਂਕਿ ਆਪਾਂ ਬੰਦ ਕਮਰੇ 'ਚ ਗੱਲ ਕਰ ਰਹੇ ਹਾਂ, ਅਸੀਂ ਮੀਡੀਆ 'ਚ ਕਦੀ ਇੱਦਾਂ ਦੀ ਗੱਲ ਕਰਦੇ ਨਹੀਂ। ਸੋ ਜਿੰਨੀ ਵੀ ਤੁਹਾਡੇ 'ਚ ਸਿੰਸੈਰਿਟੀ ਸੀ ਖਾਲਿਸਤਾਨ ਦੇ ਇਸ਼ੂ ਦੇ ਨਾਲ, ਜਿਹੜੀ 84 ਚੋਂ ਲੈ ਕੇ ਅੱਜ ਤੱਕ, ਉਹਦੀ ਡਿਪਿਕਸ਼ਨ ਜਿਹੜੀ ਮੀਡੀਆ ਦੇ ਵਿੱਚ 1 ਘੰਟੇ ਦਾ ਪ੍ਰੋਗਰਾਮ ਤੁਹਾਡਾ ਕਰਦਾ ਆ, ਵੀ ਤੁਹਾਡੀ ਫਾਈਟ ਜਿਹੜੀ ਇੱਕ ਦੂਸਰੇ ਦੇ ਨਾਲ ਇਸ ਇਸ਼ੂ ਦੇ ਉੱਪਰ, ਵੀ ਮੈਂ ਤੇਰੇ ਤੋਂ ਵਧੀਆ, ਉਹ ਗਲਤ ਆ, ਐਂ ਬਣਾ ਦਿਆਂਗੇ, ਓਂ ਬਣਾ ਦਿਆਂਗੇ, ਉਹਦੀ ਜੇ ਤੁਸੀਂ ਬੇਸਿਕਲੀ ਦੇਖੋ 0 ਆ। ਪਰ ਇਹਦਾ ਮਤਲਬ ਫਿਰ ਇਹ ਸੀਗਾ ਕਿ ਜਾਂ ਤਾਂ ਅਸੀਂ, ਸਾਡੇ 'ਚ ਕੋਈ ਗਲਤੀ ਸੀ, ਜਾਂ ਦੁਸ਼ਮਣ ਇੱਥੇ ਬਹੁਤ ਭਾਰੂ ਸੀ, ਕਿਉਂਕਿ ਇੱਥੇ ਤੁਹਾਡੇ ਪੁਲਿਸ ਮੁਕਾਬਲੇ ਤਾਂ ਬਣੀ ਨਹੀਂ। ਇੱਕ ਸਿਰਫ ਵਿਜੇ ਤੋਂ ਹੀ ਜੇ ਇੰਨੀ ਕੰਬਣੀ ਆ ਗਈ, ਫਿਰ ਐਡੇ ਔਖੇ ਹੋ ਕੇ ਇੱਥੇ ਗੱਲਾਂ ਕਰਨੀਆਂ ਵੀ ਸਾਡੀਆਂ ਬਣਦੀਆਂ ਨਹੀਂ ਸੀ, ਜਦੋਂ ਪਤਾ ਸੀ ਵੀ ਕਮਜ਼ੋਰੀ ਆ, ਜਾਣ ਦੀ ਕਮਜ਼ੋਰੀ ਆ। ਫਿਰ ਇੱਕ ਦੂਸਰੇ ਦਾ ਜਿੱਦਬਾਜ਼ੀ ਦੇ ਵਿੱਚ 25-30 ਗਰੁੱਪ ਬਣਾਉਣ ਦੀ, ਇੱਕ ਦੂਸਰੇ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕੀ ਸੀ। ਅੱਜ ਪਹਿਲੀ ਵਾਰੀ ਮੈਂ ਇੱਦਾਂ, ਆਪਾਂ ਕਦੀ ਵੀ ਕਿਸੇ ਤਰ੍ਹਾਂ ਗੱਲ ਨਹੀਂ ਕਰਦੇ। ਇੱਕ ਸਵੈ ਪੜਚੋਲ ਮੈਂ ਵੀ ਉਹਦੇ ਵਿੱਚ ਆ। ਅੱਜ ਜਦੋਂ ਸਿੱਖਾਂ ਨੇ ਪਿਛਲੇ 2-3 ਮਹੀਨਿਆਂ ਦੇ ਵਿੱਚ ਤੁਹਾਨੂੰ ਇੱਕ ਜਲਵਾ ਵਿਖਾਇਆ, ਇਹ ਯਾਦ ਰੱਖਿਓ, ਮੈਂ ਵੀ ਨਹੀਂ ਮੰਨਦਾ ਸੀ ਵੀ ਇੰਨੇ ਬੰਦੇ ਆਉਣਗੇ, ਤੁਹਾਡੇ 'ਚ ਐਡਮਿਟ ਕਰਦਾ। ਤੁਸੀਂ ਸਾਰਿਆਂ ਨੇ 90 'ਚੋਂ ਸਾਨੂੰ ਦੇਖਿਆ ਹੋਣਾ ਇੱਥੇ ਤੁਰੇ ਫਿਰਦੇ। ਇੰਗਲੈਂਡ ਵਿੱਚ ਇੱਥੇ 100-150 ਬੰਦਾ ਮੁਜ਼ਾਹਰੇ ਲਈ ਇਕੱਠਾ ਕਰਨਾ ਇੱਦਾਂ ਹੋ ਜਾਂਦਾ ਜਿੱਦਾਂ ਕਿ ਬੰਦਾ ਅੱਕ ਜਾਂਦਾ ਵੀ ਯਾਰ ਕਿੱਦਾਂ ਕਰੀਏ, ਰਾਈਟ। ਪਰ 2 ਲੱਖ ਬੰਦਾ ਆਇਆ, ਉਹ ਇਸ ਕਰਕੇ ਨਹੀਂ ਆਇਆ ਵੀ ਕੋਈ ਸਾਡੇ 'ਚੋਂ ਪੁਰਾਣੇ ਬੰਦੇ ਜਿਹੜੇ ਬਹੁਤ ਕਹਿੰਦੇ ਵੀ ਐਂ ਬਣਾ ਦਿਆਂਗੇ, ਓਂ ਬਣਾ ਦਿਆਂਗੇ, ਅਸੀਂ ਆਹ ਕਰਦੇ ਹਾਂ, ਉਹ ਕਰਦੇ ਹਾਂ, ਕੁਛ ਨਹੀਂ ਹੈਗਾ। 100-150 ਇੱਕ ਭਾਰਤੀ ਕੌਂਸਲੇਟ ਦੇ ਮੂਹਰੇ ਮੁਜ਼ਾਹਰਾ ਕਰਨ ਲਈ ਬੰਦਾ ਇਕੱਠਾ ਕਰਨਾ ਵੀ ਔਖਾ ਹੋ ਜਾਂਦਾ ਜੀ। ਇਹਦਾ ਮਤਲਬ ਕਮਜ਼ੋਰੀ ਸਿੱਖ ਸੰਗਤ ਵਿੱਚ ਨਹੀਂ ਹੈ, ਕਿਤੇ ਨਾ ਕਿਤੇ ਧੋਖਾ ਵਿੱਚ ਮੈਂ ਵੀ ਆ ਉਹਦੇ, ਜਿਹੜੇ ਮੂਹਰਲੇ ਆ। ਇੱਕ ਗੱਲ ਮੈਨੂੰ ਅਵਤਾਰ ਪੰਨੂ ਬਾਈ ਦੀ ਵਧੀਆ ਲੱਗੀ, ਮੈਂ ਨਾਂ ਤਾਂ ਲੈਣਾ, ਪ੍ਰਬੰਧਕ, ਪ੍ਰਚਾਰਕ ਅਤੇ ਕਥਾਕਾਰ ਕਿਤੇ ਨਾ ਕਿਤੇ ਆਪਣੇ ਆਪ ਨੂੰ ਧੋਖਾ ਦੇ ਰਹੇ ਆ ਜਾਂ ਕੌਮ ਨੂੰ ਧੋਖਾ ਦੇ ਰਹੇ ਆ। ਕਿਸੇ ਦੀ ਕੋਈ ਦੇਖਣ ਨੂੰ ਕਿੱਦਾਂ ਆ, ਇਹ ਤਾਂ ਗੱਲਾਂ ਬਹੁਤ ਦੂਰ ਦੀਆਂ ਆ। ਤੁਸੀਂ ਮੈਨੂੰ ਤਾਂ ਹਮੇਸ਼ਾ ਦਸਤਾਰ ਦੇ ਨਾਲ ਦੇਖਿਆ ਹੋਣਾ ਇੱਥੇ, ਤੇ ਬਾਕੀ ਜਿੰਨੇ ਕੁ ਮੈਂ ਦੇਖੇ ਆ ਉਹ ਸਾਰੇ, ਜਦੋਂ ਅਸੀਂ ਆਪਸ 'ਚ ਵੀ ਹੁੰਦੇ ਆ, ਉਹ ਸਾਰੇ ਹੀ ਦਸਤਾਰਾਂ ਵਾਲੇ ਆ ਵੀਰ। ਸੋ ਇਹ ਚੀਜ਼ ਇੱਕ ਜ਼ਰੂਰ ਆ। ਬਾਕੀ ਪੋਜ਼ੀਟਿਵ ਗੱਲ ਇਹ ਆ ਵੀ 1 ਘੰਟੇ ਦਾ ਪ੍ਰੋਗਰਾਮ ਵੀ ਜਿਹੜਾ ਆ ਕਿਸੇ ਸਿੱਖ ਨੇ ਚਲਾਇਆ, ਇੱਕ ਦੀਵੇ ਵਾਂਗੂ, ਕਿੰਨੀ ਮਿਹਨਤ ਕਰਕੇ। ਇੱਦਾਂ ਨਹੀਂ ਹੋਇਆ ਵੀ 3 ਹਫ਼ਤੇ 3 ਮਹੀਨੇ ਲਈ ਆਏ, ਛਰਾਟਾ ਪਾਇਆ ਤੇ ਜਾ ਕੇ ਬਹਿ ਗਏ, ਕੰਮ ਹੋਰ ਕੋਈ ਚਲਾ ਲਿਆ, ਉਹ ਚੱਲ ਵੀ ਗਿਆ, ਉਹਦੇ 'ਚ ਮਿਹਨਤਾਂ ਵੀ ਪਾ ਲਈਆਂ, ਸਭ ਕੁਝ ਕਰ ਲਿਆ, ਪਰ ਕੌਮ ਦੀ ਗੱਲ ਵਿੱਚ ਅਣਖ ਸਾਹਮਣੇ ਆ ਜਾਂਦੀ ਸਾਡੀ। ਸੋ ਇਹ ਮੈਂ ਤੁਹਾਡੇ 'ਚ ਅੱਜ ਤਾਂ ਗੱਲ ਕੀਤੀ ਆ ਕਿ ਜੇ ਅਸੀਂ ਇਹ ਤੋਂ ਕੁਛ ਸਿੱਖ ਸਕੀਏ, ਕੁਛ ਜਿਹੜੀ ਸੱਚਾਈ ਆਪਣੇ ਆਪ ਨਾਲ ਜ਼ਰੂਰ ਕਰੀਏ, ਕਿਉਂਕਿ ਅੱਜ ਜੋ ਹਾਲਾਤ ਨੇ, ਲੋਕਾਂ ਨੇ ਤਾਂ ਤੁਹਾਡੇ ਨਾਲ ਪੂਰਾ ਸਾਥ ਪ੍ਰਗਟਾਇਆ। ਤੁਸੀਂ, ਤੁਹਾਡੇ ਬੱਚੇ, ਤੁਹਾਡਾ ਆਉਣ ਵਾਲਾ ਫਿਊਚਰ, ਕਿਉਂਕਿ ਸਾਡੇ ਨਾਲ ਪੜ੍ਹਦੇ ਮੁੰਡਿਆਂ ਨੇ ਆਪਣੀਆਂ ਜਾਨਾਂ ਦਿੱਤੀਆਂ ਪੰਜਾਬ ਦੇ ਵਿੱਚ। ਸਾਡੇ ਨਾਲ ਪੜ੍ਹਦੇ ਸੀ, ਜਿੱਦਾਂ ਮੈਂ ਤੁਹਾਡੇ ਕੋਲ ਖੜਾ ਆ, ਇੱਦਾਂ ਹੀ ਅਸੀਂ ਇਕੱਠੇ ਖੜੇ ਹੁੰਦੇ ਸੀ। ਅਸੀਂ ਉੱਥੇ ਮਰ ਨਹੀਂ ਸਕੇ, ਉਹ ਇਹ ਨੰਬਰ 1 ਕੈਟੇਗਰੀ ਦੇ ਬੰਦੇ ਸੀ। ਅਸੀਂ ਉਹਨਾਂ ਦੀਆਂ ਗੱਲਾਂ ਕਰਦੇ ਕਰਦੇ ਇਹ ਜਾਪਣਾ ਸ਼ੁਰੂ ਕਰਤਾ, ਇਹ ਗੁਲਾਮ ਬੰਦੇ 'ਚ ਹੁੰਦੀ ਆ ਵੀ ਅਸੀਂ ਉਹ ਨੰਬਰ 1 ਆ। ਮਤਲਬ ਮੈਂ ਆਪਣੇ ਆਪ ਨੂੰ ਗੁਰਜੰਟ ਸਿੰਘ ਵਾਂਗੂ ਗੱਲ ਕਰਾਂ ਜਾਂ ਭਾਈ ਲਾਭ ਸਿੰਘ ਵਾਂਗੂ ਗੱਲ ਕਰਾਂ, ਹਾਲਾਂਕਿ ਸਾਡੇ 'ਚ ਕੋਈ ਵੀ ਇਹੋ ਜਿਹਾ ਬੰਦਾ ਹੈ ਨਹੀਂ ਸੀ।
ਸੋ ਉਹਨੇ ਸਾਡਾ ਨੁਕਸਾਨ ਜ਼ਿਆਦਾ ਕੀਤਾ। ਮੈਂ ਅੱਜ ਤਾਂ ਤੁਹਾਡੇ 'ਚ ਇਹ ਗੱਲ ਕਰਦਾ ਕਿ ਕਈ ਵਾਰੀ ਅੱਜ ਇਹ ਪ੍ਰੋਗਰਾਮ ਦਾ ਵੀ ਇੱਥੇ ਜਿਹੜਾ ਤੁਹਾਡੇ ਨਾਲ ਮੈਸੇਜ ਸਾਰੇ ਆ ਸਿੱਖਾਂ ਨਾਲ ਜ਼ਾਹਰ ਕਰ ਰਹੇ ਹਾਂ, ਕਿਤੇ ਨਾ ਕਿਤੇ ਤਾਂ ਗੁਰੂ ਨੂੰ ਮੂੰਹ ਦਿਖਾਉਣਾ ਆਪਾਂ ਸਾਰੇ 50 ਟੱਪ ਗਏ ਹਾਂ, ਕਿਤੇ ਨਾ ਕਿਤੇ ਗੁਰੂ ਦੇ ਮੂਹਰੇ ਖੜੇ ਹੋਣਾ, ਤੇ ਇਹ ਬਾਲੀ ਦੂਰ ਵੀ ਨਹੀਂ, ਹੁਣ ਇੰਨੀ ਦੂਰ ਨਹੀਂ ਹੁਣ ਰਹਿਣਾ ਜਿੰਨਾ ਅਸੀਂ ਟੱਪ ਗਏ ਹਾਂ 50 ਤੋਂ, ਸਾਰੇ ਤਕਰੀਬਨ 50 ਦੇ ਨੇੜੇ, 50 ਤੋਂ ਵੱਧ ਆ। ਸੋ ਆਪਣੀ ਸਵੈ ਪੜਚੋਲ ਕਰੋ ਇਸ ਗੱਲ ਦੇ ਉੱਪਰ, ਕਿਉਂਕਿ ਨਿਘਾਰ ਜਿਹੜਾ ਆ ਇਹ ਦੂਰ ਹੋਣਾ ਚਾਹੀਦਾ। ਨਵੇਂ ਬੱਚੇ ਸਾਹਮਣੇ ਆ ਰਹੇ ਆ, ਇਹਨਾਂ ਨੇ ਤੁਹਾਡੇ ਤੋਂ ਕੀ ਸਿੱਖਿਆ, ਤੁਸੀਂ ਇਹਨਾਂ ਨੂੰ ਕੀ ਦਿੱਤਾ, ਇਹ ਤੁਸੀਂ ਆਪਣੀਆਂ ਪ੍ਰਾਪਰਟੀਆਂ ਤਾਂ ਦੇ ਜਾਓਗੇ ਆਪਣੇ ਬੱਚਿਆਂ ਨੂੰ, ਪਰ ਯਾਦ ਰੱਖਿਓ ਉਹ ਇਸ ਇੰਤਜ਼ਾਰ 'ਚ ਆ। ਮੈਂ ਸਿਰਫ ਇੱਕ ਐਗਜ਼ਾਮਪਲ ਦਿੰਦਾ, ਪਾਦਰੀ ਨੂੰ ਕਿਹਾ, ਪੋਪ ਨੂੰ, ਬੈਨੇਡਿਕਟ ਨੂੰ, ਵੀ ਜਿਹੜੀ ਸੈਲੀਬੇਸੀ ਦੀ ਪ੍ਰੈਕਟਿਸ ਆ ਨਾ ਵਿਆਹ ਕਰਨ ਦੀ, ਇਹ ਤੋੜ ਦਿੱਤੀ ਜਾਵੇ ਕਿ ਚਰਚ 'ਚ ਬੰਦੇ ਘਟ ਰਹੇ ਆ। ਉਹ ਕਹਿੰਦਾ ਜਿਹੜੀ ਚਰਚ ਵਿਆਹ ਦੀ ਇਜਾਜ਼ਤ ਦਿੰਦੀ ਬੰਦੇ ਉੱਥੇ ਵੀ ਘਟ ਰਹੇ ਆ। ਸੋ ਜਿਹੜੀ ਦੁਨੀਆ ਦੀ ਸਭ ਤੋਂ ਰਿਚੈਸਟ ਰੀਅਲ ਸਟੇਟ ਵਾਲੇ ਲੋਕ ਆ, ਉਹ ਵੀ ਉਹਨਾਂ ਦੀਆਂ ਆਵਾਜ਼ਾਂ ਵੀ ਘਟ ਰਹੀਆਂ ਉਹਨਾਂ ਦੇ ਉੱਥੇ ਆਉਣ ਤੋਂ। ਸੋ ਕਿਤੇ ਨਾ ਕਿਤੇ ਤੁਸੀਂ ਇਹ ਜ਼ਰੂਰ ਦੇਖਿਓ ਕਿ ਕਿਤੇ ਅਸੀਂ ਵੀ ਚਾਹੇ ਅਣਚਾਹੇ, ਮੇਰੇ ਸ਼ਬਦ ਥੋੜ੍ਹੇ ਜਿਹੇ ਵੱਧ ਆ, ਸੰਤੋਖੇ ਕਾਲੇ ਵਾਲੇ ਜਾਂ ਉਸੇ ਕੰਮ 'ਤੇ ਤਾਂ ਨਹੀਂ ਲੱਗੇ ਰਹੇ। ਉਹਨੇ ਵੀ ਆਪਣਾ ਆਪ ਹੀ ਬਚਾਇਆ ਸੀ ਤੇ ਆਪਣਾ ਆਪ ਹੀ ਬੁਝਾਇਆ ਸੀ। ਬਾਕੀ ਇਹ ਜ਼ਰੂਰ ਆ ਵੀ ਇਹ ਪ੍ਰੋਗਰਾਮ 'ਤੇ ਬੋਲਣ ਦਾ ਮੌਕਾ ਮਿਲਿਆ, ਆਪਣੇ ਤੁਹਾਡੇ ਰੂਬਰੂ ਉੱਥੋਂ ਹੁੰਦੇ ਸੀਗੇ ਭਾਈ ਸੁਖਵਿੰਦਰ ਸਿੰਘ ਹੰਸਰਾਜ, ਜਿਸ ਬੰਦੇ ਨੇ 8 ਘੰਟੇ ਇੱਥੇ ਪ੍ਰੋਗਰਾਮ ਚਲਾਇਆ, ਉਹ ਕਿੱਡੀ ਵੱਡੀ ਸੇਵਾ ਸੀ। ਜੇ ਤੁਸੀਂ ਖਾਲਿਸਤਾਨ ਦੇ ਆਸ਼ਕ ਹੋ, ਜੇ ਖਾਲਿਸਤਾਨ ਤੁਹਾਡੀ ਮੰਜ਼ਿਲ ਆ, ਅਸੀਂ ਵੀ ਉਹਦਾ ਕਿਸੇ ਵੇਲੇ ਵਿਰੋਧ ਕੀਤਾ, ਪਰ ਉਹਨੇ ਜਿਹੜੀ ਚੀਜ਼ ਨੂੰ ਅਸੀਂ ਪਿਆਰ ਕਰਦੇ ਹਾਂ ਉਹਦੇ ਲਈ ਜੋ ਕੀਤਾ, ਇਸ ਵੇਲੇ ਤੱਕ ਕੋਈ ਬੰਦਾ ਉਹਦਾ ਮੁਕਾਬਲਾ ਨਹੀਂ ਕਰ ਸਕਦਾ। ਚਾਹੇ ਉਹਨੂੰ ਵਿਚਾਰੇ ਨੂੰ ਉਹਦਾ ਕੁਝ ਵੀ ਸਿਲਾ ਮਿਲਿਆ ਨਹੀਂ ਮਿਲਿਆ, ਕਿਉਂਕਿ ਇਹ ਇੱਦਾਂ ਹੀ ਹੁੰਦੀ ਜੰਗਾਂ ਦੇ ਵਿੱਚ, ਜਿਹੜੇ ਸਹੀ ਸੌਜੀ ਹੁੰਦੇ ਆ ਉਹਨਾਂ ਦੀ ਬਹੁਤ ਘੱਟ। ਤੁਸੀਂ ਇਨਫੈਂਟਰੀ ਦੀ ਗੱਲ ਕੀਤੀ ਆ, ਕਮਾਂਡਿੰਗ ਅਫਸਰ ਹੀ ਤਕਰੀਬਨ ਸਾਰਾ ਕ੍ਰੈਡਿਟ ਲੈ ਜਾਂਦਾ, ਜੇ ਕੋਈ ਚਮਚਾ ਜਵਾਨ ਹੋਵੇ ਉਹਦਾ ਹੀ ਨਾਮ ਉਰੇ ਆਉਂਦਾ। ਸੋ ਇੱਦਾਂ ਨਾ ਸੋਚੋ ਮਹਾਂ ਸਿੰਘ ਇਕੱਲਾ ਨਹੀਂ ਸੀ, 40 ਸਿੰਘ ਹੋਰ ਵੀ ਨਾਲ ਸੀ। ਉਸ ਤੋਂ ਬਾਅਦ ਉਹਦੇ ਹੀ ਵਿੱਚੋਂ ਇਹ ਪ੍ਰੋਗਰਾਮ ਅੱਜ ਦੀ ਆਵਾਜ਼ ਜਿਹੜਾ ਉਸ ਵੇਲੇ ਢਲ ਰਿਹਾ ਸੂਰਜ ਸੀ ਜਦੋਂ ਨਿਕਲਿਆ, ਅੱਜ ਤੱਕ ਤੁਹਾਡੇ ਰੂਬਰੂ ਗੱਜ ਰਿਹਾ। ਤੇ ਆਉਣ ਵਾਲੇ ਸਮੇਂ 'ਚ ਕੋਈ ਇੱਦਾਂ ਦੀ ਗੱਲ ਨਹੀਂ, ਕੋਈ ਢਹਿੰਦੀ ਗੱਲ ਵਾਲੀ ਗੱਲ ਨਹੀਂ, ਕੋਈ ਪਿੱਛੇ ਜਾਣ ਵਾਲੀ ਗੱਲ ਨਹੀਂ, ਕੋਈ ਮੌਕਾ ਦੇਖ ਕੇ ਤੁਸੀਂ ਸੋਚੋ ਵੀ ਇੱਦਾਂ ਨਹੀਂ ਇੱਦਾਂ ਨਹੀਂ। ਜਿੰਨਾ ਚਿਰ ਤੱਕ ਗੁਰੂ ਕਲਗੀਧਰ ਪਾਤਸ਼ਾਹ ਦਾ ਹੱਥ ਕੌਮ ਦੇ ਸਿਰ ਦੇ ਉੱਤੇ ਆ, ਕੋਈ ਤਾਕਤ ਵੀ, ਕਿੱਡਾ ਵੀ ਸਿੱਖਾਂ ਦਾ ਵੇਸਲਾਪੁਣਾ, ਕਿੱਡਾ ਵੀ ਸਿੱਖਾਂ ਦਾ ਲਾਲਚ, ਆਪਣੇ ਆਪ ਨੂੰ ਕਿੱਡੀ ਵੀ ਗਿਰਾਵਟ, ਇਸ ਕੌਮ ਦੇ ਸੰਘਰਸ਼ ਖਾਲਿਸਤਾਨ ਨੂੰ ਥੱਲੇ ਨਹੀਂ ਲਾ ਸਕਦੀ। ਕਿਉਂਕਿ ਇੱਕ ਕਰਨਲ ਸੰਧੂ ਇੱਥੇ ਆਇਆ ਸੀ, ਉਹਦੇ ਵਰਡਸ ਆ ਇਹ ਕਿ ਜਿਹੜੇ ਸਿੱਖਾਂ ਨੇ ਦਰਬਾਰ ਸਾਹਿਬ ਦੇ ਅੰਦਰ ਕੁਰਬਾਨੀ ਦਿੱਤੀ ਆ, ਜਿੱਥੇ ਸਾਡੇ 6 ਗੁਰੂਆਂ ਦੀ ਸ਼ੋਅ ਪ੍ਰਾਪਤ ਆ, ਬੜੀ ਸੁੱਚੇ ਦਿਲੋਂ ਦਿੱਤੀ, ਸੱਚੇ ਤੇ ਸੁੱਚੇ ਦਿਲੋਂ। ਉੱਥੇ ਜਿਹੜੇ ਬੱਚੇ ਮਾਰੇ ਗਏ ਉਹਨਾਂ ਨੇ ਸੱਚੇ ਤੇ ਸੁੱਚੇ ਦਿਲੋਂ ਦਿੱਤੀ ਆ ਉੱਥੇ। ਉਹਦੇ ਕਰਕੇ ਗੁਰੂ ਸਾਨੂੰ ਆਪਣਾ ਘਰ ਖਾਲਿਸਤਾਨ ਜ਼ਰੂਰ ਦਊਗਾ। ਕੋਈ ਨਿਰਾਸ਼ ਹੋਣ ਦੀ ਗੱਲ ਨਹੀਂ, ਕੋਈ ਡਰਨ ਦੀ ਗੱਲ ਨਹੀਂ। ਹੁਣ ਬਾਹਲਾ ਚਿਰ ਨਹੀਂ ਆ ਕਿ ਅਸੀਂ ਇੱਥੇ 500 ਸਾਲ ਜੀਣਾ, ਜਿੰਨਾ ਚਿਰ ਜੀਣਾ ਆ ਉਹਨਾਂ ਦੇ ਮੂਹਰੇ ਖੜ ਕੇ ਜੀਓ। ਜਿੰਨੇ ਜੋਗੇ ਵੀ ਹੈਗੇ ਆ ਤੁਸੀਂ ਖੜੋ ਆਪਣੀ ਆਪਣੀ ਜਗ੍ਹਾ ਦੇ ਉੱਤੇ, ਪਿੱਛੇ ਨਾ ਹਟੋ। ਕੋਈ ਬੰਦਾ ਆਵੇ ਜਿਹੜਾ ਤੁਸੀਂ ਸਮਝੋ ਇਹ ਕੱਲ੍ਹ ਆਇਆ ਸਾਡੇ ਤੋਂ ਅੱਗੇ ਲੰਘਿਆ, ਇੱਦਾਂ ਨਾ ਸੋਚੋ। ਤੁਸੀਂ ਅੱਗੇ ਹੋ ਸਭ ਤੋਂ, ਜਿਹੜੇ ਪੁਰਾਣੇ ਸਿੰਘ ਤੁਰੇ ਫਿਰਦੇ ਆ। ਸੋ ਡਟ ਕੇ ਕਰੋ। ਸੋ ਮੈਂ ਜੇ ਕੋਈ ਗਲਤ ਗੱਲ ਕਿਸੇ ਦੇ ਸ਼ਾਨ ਦੇ ਬਰਾਬਰ ਕਹਿਤੀ ਹੋਵੇ ਤਾਂ ਤੁਹਾਡਾ ਭਰਾ ਆ, ਮਾਫੀ ਮੈਨੂੰ ਦਿਓ ਉਸ ਗੱਲ ਲਈ। ਮੈਂ ਸਿਰਫ ਸਮਾਂ ਵੀ ਵੱਧ ਲੈ ਗਿਆ, ਪਰ ਇਹ ਮੈਂ ਤੁਹਾਡੇ ਤੋਂ ਆਸ ਜ਼ਰੂਰ ਕਰਦਾ। ਇੱਕ ਅੱਲਾਮਾ ਇਕਬਾਲ ਦਾ ਸ਼ੇਰ ਹੈ ਕਿ ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ, ਸदियों ਰਹਾ ਹੈ ਦੁਸ਼ਮਨ ਦੌਰੇ ਜ਼ਮਾਂ ਹਮਾਰਾ। ਕੁਛ ਗੱਲ ਆ ਤੁਹਾਡੀ ਕਿ ਤੁਹਾਡੀ ਹਸਤੀ ਮਿਟਦੀ ਨਹੀਂ, ਕੁਛ ਗੁਰੂ ਦਾ ਤੁਹਾਡੇ ਸਿਰ 'ਤੇ ਹੱਥ ਆ, ਕੁਛ ਸੁਹਿਰਦਤਾ ਆ ਪੰਜਾਬ ਦੇ ਗਰੀਬ ਕਿਸਾਨ ਸਿੱਖਾਂ ਦੇ ਮੁੰਡਿਆਂ ਦੀ, ਜਿਨ੍ਹਾਂ ਨੇ ਅੱਜ ਵੀ ਜਿਹੜੇ ਇਸੇ ਕੰਮ ਲਈ ਤਿਆਰ ਨੇ। ਸੋ ਇਸ ਕੰਮ 'ਤੇ ਲੱਗੇ ਰਹੋ ਵੀਰੋ, ਇਹ ਦਿਨ ਦੂਰ ਨਹੀਂ। ਮੈਂ ਤੁਹਾਨੂੰ ਕਹਿੰਦਾ ਅੱਜ ਜੋ ਜੀਓ ਪੋਲੀਟਿਕਸ ਵਰਲਡ ਦੀ ਆ, ਭਾਵੇਂ ਪੰਜਾਬ ਦੇ ਵਿੱਚ ਤੁਹਾਨੂੰ ਉਹ ਕਹਿ ਰਿਹਾ ਵੀ ਉੱਥੇ ਸਾਰਾ ਕੁਛ ਹੀ ਖਤਮ ਹੋ ਗਿਆ, ਇਹ ਕੁਛ ਨਹੀਂ ਪਤਾ ਆਉਂਦੇ 10-15 ਸਾਲਾਂ ਦੇ ਵਿੱਚ। ਅਸੀਂ 84 ਤੋਂ ਇਹ ਕਹਿੰਦੇ ਸੀ 97-98, ਮੈਂ ਤੁਹਾਨੂੰ ਕਹਿੰਦਾ ਬਹੁਤ ਮੌਕਾ ਆ ਤੁਹਾਡਾ ਮੁਲਕ ਖਾਲਿਸਤਾਨ ਬਣ ਕੇ ਤੁਹਾਡੇ ਸਾਹਮਣੇ ਆਵੇ। ਸੋ ਇੰਨਾ ਕਹਿੰਦਾ ਹੋਇਆ ਤੁਹਾਡੇ ਤੋਂ ਮੈਂ ਖਿਮਾ ਦਾ ਜਾਚਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਅਗਲੇ ਬੁਲਾਰੇ ਸਾਡੇ TV 16 ਤੋਂ ਕੁਲਜਿੰਦਰ ਸਿੰਘ, ਤੁਸੀਂ ਆਓ 2 ਮਿੰਟ ਲਈ ਪਲੀਜ਼ ਆਪਦੇ ਨਾਲ ਆਪਦੀ ਗੱਲਬਾਤ ਸਾਂਝੀ ਕਰੋ। ਬਹੁਤ ਬਹੁਤ ਧੰਨਵਾਦ। TV 16 ਤੋਂ ਕੁਲਜਿੰਦਰ ਸਿੰਘ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਰੱਖਣੇ ਨੇ, ਸੋ ਮੈਂ ਕੁਝ ਮੀਡੀਆ ਦੇ ਪੱਖ ਤੋਂ ਗੱਲ ਕਰਾਂਗਾ। ਤੇ ਸਭ ਤੋਂ ਪਹਿਲਾਂ ਸਰਦਾਰ ਸੁਖਦੇਵ ਸਿੰਘ ਹੋਣਾ ਨੂੰ 26 ਸਾਲ ਪੂਰੇ ਹੋਣ ਤੇ ਸਾਰੀ ਜਿਹੜੀ ਸੰਗਤ ਇੱਥੇ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ ਆ ਉਹਨਾਂ ਦਾ ਜੀ ਆਇਆਂ, ਤੇ ਇਹਨਾਂ ਨੂੰ ਬਹੁਤ ਬਹੁਤ ਵਧਾਈ ਕਿ ਇਹਨਾਂ ਨੇ 26 ਸਾਲ ਆਪਣੇ ਜਿਹੜੇ ਨੇ ਉਹ ਪੰਥ ਦੇ ਲੇਖੇ ਲਾਏ ਨੇ। ਜਿੰਨਾ ਕੁ ਮੈਂ ਜਾਣ ਸਕਿਆ ਹੁਣ ਤੱਕ ਕਿ ਪੰਥਕ ਮੀਡੀਆ ਦੇ ਤੌਰ ਦੇ ਉੱਤੇ ਵਿਚਰਨਾ ਜਾਂ ਕੋਈ ਪੰਥਕ ਐਕਟੀਵਿਟੀ ਕਰਨੀ ਜਾਂ ਪੰਥ ਦੇ ਬਾਰੇ ਖੜਨਾ ਕਿਸੇ ਵੀ ਤਰੀਕੇ ਦੇ ਨਾਲ, ਉਹ ਤੁਹਾਨੂੰ ਦਿਨ 'ਚ ਇਸ ਤਰ੍ਹਾਂ ਮਹਿਸੂਸ ਕਰਾਉਂਦਾ ਕਿ ਲੱਖਾਂ ਜਾਣੇ ਤੁਹਾਡੇ ਵੱਲ ਪਿਸਤੌਲਾਂ, ਰਾਈਫਲਾਂ ਔਰ ਬਰਸ਼ੇ ਜੋ ਆਧੁਨਿਕ ਹਥਿਆਰ ਨੇ ਉਹ ਲੈ ਕੇ ਤੁਹਾਡੇ ਵੱਲ ਆ ਰਹੇ ਨੇ ਤੇ ਤੁਸੀਂ ਖੜੇ ਹੋ। ਇਹ ਦਿਨ ਦੀ ਕਸ਼ਮਕਸ਼ ਹੈਗੀ ਆ, ਦਿਨ ਦੀ, ਰੋਜ਼ ਦੀ। ਉਹਦੇ ਵਿੱਚ ਤੁਹਾਡੇ ਵਰਗੇ, ਸਾਡੇ ਵਰਗੇ ਦਿਖਣ ਵਾਲੇ, ਕੁਛ ਦਿਖ ਤੇ ਕੁਛ ਨਾ ਦਿਖਣ ਵਾਲੇ ਦੁਸ਼ਮਣ ਜਿਹੜੇ ਨੇ ਉਹ ਰੋਜ਼ ਹਮਲਾ ਕਰਦੇ ਨੇ ਤੇ ਅਸੀਂ ਰੋਜ਼ ਉਹਨਾਂ ਦਾ ਮੁਕਾਬਲਾ ਕਰਦੇ ਹਾਂ ਦਿਨ ਤੇ ਰਾਤ। ਤੇ ਮੈਂ ਜਦ ਅੱਜ ਦੀ ਆਵਾਜ਼ ਦੇ ਸਫ਼ਰ ਨੂੰ ਦੇਖਦਾ, ਕਿਉਂਕਿ ਮੈਨੂੰ ਬਹੁਤਾ ਸਮਾਂ ਨਹੀਂ ਹੋਇਆ ਇੱਥੇ ਆਇਆ ਨੂੰ, ਤੇ ਜਦ ਮੈਂ ਇੱਥੇ ਆਣ ਕੇ ਪ੍ਰੋਗਰਾਮ ਕੋਈ ਖੰਗਾਲਣੇ ਸ਼ੁਰੂ ਕੀਤੇ ਤੇ ਮੈਨੂੰ ਸਵੇਰ ਤੋਂ ਸ਼ਾਮ ਤੱਕ ਕੋਈ ਪ੍ਰੋਗਰਾਮ ਨਹੀਂ ਸੀ ਲੱਭਦਾ ਕਿ ਮੈਂ ਕਿਹਨੂੰ ਸੁਣਾ, ਕਿੱਥੋਂ ਇਹ ਫੀਡ ਲਈ ਜਾਵੇ। ਕਿਉਂਕਿ ਹਰ ਇੱਕ ਬੰਦੇ ਨੇ, ਜਿਸ ਤਰ੍ਹਾਂ ਆਪਾਂ ਸਰੀਰ ਵਾਸਤੇ ਕੋਈ ਚੰਗੀ ਖੁਰਾਕ ਦੀ ਭਾਲ 'ਚ ਰਹਿੰਦੇ ਆ, ਤੇ ਤੁਹਾਡੀ ਮਾਨਸਿਕ ਜਿਹੜੀ ਤੁਹਾਡੀ ਫੀਡ ਹੈਗੀ ਆ, ਜੇ ਤੁਹਾਡਾ ਕੋਈ ਪਿਆਰ ਗੁਰੂ ਦੇ ਨਾਲ ਜੁੜਿਆ ਹੋਇਆ, ਤੁਹਾਡਾ ਪੰਥ ਨਾਲ ਪਿਆਰ ਆ, ਤੇ ਫਿਰ ਤੁਸੀਂ ਉਸ ਚੀਜ਼ ਦੀ ਭਾਲ ਕਰਦੇ ਹੋ। ਸੋ ਭਾਲ ਕਰਦਿਆਂ ਮੈਨੂੰ ਅੱਜ ਦੀ ਆਵਾਜ਼ ਤੱਕ ਮੈਂ ਪਹੁੰਚਿਆ, TV 84 ਤੱਕ ਪਹੁੰਚਿਆ। ਹੌਲੀ ਹੌਲੀ ਚਲੋ ਸਬੱਬ ਬਣਿਆ ਤੇ ਮੈਂ ਆਪਣਾ ਪਲੇਟਫਾਰਮ ਨਾਲ ਸ਼ੁਰੂ ਕੀਤਾ, ਬੋਲਣਾ ਸ਼ੁਰੂ ਕੀਤਾ। ਤੇ ਉਸ ਤੋਂ ਬਾਅਦ ਇਹ ਚੀਜ਼ ਮੈਂ ਮਹਿਸੂਸ ਕੀਤੀ ਕਿ ਰੋਜ਼ ਤੁਸੀਂ ਇਸ ਪ੍ਰੋਸੈਸ ਥਾਣੀ ਨਿਕਲਦੇ ਹੋ। ਤੇ ਮੈਂ ਮੀਡੀਆ ਪੱਖ ਤੋਂ ਜਿਹੜੀ ਗੱਲ ਕਰਨਾ ਚਾਹ ਰਿਹਾ ਤੁਹਾਡੇ ਨਾਲ ਉਹ ਇਹ ਹੈਗੀ ਆ ਕਿ ਜਿਹੜਾ ਸਾਡਾ ਐਨਮੀ ਆ, ਜਿਹੜਾ ਸਾਡਾ ਦੁਸ਼ਮਣ ਆ, ਜਾਂ ਜਿਹੜੀ ਸਟੇਟ ਆ ਰੋਜ਼ ਅਸੀਂ ਵੱਖ-ਵੱਖ ਤਰੀਕਿਆਂ ਨਾਲ ਪੁਕਾਰਦੇ ਆ, ਉਹ ਇੱਕ ਭਾਸ਼ਾ ਸਿਰਜਦਾ। ਉਹ ਭਾਸ਼ਾ ਸਾਡੇ ਵਿੱਚ ਵਾੜ ਦਿੱਤੀ ਜਾਂਦੀ ਆ ਤੇ ਉਹ ਭਾਸ਼ਾ ਕਰਕੇ ਵੀ ਅਸੀਂ ਬਿਲਕੁਲ ਹਾਸ਼ੀਏ ਤੇ ਧੱਕ ਦਿੱਤੇ ਜਾਂਦੇ ਆ। ਮੈਂ ਕੱਲ ਹਰਪ੍ਰੀਤ ਸਿੰਘ ਹੋਣਾ ਦਾ ਸੁਣ ਰਿਹਾ ਸੀ, ਇਹਨਾਂ ਨੂੰ ਕੋਟ ਕਰਦਾ ਮੈਂ ਸਭ ਤੋਂ ਪਹਿਲਾਂ। ਇਹਨਾਂ ਨੇ ਇੱਕ ਵਰਡ ਯੂਜ਼ ਕੀਤਾ ਸੀਗਾ ਕਿ ਅਸੀਂ ਬਾਹਰ ਆ ਗਏ, ਸਾਡੇ ਤੇ ਵਰਡ ਯੂਜ਼ ਕੀਤਾ ਜਾਂਦਾ ਕਿ ਤੁਸੀਂ, ਜੇ ਅਸੀਂ ਕੈਨੇਡੀਅਨ ਸਿਟੀਜ਼ਨਸ਼ਿਪ ਵੀ ਲੈ ਲਈ, NRI। ਸੋ ਆਪਾਂ ਪਿਛੋਕੜ 'ਚ ਚੱਲਦੇ ਹਾਂ ਕਿ ਸਾਡੇ ਤੇ ਮੀਡੀਆ ਦਾ ਕੀ ਪ੍ਰਭਾਵ ਸੀ, ਜਾਂ ਪਿੱਛੇ ਮੀਡੀਆ ਨੇ ਸਾਡੇ ਤੇ ਕੀ ਪ੍ਰਭਾਵ ਪਾਇਆ ਜਿਹੜਾ ਅਸੀਂ ਪਿੱਛੋਂ ਆਏ ਲੈ ਕੇ। ਉਹ ਇਹ ਸੀਗਾ ਕਿ ਅਗਰ ਜੂਨ 1984 ਵਾਪਰਿਆ ਤੇ ਸਾਨੂੰ ਉਹਨਾਂ ਨੇ ਇੱਕ ਜਿਹੜਾ ਸਟੇਟ ਨੇ ਸਾਡੇ ਅੰਦਰ ਵਾੜਿਆ ਵਰਡ, ਉਹ ਇਹ ਸੀਗਾ ਕਿ ਬਲੂ ਸਟਾਰ ਆਪਰੇਸ਼ਨ। ਆਪਾਂ ਸਾਰੇ ਜਾਣੇ ਇਦਾਂ ਪੁਕਾਰਦੇ ਰਹੇ ਆ, ਬਲੂ ਸਟਾਰ ਆਪਰੇਸ਼ਨ। ਨਵੰਬਰ 1984 ਉਹਨਾਂ ਨੇ ਕਿਹਾ ਜੀ ਦੰਗੇ। ਸੋ ਇਹ ਭਾਸ਼ਾ ਉਹਨਾਂ ਨੇ ਸਿਰਜੀ, ਜਿਹੜੀ ਅਸੀਂ ਐਕਸੈਪਟ ਕਰ ਲਈ, ਅਡਾਪਟ ਕਰ ਲਈ। ਸੋ ਹਰ ਚੀਜ਼ ਅਸੀਂ ਉਹਨਾਂ ਦੀ ਅਡਾਪਟ ਕਰੀ ਗਏ। ਸੋ ਕਿੱਥੇ ਸਾਨੂੰ ਆਪਣੀਆਂ ਚੀਜ਼ਾਂ ਜਾਂ ਆਪਣੇ ਜਿਹੜੇ ਲਫ਼ਜ਼ ਸੀ ਉਹ ਲੈ ਕੇ ਆਉਣੇ ਪੈਣੇ ਸੀਗੇ, ਉਹ ਲਿਆਉਣੇ ਸੀਗੇ ਮੀਡੀਆ ਨੇ। ਸੋ ਜਿੱਦਾਂ ਢਿੱਲੋਂ ਸਾਹਿਬ ਨੇ ਗੱਲ ਕੀਤੀ ਆ ਕਿ 1 ਘੰਟੇ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਕੁਝ ਸਿਰਜਣਾ ਬਹੁਤ ਔਖਾ ਹੁੰਦਾ, ਕਿਉਂਕਿ ਵਹਾਅ ਬਹੁਤ ਵੱਡਾ। ਅਸੀਂ ਉਹਦੇ ਮੁਕਾਬਲੇ ਤੇ ਸੱਟ ਤਾਂ ਮਾਰਦੇ ਹਾਂ, ਕਿਉਂਕਿ ਜੇ ਸੱਟ ਨਾ ਮਾਰਦੇ ਹੋਈਏ ਤੇ ਉਹ ਸਾਡੇ YouTube ਚੈਨਲਾਂ ਨੂੰ ਕਦੀ ਬੰਦ ਨਾ ਕਰਨ, ਸਾਨੂੰ ਵਾਰਨਿੰਗ ਨਾ ਦੇਣ, ਸਾਡੀਆਂ ਛੋਟੀਆਂ ਕਲਿੱਪ ਨੂੰ ਉਹ ਕਹਿਣ ਕਿ ਇਹਨਾਂ ਨੂੰ ਬੈਨ ਕਰ ਦਿੱਤਾ ਜਾਵੇ। ਜੇ ਅਸੀਂ ਸੱਟ ਨਾ ਮਾਰਦੇ ਹੋਈਏ ਤੇ ਉਹ ਜ਼ਰੂਰ ਇਹਨਾਂ ਚੀਜ਼ਾਂ ਨੂੰ ਇਗਨੋਰ ਕਰ ਦੇਣ, ਪਰ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਚੀਜ਼ ਸੱਟ ਲੱਗਦੀ ਆ। ਸੋ ਪਹਿਲੀ ਗੱਲ ਕਿ ਸਾਨੂੰ ਜਿਹੜੀ ਉਹਨਾਂ ਦੀ ਦਿੱਤੀ ਹੋਈ ਭਾਸ਼ਾ, ਜਿਹੜੀ ਉਹਨਾਂ ਨੇ ਸਿਰਜੀ ਆ, ਉਹਨੂੰ ਬਿਲਕੁਲ ਜਿਹੜਾ ਉਹ ਖਤਮ ਕਰਨਾ ਚਾਹੀਦਾ ਹੈਗਾ। ਤੇ ਉਹ ਫਰਜ਼ ਹੈਗਾ ਮੀਡੀਆ ਦਾ। ਉਹ ਮੀਡੀਆਕਾਰ ਕੋਈ ਵੀ ਹੋ ਸਕਦਾ,
ਅੱਜ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਯੂਜ਼ ਕੀਤਾ ਜਾ ਸਕਦਾ। ਮੈਂ ਕਈ ਵਾਰੀ ਦੇਖਦਾ ਕਿ ਛੋਟੀਆਂ ਕਲਿੱਪ ਬਣਾ ਕੇ ਵੀ ਅਸੀਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪਾ ਸਕਦੇ ਹਾਂ ਆਪਣੀ ਭਾਸ਼ਾ 'ਚ, ਜਿਹੜੀ ਭਾਸ਼ਾ ਸਾਡੀ ਆਪਣੀ ਆ। ਸੋ ਜਿੱਥੇ ਸਾਨੂੰ ਘੱਲੂ ਘਰਾ ਕਹਿਣਾ ਚਾਹੀਦਾ ਸੀ, ਉਹਨਾਂ ਨੇ ਬਲੂ ਸਟਾਰ ਦਿੱਤਾ, ਬਲੂ ਸਟਾਰ ਆਪਰੇਸ਼ਨ। ਸੋ ਆਪਰੇਸ਼ਨ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਆ। ਆਪਰੇਸ਼ਨ ਕਾਹਦੇ ਵਾਸਤੇ ਕੀਤਾ ਜਾਂਦਾ? ਅਨਵਾਂਟਡ ਚੀਜ਼ਾਂ ਜਿਹੜੀਆਂ ਸਾਨੂੰ ਨਹੀਂ ਚਾਹੀਦੀਆਂ ਉਹਨੂੰ ਕੱਢ ਦਿੱਤੀਆਂ, ਜਾਂ ਕੋਈ ਚੀਜ਼ ਖਰਾਬ ਹੋ ਗਈ ਇਹ ਆਪਾਂ ਕੱਢ ਦਿੰਦੇ ਆ ਸਰੀਰ 'ਚੋਂ। ਸੋ ਆਪਰੇਸ਼ਨ ਦਾ ਮਤਲਬ ਉੱਥੇ ਇਹ ਸੀਗਾ ਕਿ ਉੱਥੇ ਕੋਈ ਅਨਵਾਂਟਡ ਚੀਜ਼ਾਂ ਸੀ, ਜਾਂ ਉੱਥੇ ਕੋਈ ਚੀਜ਼ ਸਾਨੂੰ ਚਾਹੀਦੀ ਨਹੀਂ ਸੀ, ਜਾਂ ਉਹ ਖਰਾਬ ਹੋ ਚੁੱਕੀ ਚੀਜ਼ ਸੀ। ਉਹ ਤਾਂ ਸਾਡੇ ਵਾਸਤੇ ਘੱਲੂਘਾਰਾ ਸੀ। ਘੱਲੂਘਾਰਾ ਸਾਡੇ ਬੱਚਿਆਂ ਨੂੰ ਸਮਝ ਆ ਸਕਦਾ, ਨਸਲਕੁਸ਼ੀ ਸਾਡੇ ਬੱਚਿਆਂ ਨੂੰ ਸਮਝ ਆ ਸਕਦੀ ਆ। ਸੋ ਇਹ ਸਾਰਾ ਕੁਝ ਜਿੱਡਾ ਵੀ ਉਹਨਾਂ ਵੱਲੋਂ ਸਿਰਜਿਆ ਗਿਆ, ਉਹਦਾ ਅਸੀਂ ਤਾਂ ਜਵਾਬ ਦੇ ਸਕਦੇ ਹਾਂ ਜੇ ਅਸੀਂ ਆਪਣੀ ਭਾਸ਼ਾ ਜਿਹੜੀ ਆ ਉਹ ਸਿਰਜ ਕੇ ਆਪਣੇ ਬੱਚਿਆਂ ਤੱਕ ਜਿਹੜਾ ਉਹ ਪਹੁੰਚਦਾ ਕਰੀਏ, ਤੇ ਉਹਦੇ ਵਾਸਤੇ ਮੀਡੀਆ ਹੀ ਕੰਮ ਜਿਹੜਾ ਹੈ ਉਹ ਆ ਸਕਦਾ। ਦੂਜੀ ਇਹਨਾਂ ਨੇ ਗੱਲ ਕੀਤੀ, ਕਿਉਂਕਿ ਬੁਲਾਰੇ ਬਹੁਤ ਨੇ ਤੇ ਮੈਂ ਸਿਰਫ ਤੁਹਾਨੂੰ ਆਪਾਂ ਸਿਰਫ ਨੁਕਤਾ ਮਾਤਰੀ ਗੱਲਾਂ ਜਿਹੜੀਆਂ ਨੇ ਉੱਥੇ ਕਰਾਂਗੇ। ਸੋ ਸਾਡੀ ਜਿਹੜੀ ਜੀਓ ਪੋਲਿਟਿਕਸ ਦੀ ਗੱਲ ਕੀਤੀ ਇਹਨਾਂ ਨੇ, ਜਿਹੜਾ ਪੋਲੀਟੀਕਲ ਸਟਰਕਚਰ ਆ, ਸਾਡੀ ਕੌਮ ਪਿਛਲੇ ਇੰਨੇ ਸਾਲਾਂ ਤੋਂ ਸਟਰਗਲ ਕਰ ਰਹੀ ਆ। 150 ਸਾਲ ਆਪਾਂ ਲਗਾ ਲਈਏ, ਇੰਨੀਆਂ ਸ਼ਹੀਦੀਆਂ, ਇੰਨਾ ਕੁਛ ਸਾਰਾ ਕੁਛ ਹੋਇਆ, ਤੇ ਕੌਮ ਨੂੰ ਕਿਤੇ ਕੋਈ ਉਹ ਸਥਾਨ ਕਿਉਂ ਨਹੀਂ ਮਿਲਿਆ ਹੁਣ ਤੱਕ? ਸਵਾਲ ਇਹੀ ਸਾਰਿਆਂ ਦੇ ਅੱਗੇ ਹੁੰਦਾ। ਸੋ ਇਸ ਨੂੰ ਲੱਭਣ ਵਾਸਤੇ ਜਦੋਂ ਆਪਾਂ ਤੁਰਦੇ ਆ ਨਾ, ਤੇ ਵੈਸੇ ਅਸੀਂ ਟਪਲਾ 1920 'ਚ ਖਾ ਗਏ ਆ, ਜਦੋਂ ਅਸੀਂ ਇਸ ਜਿਹੜਾ ਸਟਰਕਚਰ ਚੱਲ ਰਿਹਾ ਸੀਗਾ, ਜਿਹੜਾ ਪੋਲੀਟੀਕਲ ਸਟਰਕਚਰ ਜਿਹੜਾ ਸਾਡੇ ਸਾਹਮਣੇ ਆਇਆ ਇਸ ਟਾਈਮ ਤੇ ਡੈਮੋਕ੍ਰੇਸੀ ਦੇ ਰੂਪ ਦੇ ਵਿੱਚ, ਉਹਨੂੰ ਅਸੀਂ ਐਕਸੈਪਟ ਕਰ ਲਿਆ। ਸੋ ਸਿੱਖ ਅਡਾਪਟ ਹੀ ਕਰਦਾ ਗਿਆ, ਆਪਣੀ ਕੋਈ ਚੀਜ਼ ਉਹਨੇ ਸਿਰਜੀ ਨਹੀਂ, ਆਪਣੀ ਚੀਜ਼ ਨਾਲੋਂ ਟੁੱਟਿਆ। ਹੁਣ ਕਈ ਬੰਦੇ ਇੱਥੇ ਸਵਾਲ ਸਾਨੂੰ ਵੀ ਕਰ ਦਿੰਦੇ ਆ, ਜਾਂ ਆਮ ਕਹਿੰਦੇ ਜੀ ਤੁਹਾਡਾ ਮਾਡਲ ਕੀ ਹੋਏਗਾ, ਤੁਹਾਡਾ ਸਟਰਕਚਰ ਦੱਸੋ, ਤੁਸੀਂ ਮਾਡਲ ਕੀ ਆ? ਸੋ ਮਾਡਲ ਬੜਾ ਸਪਸ਼ਟ ਤੇ ਖੁੱਲ੍ਹਾ ਆ, ਜਿਹੜਾ ਸਾਨੂੰ ਇਹ ਮਾਡਲ ਨਹੀਂ ਦੇਣਾ ਚਾਹੀਦਾ ਕਿ ਸਾਡਾ ਪ੍ਰਧਾਨ ਮੰਤਰੀ ਕੌਣ ਹੋਏਗਾ, ਸਾਡਾ ਰਾਸ਼ਟਰਪਤੀ ਕੌਣ ਹੋਏਗਾ, ਸਾਡਾ ਬਾਕੀ ਸਟਰਕਚਰ ਕਿੱਦਾਂ ਦਾ ਹੋਏਗਾ। ਮਾਡਲ ਸਾਨੂੰ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹ ਦੇ ਕੇ ਨੇ, ਬਿਲਕੁਲ ਸਪਸ਼ਟ ਸਿੱਧਾ, ਬਿਲਕੁਲ, ਕਿ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ, ਤੇ ਇਹੀ ਸਾਡਾ ਮਾਡਲ ਆ। ਸਰਬੱਤ ਦੇ ਭਲੇ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ। ਅਸੀਂ ਕਈ ਵਾਰੀ ਸਰਬੱਤ ਦੇ ਭਲੇ ਦੇ ਵਿੱਚ ਕੱਲੇ ਮਨੁੱਖਤਾ ਨੂੰ ਲੈ ਲੈਂਦੇ ਆ ਕਿ ਮਨੁੱਖਤਾ ਜਿਹੜੀ ਆ ਸਿਰਫ ਕੱਲੀ ਉਹ ਆ। ਸਰਬੱਤ ਦਾ ਭਲਾ ਇਹ ਨਹੀਂ ਆ। ਸਰਬੱਤ ਦਾ ਭਲਾ ਇਸ ਤੋਂ ਵੀ ਉੱਪਰ ਵਾਲੀ ਗੱਲ ਆ, ਤੇ ਉਹ ਅੱਜ ਦੀ ਜ਼ਿੰਦਗੀ ਦੇ ਵਿੱਚ ਸਾਨੂੰ ਲੋਕਾਂ ਨੂੰ ਸਮਝਾਉਣਾ ਪਏਗਾ। ਸਰਬੱਤ ਦਾ ਭਲਾ ਉਹ ਵੀ ਆ ਜੋ ਚੱਲਿਆ, ਜੋ ਅਚਾਲਿਆ, ਜੋ ਉੱਡ ਰਿਹਾ, ਜੋ ਨਹੀਂ ਉੱਡ ਰਿਹਾ, ਜੋ ਪਾਣੀ 'ਚ ਜੀ ਰਿਹਾ, ਉਹ ਵੀ ਜੋ ਇਹ ਸ੍ਰਿਸ਼ਟੀ ਆ। ਅਪਾਰੇ ਨੇ ਨਾ ਸਾਰੇ ਹੁਣ ਤੱਕ ਕਿ ਐਂਟੀ ਨੇਚਰ ਗੱਲਾਂ ਨਾ ਕਰੋ ਤੁਸੀਂ। ਇਹ ਸਾਰਾ ਕੁਝ ਸਾਨੂੰ ਗੁਰੂ ਨਾਨਕ ਸਾਹਿਬ ਨੇ ਦਿੱਤਾ, ਤੇ ਇਹੀ ਚੀਜ਼ ਤੋਂ ਅਸੀਂ ਟੁੱਟੇ ਹੋਏ ਆ। ਇਹ ਚੀਜ਼ ਸਾਡਾ ਮੀਡੀਆ ਹੀ ਜਿਹੜਾ ਹੈ ਉਹ ਅੱਗੇ ਲਿਆ ਸਕਦਾ, ਕਿਉਂਕਿ ਜਿਹੜਾ ਦੂਸਰਾ ਵਹਾਅ ਹੈ ਉਹਨੂੰ ਤੋੜਨ ਦਾ ਤਰੀਕਾ ਇੱਕੋ ਹੀ ਆ। ਸੋ ਇਸ ਦੇ ਵਾਸਤੇ ਸਰਦਾਰ ਸੁਖਦੇਵ ਸਿੰਘ ਹੋਣੀ ਲਗਾਤਾਰ ਜਿਹੜੇ ਉਹ 26 ਸਾਲ ਤੋਂ ਕਰਦੇ ਨੇ। ਸਾਡਾ ਫਰਜ਼ ਬਣਦਾ ਕਿ ਅਸੀਂ ਹਰ ਪੱਖ ਦੇ ਨਾਲ ਜਿਹੜਾ ਹੈ ਉਹਨਾਂ ਦੇ ਨਾਲ ਖੜੀਏ। ਮੈਨੂੰ ਕਦੀ ਨਹੀਂ ਇਹ ਲੱਗਿਆ ਜੇ TV 84 ਤੋਂ ਆਵਾਜ਼ ਆਈ ਆ, ਕੋਈ ਗੱਲਬਾਤ ਹੋਈ ਆ, ਤਾਂ ਆਪਾਂ ਉੱਥੇ ਵੀ ਖੜੇ ਆ। ਜੇ ਅੱਜ ਦੀ ਆਵਾਜ਼ ਆ, ਇਹ ਵੀ ਸਾਡਾ ਆਪਣਾ, ਅਸੀਂ ਹਰ ਇੱਕ ਗਰੁੱਪ ਦੇ ਰੂਪ ਦੇ ਵਿੱਚ ਇਕੱਠੇ ਹੋ ਕੇ, ਚਾਹੇ ਅਸੀਂ ਅਲੱਗ-ਅਲੱਗ ਜਗ੍ਹਾ ਤੋਂ ਹੀ ਬੋਲੀਏ, ਅਲੱਗ-ਅਲੱਗ ਜਗ੍ਹਾ ਤੋਂ ਹੀ ਆਪਣੇ ਜਿਹੜੇ ਨੇ ਉਹ ਪ੍ਰੋਗਰਾਮ ਕਰੀਏ, ਪਰ ਲੇਕਿਨ ਅੰਤ ਵਿੱਚ ਸਾਡਾ ਜਿਹੜਾ ਮੰਜ਼ਿਲ ਆ ਉਹ ਇੱਕ ਹੋਣੀ ਚਾਹੀਦੀ ਆ। ਸੋ ਸਿੱਖ ਰਾਜਨੀਤੀ ਨੂੰ ਅੱਗੇ ਲਿਆਉਣ ਵਾਸਤੇ ਮੀਡੀਆ ਦਾ ਕੰਮ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਇੰਪੋਰਟੈਂਟ ਆ, ਤੇ ਇਹਦੇ ਵਾਸਤੇ ਫਿਰ ਸਾਨੂੰ ਯਤਨਸ਼ੀਲ ਵੀ ਹੋਣਾ ਪਏਗਾ। ਇੱਕ ਭਾਸ਼ਾ, ਇੱਕ ਸਾਡਾ ਆਪਣੇ ਆਪ ਦੇ ਵਿੱਚ ਕਲੀਅਰ ਹੋਣਾ, ਕਿਉਂਕਿ ਅਸੀਂ ਕਈ ਵਾਰੀ ਆਪ ਹੀ ਕਲੀਅਰ ਨਹੀਂ ਆ। ਅਸੀਂ ਛੋਟੀਆਂ ਗੱਲਾਂ ਤੇ ਲੋਕਾਂ ਨੂੰ ਐਕਸਪਲੇਨ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਆਹ ਦੇਖੋ ਜੀ ਸਾਡਾ ਇਸ ਤਰ੍ਹਾਂ ਦਾ ਨਾਲ ਮਾਡਲ ਹੋਏਗਾ, ਪਰ ਮਾਡਲ ਗੁਰੂ ਸਾਹਿਬ ਨੇ ਸਾਨੂੰ ਸਾਰਾ ਹੀ ਸਪਸ਼ਟ ਕਰ ਦਿੱਤਾ। ਉਹੋ ਹੀ ਮਾਡਲ ਸਾਨੂੰ ਪ੍ਰਚਾਰਨਾ ਪਏਗਾ, ਕਿਉਂਕਿ ਜਿਸ ਤੋਂ ਅਸੀਂ ਟੁੱਟੇ ਆ। ਇਹੀ ਪ੍ਰਚਾਰ ਕੇ ਅਸੀਂ ਜਿਹੜਾ ਉਹ ਆਪਣਾ ਲੋਕਾਂ ਦੁਨੀਆ 'ਚ ਜਿਹੜਾ ਹੈ ਉਹ ਦੱਸ ਸਕਦੇ ਹੈਗੇ ਆ। ਸੋ ਗੁਰੂ ਸਾਹਿਬ ਨੇ ਤਾਂ ਜੇ ਆਪਾਂ ਗੱਲ ਕਰਦੇ ਆ ਅੱਜ ਜਿਹੜੀ ਆ ਸਾਨੂੰ ਮਾਰਕੀਟ ਦੇ ਵਿੱਚ ਦੇਖ ਰਿਹਾ ਨਾ ਕਿ ਮੰਦੀ ਆ ਸਾਰੀ ਦੀ ਸਾਰੀ,
ਜਿਹਨੂੰ ਇੱਕ ਇਕਨੋਮਿਕਲ ਆਪਾਂ ਕਹਿ ਸਕਦੇ ਹੈਗੇ ਆ ਕਿ ਇੱਕ ਸਟਰਕਚਰ ਵਿਗੜ ਰਿਹਾ। ਅਸਲ 'ਚ ਇਕਨੋਮਿਕਲ ਸਟਰਕਚਰ ਨਹੀਂ ਵਿਗੜ ਰਿਹਾ, ਅਸਲ ਦੇ ਵਿੱਚ ਪੋਲੀਟੀਕਲ ਸਟਰਕਚਰ ਵਿਗੜ ਰਿਹਾ ਹੈਗਾ, ਕਿਉਂਕਿ ਤਿੰਨ ਚੀਜ਼ਾਂ ਦਾ ਇਕੱਠੇ ਹੋਣਾ ਤੇ ਤਿੰਨ ਚੀਜ਼ਾਂ ਦਾ ਇਕੱਠੇ ਹੀ ਬ੍ਰੇਕ ਹੋਣਾ। ਕਿਉਂਕਿ ਜਦੋਂ ਇਹ ਡੈਮੋਕ੍ਰੇਸੀ ਦੇ ਵਿੱਚ ਇਹ ਤਿੰਨ ਚੀਜ਼ਾਂ ਇਕੱਠੀਆਂ ਹੋਈਆਂ ਨੇ, ਇੱਕ ਜਿਹੜਾ ਬਿਊਰੋਕ੍ਰੇਸੀ, ਦੂਸਰਾ ਨੰਬਰ ਜਿਹੜਾ ਇਲੈਕਟ੍ਰੋਨਿਕ ਪੋਲਿਟਿਕਸ ਜਿਹੜੀ ਹੈਗੀ ਆ, ਤੇ ਜਿਹੜਾ ਤੀਜਾ ਹੈਗਾ ਕੈਪੀਟਲਿਜ਼ਮ। ਅੱਜ ਡਿਸਟਰਬ ਇਸ ਤਰ੍ਹਾਂ ਦੇ ਨਾਲ ਹੀ ਕੀਤਾ ਜਾ ਰਿਹਾ। ਅਸਲ 'ਚ ਇਹ ਸਾਰਾ ਕੁਝ ਇਕਨੋਮਿਕਲ ਖੇਡ ਦਿਖਾਈ ਜਾ ਰਹੀ ਆ, ਅਸਲ 'ਚ ਇਹ ਪੋਲੀਟੀਕਲ ਸਟਰਕਚਰ ਬਦਲੂਗਾ ਸਾਰਾ ਦਾ ਸਾਰਾ ਹੀ। ਤੇ ਅਸੀਂ ਬੜੀ ਗੁੱਡ ਪੋਜੀਸ਼ਨ 'ਚ ਆ, ਕਿਉਂਕਿ ਅਸੀਂ ਇੰਟਰਨੈਸ਼ਨਲੀ ਸਭ ਕੁਝ ਦੇ ਸਕਦੇ ਆ ਉਹਨਾਂ ਨੂੰ, ਇੱਕ ਮਾਡਲ ਨਵਾਂ ਸਟਰਕਚਰ ਦੇ ਸਕਦੇ ਆ। ਪਰ ਉਹ ਸਟਰਕਚਰ ਤਾਂ ਦਿੱਤਾ ਜਾ ਸਕਦਾ ਜਿੱਦਾਂ ਕੋਈ ਕੋਲੋਨਾਈਜ਼ਰ ਇੱਕ ਵੱਡਾ ਕੋਈ ਕਾਲੋਨੀ ਉਸਾਰਨੀ ਹੋਵੇ ਤੇ ਉਹਨੂੰ ਇੱਕ ਮਾਡਲ ਹਾਊਸ ਦੀ ਜ਼ਰੂਰਤ ਹੁੰਦੀ ਆ। ਇਸੇ ਤਰ੍ਹਾਂ ਹੀ ਸਾਨੂੰ ਖਾਲਿਸਤਾਨ ਦੀ ਜ਼ਰੂਰਤ ਆ, ਜਿਹਦੇ 'ਚ ਅਸੀਂ ਦੱਸ ਸਕੀਏ ਕਿ ਪਵਨ ਗੁਰੂ ਪਾਣੀ ਪਿਤਾ, ਉਹ ਤਾਂ ਕਹਿੰਦੇ ਨੇ ਸਿਰਫ ਨਾ, ਉਹ ਤਾਂ ਦਿਖਾਇਆ ਜਾਂਦਾ ਇਸ ਮਾਡਰਨ ਸਟਰਕਚਰ ਦੇ ਵਿੱਚ, ਪਰ ਸਾਡੇ ਤਾਂ ਗੁਰੂ ਸਾਹਿਬ ਨੇ ਸਾਨੂੰ ਦਿੱਤਾ। ਤੇ ਇਹ ਕੰਮ ਸਾਰਾ ਹੈਗਾ ਮੀਡੀਆ ਦਾ। ਸੋ ਮੀਡੀਆ ਜਿਹੜਾ ਬਹੁਤ ਇੰਪੋਰਟੈਂਟ ਰੋਲ ਨਿਭਾ ਸਕਦਾ ਹੈਗਾ। ਸਾਨੂੰ ਇਹ ਚਾਹੀਦਾ ਕਿ ਅਸੀਂ ਇੱਕ ਬਾਹਾਂ ਬਣ ਕੇ, ਇੱਕ ਜਿੱਥੇ ਅਸੀਂ ਬ੍ਰਾਂਚ ਆ ਡਿਫਰੈਂਟ ਤਰ੍ਹਾਂ ਦੇ ਨਾਲ, ਉਸ ਤਰ੍ਹਾਂ ਦੇ ਨਾਲ ਭਾਵੇਂ ਅਸੀਂ ਵਿਚਰੀਏ, ਪਰ ਸਾਡੀ ਜੜ ਇੱਕ ਹੋਵੇ ਤੇ ਫਿਰ ਸਾਨੂੰ ਰਸਤਾ ਜਿਹੜਾ ਨਾ, ਉਹ ਮੰਜ਼ਿਲ ਜਿਹੜੀ ਆ ਸਾਡੀ ਬਿਲਕੁਲ ਨੇੜੇ ਹੋ ਸਕਦੀ ਹੈਗੀ ਆ। ਸੋ ਫਿਰ ਮੈਂ ਦੁਬਾਰਾ ਸਰਦਾਰ ਸੁਖਦੇਵ ਸਿੰਘ ਹੋਣਾ ਨੂੰ 26 ਸਾਲ ਪੂਰੇ ਹੋਣ ਦੇ ਉੱਤੇ ਬਹੁਤ ਵਧਾਈ ਦਿੰਦਾ, ਤੇ ਤੁਹਾਡਾ ਸਾਰੇ ਸੰਗਤਾਂ ਦਾ ਜਿਹੜੇ ਇੱਥੇ ਪਹੁੰਚੇ ਆਪਣਾ ਸਮਾਂ ਕੱਢ ਕੇ, ਉਹਨਾਂ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ। ਆਪਣੇ ਬਸ 10-15 ਮਿੰਟ ਰਹਿ ਗਏ, ਉਸ ਤੋਂ ਬਾਅਦ ਲੰਚ ਰੈਡੀ ਹੈ ਸਾਰਿਆਂ ਲਈ। ਸ੍ਰੀ ਗੁਰੂ ਸਿੰਘ ਸਭਾ ਮਾਲਟਨ ਰੋਡ ਗੁਰੂ ਘਰ ਦੇ ਮੁੱਖ ਸੇਵਾਦਾਰ ਦਲਜੀਤ ਸਿੰਘ ਸੇਖ ਹੋਣਾ ਨੂੰ ਮੈਂ ਚਾਹੁੰਦਾ ਕਿ ਉਹ 2 ਮਿੰਟ ਆ ਕੇ ਪੰਥਕ ਰੇਡੀਓ ਅਤੇ ਪੰਥਕ ਸਟੇਜ ਮੇਨਟੇਨ ਕਰਨ ਦੀ ਜਿਹੜੀ ਅਹਿਮੀਅਤ ਆ ਉਹਦੇ ਬਾਰੇ ਗੱਲ ਕਰਨ, ਅਤੇ ਖਾਸ ਕਰਕੇ ਜਿਹੜਾ ਆਪਣੇ ਪੰਥ ਦੇ ਵਿੱਚ ਮੀਰੀ ਪੀਰੀ ਦਾ ਸਿਧਾਂਤ ਆ, ਉਸ ਨੂੰ ਕਮਿਊਨਿਟੀ ਦੇ ਵਿੱਚ ਕਿਵੇਂ ਅਸੀਂ ਪ੍ਰਫੁੱਲਤ ਕਰ ਸਕਦੇ ਹਾਂ, ਉਹਦੇ ਉੱਤੇ ਚਾਨਣਾ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇੱਥੇ ਅੱਜ ਦੀ ਆਵਾਜ਼ ਸਰਦਾਰ ਸੁਖਦੇਵ ਸਿੰਘ ਵੱਲੋਂ ਜਿਵੇਂ 26 ਸਾਲ ਦਾ ਸਮਾਂ ਇਹਦੇ ਉੱਤੇ ਕੌਮ ਦੀ ਆਵਾਜ਼ ਬਣ ਕੇ ਸਮਾਂ ਕੱਢਿਆ ਹੈ ਇਹਨਾਂ ਨੇ, ਔਰ ਹਮੇਸ਼ਾ ਪਹਿਲੇ ਦਿਨ ਤੋਂ ਹੀ ਉਸੇ ਚਾਲ ਨਾਲ ਚੱਲ ਰਹੇ ਨੇ, ਕਿਉਂਕਿ ਪ੍ਰੋਗਰਾਮ ਰੇਡੀਓ ਦੇ ਕਿਸੇ ਤਰ੍ਹਾਂ ਦਾ ਮੀਡੀਆ ਚਲਾਉਣਾ ਫਾਈਨੈਂਸ਼ੀਅਲ ਤੌਰ 'ਤੇ ਬੜਾ ਚੈਲੰਜ ਇੱਥੇ ਹੁੰਦਾ ਹੈ। ਵਿਸ਼ੇਸ਼ ਤੌਰ 'ਤੇ ਜਦੋਂ ਤੁਸੀਂ ਕੌਮ ਦੀ ਗੱਲ ਕਰਨੀ ਆ, ਉਹਦੇ ਬਾਵਜੂਦ ਬਹੁਤ ਸੋਹਣੀ ਸਟਰਗਲ ਇਹਨਾਂ ਨੇ ਆਪਣੇ ਮਨ ਲਾ ਕੇ ਤਨ ਨਾਲ ਕੀਤੀ ਹੈ। ਅਤੇ ਅਸੀਂ ਵੀ ਇਸ ਸਮੇਂ ਦੇ ਵਿੱਚ ਇਸ ਮੀਡੀਆ ਦੀ ਕਿੰਨੀ ਕੁ ਇੰਪੋਰਟੈਂਸ ਹੈ, ਸਪੈਸ਼ਲੀ ਜਦੋਂ ਹੁਣ ਪਿਛਲੇ ਦਿਨਾਂ ਵਿੱਚ ਆਪਾਂ ਇੱਥੇ ਦੇਖਿਆ ਕਿ ਰੈਫਰੈਂਡਮ ਹੋਇਆ ਹੈ। ਉਦੋਂ ਰੈਫਰੈਂਡਮ ਤੋਂ ਪਹਿਲਾਂ ਇੱਥੇ ਕਈ ਮੀਡੀਆ ਵਾਲੇ ਮੈਂ ਜਾਣਦਾ ਜਿਨ੍ਹਾਂ ਨੂੰ ਤਕਰੀਬਨ ਹਮੇਸ਼ਾ ਉਹਨਾਂ ਨੇ ਗੱਲ ਕਰਨੀ ਕੌਮ ਦੀ, ਪੰਥ ਦੀ, ਪਰ ਜਦੋਂ ਰੈਫਰੈਂਡਮ ਦੀ ਗੱਲ ਆਈ ਉੱਥੇ ਬੜਾ ਹੈਰਾਨਗੀ ਹੋਈ ਕਿ ਫੋਨ ਚੱਕਣ ਵੀ ਹਟ ਗਏ, ਕਿ ਜੇ ਇਹਨਾਂ ਨੇ ਫੋਨ ਚੱਕਿਆ ਤਾਂ ਸਾਨੂੰ ਕਹਿਣਗੇ ਬੋਲੋ ਜਾਂ ਐਡ ਲਾਓ। ਅਤੇ ਜਦੋਂ ਹੋਰ ਫੋਨ ਕੀਤਾ ਤਾਂ ਇਹ ਕਿਹਾ ਕਿ ਅਸੀਂ ਰੈਫਰੈਂਡਮ ਦੀ ਗੱਲ ਨਹੀਂ ਕਰ ਸਕਦੇ, ਔਰ ਉਹ ਇਹ ਵੀ ਉਹਨਾਂ ਨੇ ਕਿਹਾ ਕਿ ਸਾਨੂੰ ਪਤਾ ਜੋ ਹੋ ਰਿਹਾ, ਬਹੁਤ ਵਧੀਆ ਕਰ ਰਹੇ ਹੋ, ਬਹੁਤ ਵਧੀਆ ਕੌਮ ਦੀ ਆਵਾਜ਼ ਆ, ਪਰ ਸਾਡੀ ਮਜਬੂਰੀ ਆ। ਮਜਬੂਰੀ ਵੀ ਇੱਥੋਂ ਤੱਕ ਕਿ ਸਾਡੇ 'ਤੇ ਤਾਂ ਜ਼ੋਰ ਪਾਇਆ ਗਿਆ, ਸਾਡੇ ਸਟੇਸ਼ਨ ਨੂੰ ਵੀ ਸਪੈਸ਼ਲ ਤੌਰ 'ਤੇ ਕਿਹਾ ਗਿਆ ਕਿ ਤੁਸੀਂ ਰੈਫਰੈਂਡਮ ਦੀ ਗੱਲ ਨਹੀਂ ਕਰਨੀ ਹੈਗੀ, ਇਹਨੂੰ ਬਿਲਕੁਲ ਪ੍ਰਮੋਟ ਨਹੀਂ ਕਰਨਾ। ਸੋ ਉਸ ਸਮੇਂ ਵੀ ਭਾਈ ਸੁਖਦੇਵ ਸਿੰਘ ਪੂਰੇ ਡਟ ਕੇ ਖੜ੍ਹੇ ਰਹੇ ਨੇ, ਔਰ ਇਹਨਾਂ ਨੇ ਬਾਖੂਬੀ ਉਸ ਸੇਵਾ ਨੂੰ ਨਿਭਾਇਆ। ਉਸ ਦੇ ਲਈ ਅਸੀਂ ਵੀ ਇਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ, ਔਰ ਹਰ ਤਰ੍ਹਾਂ ਦਾ ਸਹਿਯੋਗ ਜਿੰਨੇ ਜੋਗੇ ਹਾਂ ਹਮੇਸ਼ਾ ਕੌਮ ਦੀ ਆਵਾਜ਼ ਨੂੰ ਬੁਲੰਦ ਕਰਕੇ ਦਿੰਦੇ ਰਹਾਂਗੇ। ਆਪ ਸਾਰਿਆਂ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ। ਹੁਣ ਮੈਂ ਉਸ ਆਵਾਜ਼ ਨੂੰ ਤੁਹਾਡੇ ਰੂਬਰੂ ਕਰੂੰਗਾ ਜੋ ਆਪਾਂ ਹਰ ਰੋਜ਼ ਸ਼ਾਮ ਨੂੰ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਦੇ ਕਰਤਾ ਧਰਤਾ ਸੁਖਦੇਵ ਸਿੰਘ ਗਿੱਲ, ਤੁਸੀਂ ਜ਼ਰੂਰ ਆ ਕੇ ਆਪਦੇ ਵਿਚਾਰ ਦਿਓ।
ਅਤੇ ਨਾਲ ਮੈਂ ਥੋੜ੍ਹੀ ਜਿਹੀ ਧੰਨਵਾਦ ਕਰਨਾ ਚਾਹੁੰਦਾ ਰਮਨਦੀਪ ਕੌਰ ਗਰੇਵਾਲ, ਉਹਨਾਂ ਦਾ ਸਾਰਾ ਪਰਿਵਾਰ ਮਦਦ ਕਰਦੇ ਨੇ। ਬੇਵਡ ਗੁਰਦੁਆਰਾ ਸਾਹਿਬ ਸੁਰਜੀਤ ਸਿੰਘ ਪਰਿਵਾਰ ਸਾਰਾ ਸਾਡੀ ਮਦਦ ਕਰਦੇ ਨੇ, ਬਹੁਤ ਬਹੁਤ ਧੰਨਵਾਦ। ਸਾਰੇ ਹੀ ਸੱਜਣ ਵਿਪਨਦੀਪ ਮਲੋਕ ਦਾ ਆਫਿਸ ਤੋਂ ਪਹੁੰਚੇ ਹੋਏ ਨੇ, ਖਾਲਸਾ ਫਰਨੀਚਰ ਸਾਰਿਆਂ ਦਾ, ਸੋਮੋ ਵਾਚਸ ਤੋਂ ਸੋਮੋ ਸਾਹਿਬ ਪਹੁੰਚੇ ਹੋਏ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਫਰੀਦਾ ਬਾਰ ਪਰਾਏ ਵੈਸਣਾ ਸਾਈਂ ਬੁਝੇ ਨ ਦੇ, ਜੇ ਤੂੰ ਏਵੇਂ ਰੱਖਸੀ ਜਿਉ ਸਰੀਰੋ ਨੇ। ਅੱਜ ਦੀ ਆਵਾਜ਼ ਦੇ 26 ਸਾਲ ਪੂਰੇ ਹੋਣ ਤੇ ਇਕੱਤਰ ਹੋਏ ਆ। ਸਭ ਨੂੰ ਜੀ ਆਇਆਂ ਤੇ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਕਿੱਥੋਂ ਸ਼ੁਰੂ ਕਰੀਏ ਤੇ ਕਿੱਥੇ ਸਮਾਪਤ ਕਰੀਏ? ਗੱਲ ਸ਼ੁਰੂ ਵੀ ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਤੋਂ ਹੁੰਦੀ ਹੈ, ਗੱਲ ਸਮਾਪਤ ਵੀ ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਹੋਣੀ ਹੈ, ਕਿਉਂਕਿ ਉਸ ਅਕਾਲ ਪੁਰਖ ਨੇ ਜਿੰਨੀ ਸਾਨੂੰ ਉਮਰ ਬਖਸ਼ੀ ਹੈ, ਜਿੰਨਾ ਸਾਨੂੰ ਸੋਰਸਸ ਬਖਸ਼ੇ ਨੇ, ਹਰ ਇੱਕ ਸਿੱਖ ਦਾ ਹੀ ਫਰਜ਼ ਬਣ ਜਾਂਦਾ ਕਿ ਜੇ ਉਹਦੇ ਕੋਲ ਮਾਈਕ ਹੈ ਜਾਂ ਜੇ ਉਹਦੇ ਕੋਲ ਕੋਈ ਵੀ ਹੀਲਾ ਵਸੀਲਾ ਹੈ, ਉਹ ਆਪਣੇ ਪੰਥ ਨਾਲ ਖੜੇ, ਕਿਉਂਕਿ ਗੁਰੂ ਸਾਹਿਬ ਨੇ ਤਾਂ ਖੁਦ ਆਪਣੇ ਪੰਥ ਨਾਲ ਖੜੇ। ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ। ਸੋ ਅਸੀਂ ਕੋਈ ਬਹੁਤਾ ਵੱਡਾ ਕੰਮ ਨਹੀਂ ਕਰ ਰਹੇ। ਅੱਜ ਦੀ ਆਵਾਜ਼ ਇੱਕ ਆਮ ਮੀਡੀਆ ਦੀ ਤਰ੍ਹਾਂ ਵੀ ਹੈ, ਜਿੱਥੇ ਅਸੀਂ ਕੈਨੇਡਾ ਦੀ ਗੱਲ, ਆਪਣੀ ਕੌਮ ਦੀ ਗੱਲ ਤੇ ਖਾਸ ਕਰਕੇ ਇੱਥੇ ਦੀਆਂ ਖਬਰਾਂ ਹੋਰ ਜੋ ਆਮ ਮੀਡੀਆ ਕਰਦਾ ਉਹ ਗੱਲਬਾਤ ਕਰਦੇ ਆ। ਖਾਸ ਇਸ ਕਰਕੇ ਵੀ ਆ ਕਿ ਅਸੀਂ ਗੁਰੂ ਗ੍ਰੰਥ, ਗੁਰੂ ਪੰਥ, ਮੀਰੀ ਤੇ ਪੀਰੀ ਸਾਡਾ ਹੱਕ, ਸਾਡਾ ਪੱਖ, ਹਰ ਇੱਕ ਬੰਦਾ ਪੁੱਛਦਾ ਵੀ ਸਾਡਾ ਹੱਕ ਕਿੱਥੇ ਆ, ਮੇਰਾ ਰਾਈਟ ਕਿੱਥੇ ਆ। ਤੇ ਜਦੋਂ ਸਾਡੇ ਹੱਕ ਦੀ ਪੱਖ ਦੀ ਗੱਲ ਆਉਂਦੀ ਆ, ਉਦੋਂ ਸਾਨੂੰ ਪਤਾ ਨਹੀਂ ਕੀ ਹੋ ਜਾਂਦਾ, ਕੀ ਮਜਬੂਰੀ ਪੈ ਜਾਂਦੀ ਹੈ, ਕੀ ਪ੍ਰੋਬਲਮ ਆ ਜਾਂਦੀ ਹੈ ਕਿ ਅਸੀਂ ਉਹ ਕਿਉਂ ਨਹੀਂ ਕਰਦੇ। ਮੇਰਾ ਤਾਂ ਸਾਰਿਆਂ ਨੂੰ ਬੇਨਤੀ ਹੈ, ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਾਰੇ ਸੱਜਣ ਇੱਥੇ ਬੈਠੇ ਨੇ, ਤੁਸੀਂ ਬਹੁਤ ਬਖੂਬੀ ਇਸ ਟੋਰਾਂਟੋ ਦੀ ਧਰਤੀ 'ਤੇ ਕੰਮ ਕਰ ਰਹੇ ਹੋ, ਵਧਾਈ ਦੇ ਪਾਤਰ ਹੋ। ਰਾਗੀ ਢਾਡੀ ਪ੍ਰਚਾਰਕ ਵੀ ਕੌਮ ਦਾ ਪ੍ਰਚਾਰ ਕਰਨ। ਜੇ ਕੋਈ ਜਿੱਥੇ ਕੋਈ ਬੈਠਾ, ਜਹਾਂ ਜਹਾਂ ਖਾਲਸਾ ਸਾਹਿਬ ਤਹਾਂ ਤਹਾਂ ਰਸ਼ਿਆ ਰਹਿ ਦੇਖ ਤੇ ਫਤਿਹ, ਪੰਥ ਕੀ ਜੀਤ ਵਿਦ ਕੀ ਪੈਜ। ਕਿਉਂਕਿ ਜਦੋਂ ਅਸੀਂ 1996 'ਚ ਰੇਡੀਓ ਸ਼ੁਰੂ ਕੀਤਾ, ਖਾਲਸਾ ਸਾਹਿਬ ਨੇ ਕਿਹਾ ਕਿ ਮੇਰੇ ਕੋਲ 1 ਘੰਟਾ ਟਾਈਮ ਖਾਲੀ ਆ ਵੀ, ਜੇ ਤੁਸੀਂ, ਮੈਂ ਹੀ ਫੋਨ ਕੀਤਾ ਮੈਂ ਉਹਨਾਂ ਨੂੰ ਵੀ ਆਪਾਂ ਕਰਨਾ ਚਾਹੁੰਦੇ, ਕਹਿੰਦਾ ਵੀ ਕੰਮ ਔਖਾ। ਮੈਂ ਕਿਹਾ ਕੋਈ ਨਹੀਂ, ਔਖਾ ਤਾਂ ਆਪਾਂ ਕਰਾਂਗੇ। ਹਾਂਜੀ, ਉਦੋਂ ਕਈਆਂ ਸਲਾਹ, ਹੁਣ ਤਾਂ ਕਹਿੰਦੇ ਜੀ ਖਾਲਿਸਤਾਨ ਦੀ ਗੱਲ ਖਤਮ ਹੋ ਗਈ ਤੇ ਹੁਣ ਤੁਸੀਂ ਕਹਿੰਦੇ ਪ੍ਰੋਗਰਾਮ ਸ਼ੁਰੂ ਕਰ ਲਿਆ। ਮੈਂ ਕਿਹਾ ਵੀ ਖਾਲਿਸਤਾਨ ਦੀ ਗੱਲ ਜਾਂ ਕੌਮ ਦੀ ਆਜ਼ਾਦੀ ਦੀ ਗੱਲ ਜਦੋਂ ਇੱਕ ਵਾਰੀ ਸ਼ੁਰੂ ਹੋ ਜਾਂਦੀ ਹੈ, ਸੰਘਰਸ਼ ਉਦੋਂ ਖਤਮ ਹੁੰਦਾ ਜਦੋਂ ਪ੍ਰਾਪਤੀ ਹੋ ਜਾਂਦੀ ਹੈ। ਸੋ ਅਸੀਂ ਤਾਂ ਇੱਕ ਛੋਟਾ ਜਿਹਾ ਆਪਣੇ ਵੱਲੋਂ ਯੋਗਦਾਨ ਪਾਉਣਾ ਸੀ, ਪਾ ਰਹੇ ਹਾਂ ਅਤੇ ਪਾਉਣ ਦੀ ਕੋਸ਼ਿਸ਼ ਰਹੇਗੀ। ਉਹਦੇ ਲਈ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ, ਸਾਡੇ ਸਾਰੇ ਸਪਾਂਸਰ, ਸਾਡੀਆਂ ਪੰਥਕ ਸੰਸਥਾਵਾਂ, ਹਮ ਖਿਆਲੀ ਜਾਂ ਮੀਡੀਆ ਜਿਹੜੇ ਵੀ ਸਾਡਾ ਕੋਈ ਸਾਥ ਦੇ ਰਹੇ ਨੇ, ਖਾਸ ਕਰਕੇ ਆਪਣੇ ਸੰਜੀਵ ਜੀ, ਕੁਲਜੀਤ ਸਿੰਘ ਤੇ ਨਿਰਵੈਰ ਤੋਂ ਵੀ ਭਾਈ ਸਾਹਿਬ ਪਹੁੰਚੇ ਨੇ, ਉਹਨਾਂ ਦਾ ਵੀ ਧੰਨਵਾਦ। ਕਿਉਂਕਿ ਸਾਡੇ ਕੋਲ ਇੱਥੇ ਟੋਰਾਂਟੋ ਦੇ ਵਿੱਚ ਕੋਈ 10-11 ਰੇਡੀਓ ਸਟੇਸ਼ਨ ਨੇ, 10-11 ਰੇਡੀਓ ਸਟੇਸ਼ਨ ਨੇ। ਸਵੇਰ ਤੋਂ ਲੈ ਕੇ ਸ਼ਾਮ ਤੱਕ ਪੰਜਾਬੀ ਮਾਂ ਬੋਲੀ, ਭਾਰਤ ਮਾਤਾ ਦੀ ਸੇਵਾ ਕਰ ਰਹੇ ਨੇ, ਕਰਦਾ ਰਹੇ ਨੇ। ਪਰ ਜਦੋਂ ਆਪਣੀ ਗੱਲ ਕਰਨ ਦੀ ਗੱਲ ਆਉਂਦੀ ਹੈ, ਆਪਣੇ ਹੱਕ ਦੀ ਗੱਲ ਕਰਨੀ ਆਉਂਦੀ, ਘੱਟੋ ਘੱਟ ਬੈਲੈਂਸ ਤਾਂ ਰੱਖੀਏ ਨਾ ਵੀ ਹਾਂ, ਜੇ ਅਸੀਂ 1 ਘੰਟੇ 'ਚੋਂ 30 ਮਿੰਟ ਭਾਰਤ ਦੀ ਗੱਲ ਕਰਨੀ ਹੈ, ਜਿਹਦਾ ਖਾਨੇ ਆ, ਜਿਹਦਾ ਨਾਂ ਸਾਡੇ ਨਾਲ ਲੱਗਾ ਹੋਇਆ, ਉਹਨਾਂ ਦੀ ਵੀ ਗੱਲ ਕਰਨੀ ਹੈ, ਉੱਥੇ ਉਹ ਫੇਲ ਨੇ, ਉੱਥੇ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਨੇ। ਕੈਨੇਡੀਅਨ ਰੂਲਸ ਰੈਗੂਲੇਸ਼ਨ ਦੇ ਅਨੁਸਾਰ ਤੁਹਾਨੂੰ ਕੋਈ ਨਹੀਂ ਰੋਕਦਾ ਕਿ ਤੁਸੀਂ ਆਪਣੇ ਪੱਖ ਦੀ ਗੱਲ, ਆਪਣੇ ਹੱਕ ਦੀ ਗੱਲ ਨਾ ਕਰੋ, ਅਨਲੈਸ ਤੁਸੀਂ ਕਰਨਾ ਨਹੀਂ ਚਾਹੁੰਦੇ। ਸਾਡੇ ਸਟੇਸ਼ਨ 'ਤੇ ਵੀ ਇਸ ਸਾਲ ਸ਼ਿਕਾਇਤਾਂ ਦੇ ਹੜ੍ਹ ਆਏ। ਇਹਨਾਂ ਸ਼ਿਕਾਇਤਾਂ ਦੇ ਹੜ੍ਹਾਂ ਦੇ ਵਿੱਚੋਂ ਅਸੀਂ ਗੁਰੂ ਦੀ ਕਿਰਪਾ ਦੇ ਨਾਲ, ਤੁਹਾਡੇ ਸਹਿਯੋਗ ਦੇ ਨਾਲ ਬਹੁਤ ਕਾਮਯਾਬੀ ਨਾਲ ਨਿਕਲੇ ਆ। ਅਤੇ ਸਾਨੂੰ
1300 BM ਦੀ ਸਾਰੀ ਮੈਨੇਜਮੈਂਟ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਕਿਹਾ ਵੀ ਜੋ ਤੁਸੀਂ ਕਰ ਰਹੇ ਹੋ ਕਰੀ ਚੱਲੋ, ਕਿਉਂਕਿ ਬੈਲੈਂਸ ਤਾਂ ਰੱਖਣਾ ਪਊਗਾ ਨਾ, ਵੀ ਬੈਲੈਂਸ ਜੇ ਹੈ ਹੀ ਨਹੀਂ, ਅਸੀਂ ਤਾਂ ਇੱਕ ਪਾਸੇ ਦੀ ਗੱਲ ਕਰ, ਅਸੀਂ ਤਾਂ ਕਹਿੰਦੇ ਸਾਡੇ ਰੇਡੀਓ ਤੇ ਕੋਈ ਵੀ ਬੋਲੇ, ਅਸੀਂ ਆਪਣੀ ਗੱਲ ਵੀ ਕਰਦੇ ਹਾਂ। ਆਫ ਕੋਰਸ ਮੇਰਾ ਆਪਣਾ ਰਾਈਟ ਆ, ਜਿੱਥੋਂ ਇਹ ਬੰਦਾ ਆਪਣਾ ਰਾਈਟ ਹੋ ਸਕਦਾ। ਗੱਲ ਤਾਂ ਇੰਨੀ ਕੁ ਹੈ ਨਾ, ਜਦੋਂ ਤੁਸੀਂ ਇਸ ਦੇਸ਼ ਵਿੱਚ ਬਹਿ ਕੇ ਗੱਲ ਕਰਦੇ ਹੋ, ਇੱਥੇ ਰੈਫਰੈਂਡਮ ਦੀ ਗੱਲ ਹੁੰਦੀ ਇਕੁਇਬਕ ਦੇ ਵਿੱਚ, ਸਾਡੀ ਕਿਉਂ ਨਹੀਂ ਹੋ ਸਕਦੀ? ਜੇ ਸਕਾਟਲੈਂਡ ਹੁੰਦੀ ਹੈ, ਸਾਡੀ ਕਿਉਂ ਨਹੀਂ ਹੋ ਸਕਦੀ? ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼, ਉੱਥੇ ਜਿੱਥੇ ਲੋਕਾਂ ਦੇ ਹੱਕ ਮਾਰੇ ਗਏ, ਜਿੱਥੇ 1947 ਤੋਂ ਲੈ ਕੇ 84 ਤੋਂ ਲੈ ਕੇ ਹੁਣ ਤੱਕ ਜੋ ਅਸੀਂ ਅਜੋਕੇ ਇਤਿਹਾਸ ਵਿੱਚ ਦੇਖਿਆ, ਸੁਣਿਆ, ਵਿਚਾਰਿਆ, ਪਰਿਵਾਰਾਂ ਨੇ ਹੰਢਾਇਆ ਤੇ ਅੱਜ ਵੀ ਹੰਢਾ ਰਹੇ ਨੇ। ਕੱਲ੍ਹ ਨੂੰ ਕੀ ਹੋਣਾ? ਕੱਲ੍ਹ ਨੂੰ ਉਹੀ ਹੋਣਾ ਜੋ ਅਸੀਂ ਅੱਜ ਕਰਨਾ। ਕੱਲ੍ਹ ਦਾ ਆਉਣ ਵਾਲਾ ਜਿਹੜਾ ਭਵਿੱਖ ਆ ਉਹੀ ਹੋਵੇਗਾ ਜੋ ਅਸੀਂ ਅੱਜ ਕਰਨਾ। ਇਸੇ ਕਰਕੇ ਅੱਜ ਦੀ ਆਵਾਜ਼ ਦਾ ਨਾਮ ਵੀ ਅੱਜ ਦੀ ਆਵਾਜ਼ ਹੈ। ਜੇ ਅੱਜ ਅਸੀਂ ਆਪਣੇ ਪੱਖ ਤੇ ਹੱਕ ਦੀ ਗੱਲ ਨਾ ਕੀਤੀ ਤਾਂ ਕੱਲ੍ਹ ਨੂੰ ਸਾਨੂੰ ਇਤਿਹਾਸ ਨੇ ਮਾਫ ਨਹੀਂ ਕਰਨਾ। ਇਸ ਕਰਕੇ ਅਸੀਂ ਤਾਂ ਭਾਈ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਖਾਸ ਤੌਰ ਤੇ ਮੈਂ ਡਾਕਟਰ ਅਮਰਜੀਤ ਸਿੰਘ ਸਾਹਿਬ ਜਿਹੜੇ ਸਾਡੇ ਇਸ ਰੇਡੀਓ ਤੇ ਲਗਾਤਾਰ 26 ਸਾਲਾਂ ਤੋਂ ਆ ਰਹੇ ਨੇ, TV 84 ਤੇ ਵੀ ਆਪਣਾ ਫਰਜ਼ ਨਿਭਾ ਰਹੇ ਨੇ। ਸਰਦਾਰ ਭੁਪਿੰਦਰ ਸਿੰਘ ਢਿੱਲੋਂ ਸਾਹਿਬ ਬੈਠੇ ਨੇ, ਚਰਨਜੀਤ ਸਿੰਘ ਨੇ, ਸੁਖਵਿੰਦਰ ਸਿੰਘ ਹੰਸਰਾ ਅੱਜ ਆਪਣੇ ਵਿੱਚ ਨਹੀਂ ਹਨ, ਪਰ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਤਾਂ ਉਹਨਾਂ ਦਾ ਫਰਜ਼ ਹੁਣ ਹਰਪ੍ਰੀਤ ਸਿੰਘ ਹੰਸਰਾ ਨਿਭਾ ਰਹੇ ਨੇ। ਸੋ ਇਹ ਗੱਲ ਅਕਸਰ ਮੈਂ ਕਹਿੰਦਾ ਹੁੰਦਾ ਕਿ ਜੇ ਇੰਨੇ ਪ੍ਰੋਗਰਾਮ ਸਪਾਂਸਰਸ਼ਿਪ ਦੇ ਨਾਲ ਚੱਲਦੇ ਨੇ, ਜਿੱਦਾਂ ਇੱਕ ਆਮ ਰੇਡੀਓ ਚੱਲਦਾ, ਜਿੱਦਾਂ ਇੱਕ ਆਮ ਕਾਰ 'ਚ ਗੈਸ ਪੈਂਦਾ, ਜਿੱਦਾਂ ਇੱਕ ਆਮ ਘਰ ਦੀ ਕਿਸ਼ਤ ਦਿੰਦੇ, ਜਿੱਦਾਂ ਆਮ ਆਪਾਂ ਕੰਮ ਕਰਦੇ ਹਾਂ, ਭਾਈ ਰੇਡੀਓ ਮੀਡੀਆ ਵੀ ਇਸ ਤਰ੍ਹਾਂ ਹੀ ਚੱਲਣਾ ਚਾਹੀਦਾ। ਔਰ ਗੁਰੂ ਦੀ ਕਿਰਪਾ ਸਦਕਾ, ਸਪਾਂਸਰ ਦੇ ਸਹਿਯੋਗ ਸਦਕਾ, ਸ਼ੁਭ ਚਿੰਤਕਾਂ ਤੇ ਸਾਡੀਆਂ ਧਾਰਮਿਕ ਪੰਥਕ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਮੈਨੂੰ ਇਹ ਕਹਿੰਦੇ ਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਬੜੀ ਖੁਸ਼ੀ ਵੀ ਹੋ ਰਹੀ ਹੈ ਕਿ ਅਸੀਂ ਇਸ ਵਿੱਚ ਕਾਮਯਾਬ ਹੋਏ ਹਾਂ। ਕਿਉਂਕਿ ਗੁਰੂ ਦੀ ਕਿਰਪਾ ਦਾ ਪਾਤਰ ਬਣਨਾ ਵੀ ਸਾਨੂੰ ਸਿੱਖਣਾ ਚਾਹੀਦਾ ਹੈ। ਕਿਉਂਕਿ ਜੇ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਵਾਂਗੇ ਤਾਂ ਫਿਰ ਜਿੱਥੇ ਆਪਾਂ ਬਹੁਤ ਸ਼ਿਕਾਇਤਾਂ ਕਰਦੇ ਹਾਂ ਜੀ, ਮੀਡੀਆ ਸਾਡੀ ਗੱਲ ਨਹੀਂ ਕਰਦਾ, ਘੱਟੋ ਘੱਟ ਜੇ 10 ਪ੍ਰੋਗਰਾਮ 8 ਪ੍ਰੋਗਰਾਮ ਇੱਕ ਸਟੇਸ਼ਨ 'ਤੇ ਆ ਰਹੇ ਨੇ ਤਾਂ ਸਾਡੇ 3-4 ਤਾਂ ਹੋਣੇ ਚਾਹੀਦੇ ਆ ਮੇਰੇ ਖਿਆਲ 'ਚ। ਜੇ ਹੁਣ IPTV ਬਾਕਸ ਤੇ 250 ਚੈਨਲ ਆ ਰਿਹਾ ਪੰਜਾਬੀ ਦਾ, ਉਹਦੇ ਤੇ 4-5 ਤਾਂ ਆਪਣੇ ਹੋਣੇ, 20 ਤਾਂ ਹੋਣੇ ਚਾਹੀਦੇ ਆ। ਜੇ ਹੁਣ 1000 IPTV ਬਾਕਸ ਤੇ ਭਾਰਤੀ ਮੀਡੀਆ, ਗੋਦੀ ਮੀਡੀਆ, ਮੋਦੀ ਮੀਡੀਆ ਇੰਟਰਨੈਸ਼ਨਲ ਲੈਵਲ ਤੇ ਆ ਰਿਹਾ, ਸਾਡੇ 100-150 ਤਾਂ ਹੋਣਾ ਚਾਹੀਦਾ ਨਾ। ਸੋਸ਼ਲ ਮੀਡੀਆ ਤੋਂ ਇਹਨੇ ਬੜਾ ਗਾਹ ਪਾਇਆ ਹੋਇਆ। ਸੋ ਆਪਾਂ ਸਾਰੇ ਕੁਝ ਦਾ ਸਾਹਮਣਾ ਕਰ ਰਹੇ ਹਾਂ, ਪਰ ਸਾਰੇ ਕੁਝ ਦਾ ਸਾਹਮਣਾ ਕਰਨ ਦੇ ਬਾਵਜੂਦ ਵੀ ਅਸੀਂ ਗੁਰੂ ਦੀ ਕਿਰਪਾ ਦੇ ਸਦਕਾ ਰਾਈਟ ਡਾਇਰੈਕਸ਼ਨ ਤੇ ਹਾਂ। ਤੁਸੀਂ ਸ਼ਾਇਦ ਆਹ ਨੋਟ ਕੀਤਾ ਹੋਣਾ, ਨਹੀਂ ਕੀਤਾ ਹੋਣਾ ਕਿਸੇ ਨੇ, ਅਸੀਂ ਤੁਹਾਡੇ ਸਹਿਯੋਗ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਇੱਕ ਨੈਟਵਰਕ ਬਣਾਉਣ ਦੀ ਕੋਸ਼ਿਸ਼ ਕਰਾਂਗੇ, ਜਿੱਥੇ ਤੁਸੀਂ ਹਾਕ ਮਾਰੋਗੇ ਬਈ ਇੱਥੇ ਕੌਮ ਦੀ ਗੱਲ ਆ, ਇੱਥੇ ਕੌਮ ਦੀ ਗੱਲ ਹੋਣੀ ਚਾਹੀਦੀ ਆ, ਤੇ ਉੱਥੇ ਅਸੀਂ ਇੱਕ 2-4 ਕੈਮਰੇ ਵੀ ਤੁਹਾਡੇ ਖੜੇ ਉੱਥੇ ਹੋਇਆ ਕਰਨਗੇ ਵੀ ਹਾਂ ਤੁਸੀਂ ਇੱਥੇ ਆਪਣਾ ਪੱਖ ਰੱਖ ਸਕਦੇ ਹੋ। TV ਵੀ ਆਪਾਂ ਸ਼ੁਰੂ ਕਰਨਾ, ਸੋਸ਼ਲ ਮੀਡੀਆ 'ਤੇ ਵੀ। ਉਹਦੇ ਲਈ ਆਉਣ ਵਾਲੇ ਦਿਨਾਂ 'ਚ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਪੈਣੀ ਆ। ਅਸੀਂ ਕੋਈ ਬਹੁਤ ਵੱਡੀ ਮੰਗ ਨਹੀਂ ਕਰਦੇ। ਕੋਈ ਵੀ ਕੰਮ ਆ, ਕੋਈ ਵੀ ਕਾਰਜ ਕਰਨਾ, ਜੇਕਰ ਆਪਾਂ ਉਹਨੂੰ ਬਜਟ ਵਿੱਚ ਰਹਿ ਕੇ ਕਰਾਂਗੇ, ਸਿਸਟਮ ਵਿੱਚ ਰਹਿ ਕੇ ਕਰਾਂਗੇ ਤਾਂ ਹੀ ਚੱਲੇਗਾ। ਜੇ ਖਰਚਾ 1.5 ਲੱਖ ਲੱਗ ਰਿਹਾ, ਅਸੀਂ 3 ਲੱਖ ਦਾ ਖਰਚਾ ਕਰ ਲਿਆ, ਫਿਰ ਵੀ ਗੱਲ ਨਹੀਂ ਬਣਦੀ। ਕਿਉਂਕਿ ਜਿੰਨਾ ਕੁ ਸਾਡੀ ਲਿਮਟ ਆ, ਜਿੰਨੇ ਕੁ ਸਾਡੇ ਸੋਰਸਿਸ ਨੇ, ਅਸੀਂ ਉਹਨਾਂ ਤੋਂ ਫਾਇਦਾ ਜ਼ਰੂਰ ਉਠਾਉਣਾ ਚਾਹੀਦਾ ਹੈ। ਕਿਉਂਕਿ ਜੇ ਆਪਾਂ ਚਾਹੁੰਦੇ ਹਾਂ ਸਾਡੀ ਕੌਮ ਦੀ ਗੱਲ ਹੋਵੇ, ਆਹ ਟੇਬਲ ਹੁਣ ਖਾਲੀ ਪਿਆ, ਪਰ ਇਹਦੀ ਬਹੁਤ ਵੱਡੀ ਅਹਿਮੀਅਤ ਹੈ। ਇੱਥੇ ਛੋਟਾ ਬੱਚਾ ਬਾਲੀਆ ਸਾਹਿਬ ਦਾ ਪੋਤਾ ਸਾਹਿਬ ਬੈਠੇ ਸੀ। ਮੈਨੂੰ ਬੜੀ ਖੁਸ਼ੀ ਹੋਈ ਕਿ ਸਾਡੀ ਅਗਲੀ ਜਨਰੇਸ਼ਨ, ਅਗਲੇ ਆਉਣ ਵਾਲੀ ਪੀੜ੍ਹੀ ਸਾਡੇ ਇਸ ਕਾਜ਼ ਦੇ ਨਾਲ ਜੁੜ ਰਹੀ ਹੈ। ਕੋਈ ਵੀ ਸੰਸਥਾ ਹੋਵੇ, ਕੋਈ ਵੀ ਬੰਦਾ ਹੋਵੇ, ਫਿਰ ਮੈਨੂੰ ਲੱਗਾ ਕਿ ਜਿਹੜਾ ਇਹ ਟੇਬਲ ਆ ਇਹ ਉਹਨਾਂ ਨੂੰ ਹੀ ਬਿਲੋਂਗ ਕਰਦਾ ਸੀ, ਉਹਨਾਂ ਦਾ ਹੀ ਟੇਬਲ ਆ। ਅੱਜ ਦੀ ਆਵਾਜ਼
ਪੰਥ ਦਾ, ਕੌਮ ਦਾ ਸੀ ਅਤੇ ਰਹੇਗਾ। ਅਸੀਂ ਸਾਰੀਆਂ ਸੰਸਥਾਵਾਂ ਦਾ ਸਹਿਯੋਗ ਲੈਂਦੇ ਵੀ ਹਾਂ, ਸਹਿਯੋਗ ਦਿੰਦੇ ਵੀ ਹਾਂ। ਸਾਡੇ ਸਾਹਮਣੇ ਇੱਕੋ ਇੱਕ ਨਿਸ਼ਾਨਾ ਹੈ, ਗੁਰੂ ਗ੍ਰੰਥ ਤੇ ਗੁਰੂ ਪੰਥ। ਜਿਹੜੇ ਆਪੋ ਆਪਣੇ ਕਿਤੇ ਵੱਖਰੇਵੇਂ ਹੁੰਦੇ ਨੇ, ਵੱਖਰੇਵੇਂ ਤਾਂ ਥੋੜ੍ਹੇ ਬਹੁਤੇ ਘਰਾਂ 'ਚ ਵੀ ਹੁੰਦੇ ਨੇ। ਜੇ ਆਪਾਂ ਸਾਰੇ ਵੱਖਰੇਵਿਆਂ ਨੂੰ ਇੱਕ ਟੇਬਲ 'ਤੇ ਰੱਖ ਲਈ ਤਾਂ ਬੰਦਾ ਘਰ ਦੇ ਕੰਮ ਨਹੀਂ ਕਰ ਸਕਦਾ। ਸੋ ਆਪਾਂ ਆਪਣੀ ਕੌਮ ਦੀ ਆਜ਼ਾਦੀ ਦੀ ਗੱਲ ਆਜ਼ਾਦੀ ਨਾ ਹੋ ਸਕੇ, ਇਹ ਸਾਡਾ ਮਿਸ਼ਨ ਹੈ। ਸਾਡਾ ਕਿਸੇ ਬੰਦੇ, ਵਿਅਕਤੀ, ਕਿਸੇ ਧਰਮ ਨਾਲ ਕੋਈ ਵਿਰੋਧ ਨਹੀਂ। ਬੇਸ਼ੱਕ ਭਾਰਤੀ ਸਿਸਟਮ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ, ਜਿਹੜਾ ਅੱਜ ਦੀ ਆਵਾਜ਼ ਆ, ਕਹਿੰਦੇ ਜੀ ਐਂਟੀ ਹਿੰਦੂ ਆ। ਅਸੀਂ ਐਂਟੀ ਹਿੰਦੂ ਨਹੀਂ ਹੈ, ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ। ਫਿਰ ਕਹਿੰਦੇ ਜੀ ਇਹ ਐਂਟੀ ਇੰਡੀਆ ਹੈ। ਅਸੀਂ ਕਿਹਾ ਹੋ ਸਕਦਾ ਹੋਵਾਂਗੇ ਐਂਟੀ ਇੰਡੀਆ, ਪਰ ਤੁਸੀਂ ਤਾਂ ਸਾਰੀ ਉਮਰ 1947 ਤੋਂ ਲੈ ਕੇ ਹੁਣ ਤੱਕ ਐਂਟੀ ਸਿੱਖ ਰਹੇ ਹੋ। ਸਾਡੇ ਤੋਂ ਬਾਅਦ ਸਾਊਂਡ ਆਫ ਯੂਕਰੇਨ ਰੇਡੀਓ ਆਉਂਦਾ, ਤਾਂ ਹੁਣ ਦੇਖੋ ਘਰ ਘਰ ਹਰ ਬੰਦਾ, ਹਰ ਪੋਲੀਟੀਕਲ ਪਾਰਟੀ, ਨਾਰਥ ਅਮਰੀਕਾ, ਪੂਰਾ ਵਿਸ਼ਵ ਯੂਕਰੇਨ ਦੇ ਨਾਲ ਖੜਾ। ਮੈਂ ਕਿਹਾ ਵੀ ਜਿਹੜਾ ਸਾਊਂਡ ਆਫ ਯੂਕਰੇਨ ਆਉਂਦਾ, ਉੱਥੇ ਯੂਕਰੇਨ ਦੀ ਗੱਲ ਤਾਂ ਹੁੰਦੀ ਹੋਊਗੀ, ਪਰ ਸਾਨੂੰ ਇਹ ਨਹੀਂ ਪਤਾ ਉਹ ਕੀ ਕਹਿੰਦੇ ਕੀ ਨਹੀਂ ਕਹਿੰਦੇ। ਹੋ ਸਕਦਾ ਉਹ ਯੂਕਰੇਨ ਦੇ ਹੱਕ ਦੀ ਗੱਲ ਕਰਦੇ ਹੋਣਗੇ, ਪਰ ਤੁਹਾਨੂੰ ਲੱਗਦਾ ਹੋਊਗਾ ਜਾਂ ਉਹਨਾਂ ਨੂੰ ਲੱਗਦਾ ਹੋਊਗਾ ਕਿ ਉਹ ਐਂਟੀ ਰਸ਼ੀਆ ਆ। ਫਿਰ ਜੀ ਐਂਟੀ ਕਾਸਟ ਆ। ਹੁਣ ਤੁਸੀਂ ਦੱਸੋ, ਇੱਕ ਸਿੱਖ ਕਾਸਟ ਦੇ ਹੱਕ ਵਿੱਚ ਕਿਵੇਂ ਹੋ ਸਕਦਾ? ਐਂਟੀ ਕਾਸਟ ਦਾ ਮਤਲਬ ਇੰਨਾ ਸੀ ਕਿ ਜਿਹੜੀ ਬ੍ਰਾਹਮਣਵਾਦ ਦੀ ਸੁਪਰਮੈਸੀ ਆ, ਅਸੀਂ ਉਹਦੇ ਹੱਕ ਵਿੱਚ ਨਹੀਂ ਹੈਗੇ। ਕੋਈ ਵੀ ਰਾਈਟ ਮਾਈਂਡ ਬੰਦਾ ਬ੍ਰਾਹਮਣ ਦੀ ਸੁਪਰਮੈਸੀ ਦੇ ਹੱਕ ਵਿੱਚ ਨਹੀਂ ਹੋ ਸਕਦਾ। ਇਹ ਸਾਡਾ ਸਿੱਖੀ ਦਾ ਸਿਧਾਂਤ ਵੀ ਹੈ, ਸੱਚ ਸੁਣਾਈ ਸੱਚ ਕੀ ਵੇਲਾ, ਝੂਠ ਨਾ ਬੋਲ ਪਾਂਡੇ ਸੱਚ ਕਹੀਏ। ਗੁਰੂ ਸਾਹਿਬ ਸਾਨੂੰ ਦੱਸ ਰਹੇ ਨੇ। ਪਰ ਜਦੋਂ ਅਸੀਂ ਰਾਜ ਦੀ ਗੱਲ ਕਰਨੀ ਆ ਤੇ ਅਸੀਂ ਹੋਰ ਗੱਲਾਂ ਫਿਰ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਪ੍ਰੋਗਰਾਮ ਆ ਇਹ ਐਂਟੀ ਕੈਨੇਡੀਅਨ ਹਿੰਦੂ ਆ। ਅਸੀਂ ਕਿ ਅਸੀਂ ਹਿੰਦੂ ਧਰਮ ਦੇ ਖਿਲਾਫ ਨਹੀਂ ਹੈਗੇ, ਪਰ ਜਿਹੜਾ ਹਿੰਦੂਤਵ ਏਜੰਡਾ ਆ, ਜਿਹੜਾ ਬ੍ਰਾਹਮਣਵਾਦ ਆ, ਜਿਹੜੀ ਬ੍ਰਾਹਮਣਵਾਦ ਦੀ ਹਿੰਦੂਤਵ ਏਜੰਡੇ ਦੀ ਸੁਪਰਮੈਸੀ ਆ, more dangerous than ISIS, more dangerous than white supremacy, more dangerous ਜਿਹੜੇ ਨਾਜ਼ੀਵਾਦ, ਹਿਟਲਰ ਵਾਲੀ ਪਾਲਿਸੀ ਤੋਂ ਵੀ ਡੇਂਜਰਸ ਹੈ। ਕਿਉਂਕਿ ਇਹ ਗੱਲ ਮੈਂ ਤੁਹਾਨੂੰ ਅੱਜ ਇੱਥੇ ਤਾਂ ਰੱਖ ਰਿਹਾ ਕਿਉਂਕਿ ਸਾਨੂੰ ਸਾਡਾ ਪੱਖ ਰੱਖਣ ਲਈ ਸਾਡੇ ਮੀਡੀਆ ਦੀ ਲੋੜ ਸੀ ਅਤੇ ਹੈ ਅਤੇ ਰਹੇਗੀ। ਟੋਰਾਂਟੋ ਵਿੱਚ ਆਪਾਂ ਦੇਖੀਏ ਕਿ ਸਾਡੀ ਬਹੁਤ ਵੱਡੀ ਆਬਾਦੀ ਆ, ਨਵੇਂ ਲੋਕ ਆਏ ਨੇ, ਆਪਾਂ ਵੀ 40-50 ਸਾਲਾਂ ਤੋਂ ਉੱਥੇ ਰਹਿ ਰਹੇ ਹਾਂ। ਸੋ ਉਹ ਸਾਰਾ ਕੁਝ ਕਿਉਂ ਇੱਥੇ ਆ ਰਹੇ ਇਹ ਵੀ ਆਪਾਂ ਨੂੰ ਪਤਾ। ਹੁਣ ਮੈਂ ਥੋੜ੍ਹਾ ਸ਼ਾਰਟ ਹੀ ਕਰਦਾ ਕਿਉਂਕਿ ਇਹ ਸਾਰੇ ਕੁਝ ਨੂੰ ਜੇ ਆਪਾਂ ਬਿਲਕੁਲ ਬੰਦ ਕਰ ਦਿਆਂਗੇ, ਜੇਕਰ ਆਪਾਂ ਕੁਝ ਬੋਲਾਂਗੇ ਨਹੀਂ ਤੇ ਗੱਲ ਨਹੀਂ ਬਣਦੀ। ਸੋ ਆਪਣਾ ਪੱਖ ਰੱਖਣਾ, ਆਪਣੇ ਹੱਕ ਦੀ ਗੱਲ ਕਰਨੀ, ਇਹ ਕੋਈ ਕ੍ਰਾਈਮ ਨਹੀਂ ਆ। ਸਾਨੂੰ ਆਪਣੇ ਗੁਰੂ ਇਤਿਹਾਸ ਤੇ ਗੁਰੂ ਪੰਥ ਤੇ ਮਾਣ ਹੋਣਾ ਚਾਹੀਦਾ ਹੈ। ਸਾਨੂੰ ਅਜੋਕੇ ਸਮੇਂ ਦੇ ਸ਼ਹੀਦਾਂ ਤੇ ਮਾਣ ਹੋਣਾ ਚਾਹੀਦਾ ਜਿਨ੍ਹਾਂ ਨੇ ਸਾਰਾ ਕੁਝ ਸਾਡੇ ਲਈ ਕੁਰਬਾਨ ਕਰ ਦਿੱਤਾ, ਜਿਨ੍ਹਾਂ ਮਾਵਾਂ ਦੇ ਪੁੱਤਰ ਸਾਡੀ ਕੌਮ ਲਈ ਸ਼ਹੀਦ ਹੋ ਗਏ, ਜਿਨ੍ਹਾਂ ਮਾਵਾਂ ਨੂੰ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਤੱਕ ਨਹੀਂ ਮਿਲੀਆਂ, ਆਪਣੇ ਪੁੱਤਰਾਂ ਦੀਆਂ ਲਾਸ਼ਾਂ ਤੱਕ ਨਹੀਂ ਮਿਲੀਆਂ। ਸਾਡਾ ਕੋਈ ਵੱਡਾ ਵਡੇਰਾ ਚੜ੍ਹਾਈ ਕਰ ਜਾਏ ਤਾਂ ਅਸੀਂ 4-4 ਹਫ਼ਤੇ ਸੋਗ ਮਨਾਉਂਦੇ ਰਹਿੰਦੇ ਹਾਂ। ਥਿੰਕ ਕਰੋ, ਇਹੀ ਕਾਰਨ ਹੈ ਕਿ ਇੱਕ ਮੇਰੇ ਵਰਗਾ ਬੰਦਾ ਇਹ ਪ੍ਰੋਗਰਾਮ ਕਰ ਰਿਹਾ ਤਾਂ ਕਿ ਸਾਡੀ ਆਵਾਜ਼ ਬੰਦ ਨਾ ਹੋਵੇ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ। ਹੋ ਸਕਦਾ ਕਿਸੇ ਦਾ ਮੈਂ ਨਾਂ ਲੈਣ ਤੋਂ ਰਹਿ ਵੀ ਗਿਆ ਹੋਵਾਂ, ਉਸ ਲਈ ਵੀ ਖਿਆਉਂਦਾ ਜੱਜ ਗਿਆ। ਸਰਦਾਰ ਅਵਤਾਰ ਸਿੰਘ ਪੂਨੀਆ, ਰਣਜੀਤ ਸਿੰਘ ਮਾਨ, ਸਤਨਾਮ ਸਿੰਘ ਤੇ ਬੈਂਕਟ ਹਾਲ ਵਾਲੇ ਸਾਡੇ ਭਾਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਇਹ ਬੈਂਕਟ ਹਾਲ ਵੀ ਪੰਥਕ ਤੌਰ 'ਤੇ ਸਾਡੀ ਪੂਰੀ ਮਦਦ ਕਰਦੇ ਨੇ। ਜਿੰਨੇ ਵੀ ਸਾਡੇ ਸਪਾਂਸਰ ਨੇ ਉਹਨਾਂ ਦਾ ਵੀ ਧੰਨਵਾਦ। ਮੇਰੇ ਖਿਆਲ ਜੇ ਭਊ ਸਾਹਿਬ ਨੇ ਕਵਿਤਾ ਬੋਲਣੀ ਤਾਂ ਉਹ ਵੀ ਬੋਲ ਸਕਦੇ ਨੇ, ਆ ਜਾਓ ਜੀ। ਅਤੇ ਕਿਉਂਕਿ ਜਿਹੜੇ ਸਪਾਂਸਰ ਨੇ ਉਹਨਾਂ ਨੂੰ ਇਹ ਫਰਕ ਨਹੀਂ ਪੈਂਦਾ ਸਾਡੇ ਰੇਡੀਓ 'ਤੇ ਉਹਨਾਂ ਦੀ ਐਡ ਇੱਕ ਵਾਰੀ ਲੱਗ ਗਈ ਜਾਂ 2 ਵਾਰ ਲੱਗ ਗਈ ਜਾਂ ਨਹੀਂ ਲੱਗੀ। ਉਹਨਾਂ ਨੇ ਸਾਨੂੰ ਮਾਣ ਬਖਸ਼ਿਆ ਹੋਇਆ। ਉਹਨਾਂ ਨੇ ਇਹ ਗੱਲ ਕਹੀ ਹੋਈ ਹੈ ਜਦ ਤੱਕ ਅਸੀਂ ਕੌਮ ਦੀ ਗੱਲ ਕਰਦੇ ਹਾਂ ਉਹ ਸਾਡੇ ਨਾਲ ਨੇ। ਹੋਣਾ ਵੀ ਇੱਦਾਂ ਚਾਹੀਦਾ ਕਿਉਂਕਿ ਇੱਕ ਬੰਦਾ, ਇੱਕ ਵਿਅਕਤੀ ਕੋਈ ਬਹੁਤ ਵੱਡਾ ਨਹੀਂ ਹੁੰਦਾ। ਬੰਦਾ
ਉਦੋਂ ਵੱਡਾ ਬਣਦਾ, ਛੋਟਾ ਵੀ ਹੋਵੇ ਜਦੋਂ ਗੱਲ ਵੱਡੀ ਕਰੇ। ਗੱਲ ਵੱਡੀ ਤੋਂ ਮਤਲਬ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਵੱਡਾ ਮੁੱਦਾ ਸਾਡੀ ਕੌਮ ਦੀਆਂ ਸੰਸਥਾਵਾਂ ਨੇ ਚੱਕਿਆ ਹੋਇਆ, ਜਿਵੇਂ ਸਿੱਖ ਫਾਊਂਡੇਸ਼ਨ ਦੀ ਆਪਾਂ ਗੱਲ ਕੀਤੀ ਹੈ, ਜਾਂ ਫਿਰ ਵਾਰਸ ਪੰਜਾਬ ਦੇ ਪਿੱਛੇ ਕਰ ਰਹੇ ਨੇ, ਜਾਂ ਸਾਡੀਆਂ ਬਾਹਰ ਹੋਰ ਵੀ ਕੋਈ ਸੰਸਥਾ ਵੀ ਕੰਮ ਕਰਦੀ ਹੈ, ਭਾਈ ਉਹਦਾ ਸਾਥ ਦਈਏ। ਆਪਸ ਵਿੱਚ ਹੀ ਜਿਹੜੀ ਮਿਸ ਇਨਫੋਰਮੇਸ਼ਨ ਆ, ਡਿਸ ਇਨਫੋਰਮੇਸ਼ਨ ਆ ਸਾਡੇ ਵਿੱਚ ਫੈਲਾਈ ਜਾਂਦੀ ਹੈ, ਉਹਨਾਂ ਤੋਂ ਵੀ ਥੋੜ੍ਹਾ ਜਿਹਾ ਆਪਾਂ ਸਾਵਧਾਨ ਰਹੀਏ। ਉਹ ਦਿਨ ਦੂਰ ਨਹੀਂ ਜਿਸ ਦਿਨ ਕੌਮ ਦੇ ਝੰਡੇ ਦੁਨੀਆ ਦੇ ਝੰਡਿਆਂ ਬਰਾਬਰ ਚੱਲਣਗੇ। ਨਾਰਾ ਵੀ ਲਾਉਣਾ ਚਾਹੀਦਾ ਹੈ, ਪਰ ਨਾਰੇ 'ਤੇ ਵਿਚਾਰ ਵੀ ਕਰਨਾ ਚਾਹੀਦਾ ਹੈ। ਝੰਡੇ ਵੀ ਆਪਾਂ ਚੁੱਕਦੇ ਹਾਂ, ਝੰਡੇ ਚੁੱਕਣਾ ਕੋਈ ਕ੍ਰਾਈਮ ਨਹੀਂ ਹੈ। ਮਾਨ ਸਾਹਿਬ ਇੱਥੇ ਬੈਠੇ ਨੇ, ਇਹ ਦਿਨ ਰਾਤ ਇੱਕ ਕਰਕੇ ਝੰਡਾ, ਜਿਹੜਾ ਛੋਟਾ ਝੰਡਾ ਵੱਡਾ ਝੰਡਾ ਹੋਵੇ, ਜਦੋਂ ਇੱਕ ਬੱਚਾ ਇਹ ਝੰਡਾ ਆਪਣੇ ਘਰ ਲੈ ਜਾਂਦਾ, ਉਹ ਸਾਂਭ ਕੇ ਰੱਖਦਾ, ਇਹਨੂੰ ਸਾਂਭਣ ਦੀ ਲੋੜ ਹੈ। ਇਹ ਸਾਡਾ ਕੌਮ ਦਾ ਨਿਸ਼ਾਨਾ ਵੀ ਹੈ, ਇਹਦੇ 'ਤੇ ਵਰਕ ਕਰਨ ਦੀ ਲੋੜ ਹੈ। ਅਤੇ ਤੁਹਾਡਾ ਸਾਰਿਆਂ ਦਾ ਧੰਨਵਾਦ। ਮੇਰੇ ਖਿਆਲ 'ਚ ਹੁਣ ਆਪਾਂ ਹੋਰ ਸਮਾਂ ਨਾ ਲਈਏ, ਅਤੇ ਜੇ ਕੋਈ ਵੀ ਮੇਰੇ ਕੋਲ ਗਲਤੀ ਹੋਈ ਹੋਵੇ ਮਾफ़ ਕਰਨਾ। ਖਾਸ ਕਰਕੇ ਬਾਲੀਆ ਸਾਹਿਬ ਦੇ ਪਰਿਵਾਰ ਨੇ, ਇਹਨਾਂ ਦਾ ਧੰਨਵਾਦ। ਸਾਡੇ ਪਰਿਵਾਰਕ ਮੈਂਬਰ ਰਾਏ ਸਾਹਿਬ ਜਾਂ ਹੋਰ ਜਿੰਨੇ ਵੀ ਸਾਡੇ ਸੱਦੇ 'ਤੇ ਆਏ ਨੇ, ਉਹਨਾਂ ਦਾ ਵੀ ਧੰਨਵਾਦ ਹੈ, ਕਿਉਂਕਿ ਇਹ ਪਰਿਵਾਰ ਦੇ ਸਹਿਯੋਗ ਤੋਂ ਬਿਨਾਂ ਵੀ ਕੰਮ ਨਹੀਂ ਚੱਲਦੇ। ਕਿਉਂਕਿ ਜੇ ਹਰ ਇੱਕ ਬੰਦਾ ਚਾਹੁੰਦਾ ਕਿ ਮੇਰੇ ਕੋਲ ਵੱਡਾ ਘਰ ਹੋਵੇ, ਹਰ ਇੱਕ ਬੰਦਾ ਚਾਹੁੰਦਾ ਮੇਰੀ ਕਾਰ ਵਧੀਆ ਹੋਵੇ, ਆਹ ਵੀ ਹੋਵੇ, ਪਰ ਬਹੁਤ ਘੱਟ ਹੋਣਗੇ ਜਿਹੜੇ ਚਾਹੁੰਦੇ ਨੇ ਕਿ ਸਾਡੀ ਕੌਮ ਦਾ ਘਰ ਵੀ ਹੋਵੇ। ਕੌਮ ਦੇ ਘਰ ਲਈ ਕੰਮ ਕਰਨਾ, ਆਜ਼ਾਦੀ ਲਈ ਗੱਲ ਕਰਨਾ ਫਰਜ਼ ਬਣ ਜਾਂਦਾ। ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ, ਸਰਬੱਤ ਦੇ ਭਲੇ ਵਾਲਾ ਕਨਸੈਪਟ ਆ। ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੇ ਵਿੱਚ ਯਕੀਨ ਰੱਖਦੇ ਹਾਂ। ਤੋ ਆਪਾਂ ਫਤਿਹ ਸਾਂਝੀ ਕਰ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਖਾਲਿਸਤਾਨ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਵੀ, ਬਹੁਤ ਬਹੁਤ ਧੰਨਵਾਦ। ਲੰਚ ਰੈਡੀ ਆ, ਸਾਰਿਆਂ ਨੇ ਲੰਗਰ ਛਕ ਕੇ ਜ਼ਰੂਰ ਜਾਣਾ। ਪੰਥਕ ਕਾਜ਼ਾਂ ਦੇ ਵਿੱਚ ਆਪਦੇ ਬੱਚਿਆਂ ਨੂੰ ਲੈ ਕੇ ਆਓ। ਬਹੁਤ ਸਾਰੇ ਨੌਜਵਾਨ ਹੋਏ ਆ। ਗਾਇਜ਼ ਥੈਂਕ ਯੂ ਸੋ ਮਚ ਫॉर ਕਮਿੰਗ। ਬੱਚਿਆਂ ਨੂੰ ਇਨਵੋਲਵ ਕਰੋ ਵੱਧ ਤੋਂ ਵੱਧ। ਇਹਨਾਂ ਨੂੰ ਜਿੰਨਾ ਆਪਾਂ ਹੁਣ ਇਨਵੋਲਵ ਕਰਾਂਗੇ ਤਾਂ ਹੀ ਇਹ ਲੌਂਗਜੈਵਿਟੀ ਜਿਹੜੀ ਇਹ ਪੰਥਕ ਕਾਜ਼ਾਂ ਦੇ ਵਿੱਚ ਰਹੂਗੀ। ਐਂਡ ਦੇ ਵਿੱਚ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਕਹੋ ਕਿसी को राज न दे है, जो ले है निज बल से ले है। खालिस्तान जिंदाबाद। वाहिगुरू जी का खालसा।